ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਗੁਰਮਤਿ ਜੀਵਨ ਜਾਂਚ ਚੈਨਲ। ਕਿਰਪਾ ਕਰਕੇ ਸਬਸਕ੍ਰਾਈਬ ਕਰੋ ਤੇ ਪ੍ਰੈਸ ਕਰੋ ਬੈਲ ਆਈਕਨ ਨੂੰ, ਤੇ ਜੋ ਆਪ ਜੀ ਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸ਼ੋ ਹੋਵੇ। ਵੀਡੀਓ ਦੇ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਸੇਵਾਦਾਰਾਂ ਨਾਲ ਸੰਪਰਕ ਕਰੋ। ਸੇਵਾਦਾਰਾਂ ਦੇ ਨੰਬਰ ਸਕਰੀਨ ਅਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਹਨ। ਕਿਰਪਾ ਕਰਕੇ ਕੰਟੈਕਟ ਕਰੋ ਤੇ ਆਪਣੇ ਸੁਝਾਅ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੌੜੀ ਸੁਖਮਨੀ ਮਹਿਲਾ ਪੰਜਵਾਂ। ਸ਼ਲੋਕ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੁਦੇਵੈ ਨਮਹਿ। ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੁਦੇਵੈ ਨਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ ਜੁਗੋ ਜੁਗ ਅਟਲ ਸਰਵ ਸ਼ਕਤੀਮਾਨ ਹਲਤ ਪਲਤ ਦੇ ਸਵਾਰਨਹਾਰ। ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਬਿਠਾ ਕੇ ਆਪਣਾ ਨਾਮ ਜਪਾਇਆ। ਗੁਰੂ ਸਾਹਿਬ ਜੀ ਦਾ ਤਹਿ ਦਿਲੋਂ ਸ਼ੁਕਰਾਨਾ ਹੈ ਕਿ ਗੁਰੂ ਸਾਹਿਬ ਜੀ ਤੁਹਾਡਾ ਬਹੁਤ ਸ਼ੁਕਰਾਨਾ। ਇਹ ਸ਼ੁਕਰਾਨਾ ਅਸੀਂ ਇੰਨਾ ਕਰ ਵੀ ਨਹੀਂ ਸਕਦੇ ਜਿੰਨਾ ਤੁਸੀਂ ਸਾਡੇ ਤੇ ਮਿਹਰ ਕੀਤੀ ਹੋਈ ਆ ਕਿ ਤੁਸੀਂ ਆਪਣਾ ਨਾਮ ਜਪਾ ਰਹੇ ਹੋ, ਜਿਹਦੇ ਕਰਕੇ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ। ਤੁਹਾਡੀ ਬਹੁਤ ਕਿਰਪਾ ਵਾਹਿਗੁਰੂ, ਤੁਹਾਡਾ ਬਹੁਤ ਸ਼ੁਕਰਾਨਾ। ਤੇ ਅੱਜ ਗੁਰੂ ਸਾਹਿਬ ਆਪਾਂ ਨੂੰ ਸੁਖਮਨੀ ਸਾਹਿਬ ਦੀ ਵਿਚਾਰ ਸ਼ੁਰੂ ਕਰਵਾਉਣ ਲੱਗੇ ਨੇ। ਤੇ ਇਹਦੇ ਵਿੱਚ ਇੱਕ ਸ਼ਲੋਕ ਤੇ ਨਾਲ ਇੱਕ ਅਸ਼ਟਪਦੀ ਹੁੰਦੀ ਆ 8 ਬੰਦਾਂ ਵਾਲੀ। ਤੇ ਪੂਰੀ ਸੁਖਮਨੀ ਸਾਹਿਬ ਦੇ ਵਿੱਚ ਸਿਰਫ ਇੱਕ ਰਹਾਉ ਦੀ ਟੋਕਾ ਜਿਹੜੀ ਪਹਿਲੀ ਅਸ਼ਟਪਦੀ ਦੇ ਵਿੱਚ ਆਉਂਦੀ ਆ। ਤੇ ਸੁਖਮਨੀ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਬਾਣੀ ਆ ਤੇ ਇਹ ਰਾਗ ਗੌੜੀ ਦੇ ਵਿੱਚ ਦਰਜ ਆ। ਤੇ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਆ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ। ਤੇ ਉਹ ਜਿਹੜਾ ਵਾਹਿਗੁਰੂ ਆ ਨਾ ਉਹ ਮੁੱਢ ਤੋਂ ਆ, ਸ਼ੁਰੂ ਤੋਂ ਆ। ਜਦੋਂ ਕੁਝ ਵੀ ਸ਼ੁਰੂ ਨਹੀਂ ਨਾ ਹੋਇਆ ਸੀ, ਕੁਝ ਬਣਿਆ ਨਹੀਂ ਸੀ, ਦੁਨੀਆ ਨਹੀਂ ਸੀ, ਕੁਝ ਵੀ ਨਹੀਂ ਸੀ, ਪਰ ਉਦੋਂ ਤੋਂ ਇਹ ਵਾਹਿਗੁਰੂ ਸੀਗਾ, ਇੱਕ ਰੱਬ ਸੀਗਾ, ਇਹ ਬਾਣੀ ਸੀ ਆਪਣੀ। ਆਦਿ ਗੁਰੇ ਨਮਹਿ ਵਾਹਿਗੁਰੂ ਜੀ
ਮੈਂ ਇਹੋ ਜਿਹੇ ਅਕਾਲ ਪੁਰਖ ਤੋਂ, ਇਹੋ ਜਿਹੇ ਵਾਹਿਗੁਰੂ ਤੋਂ ਸਦਕੇ ਜਾਨਾ ਆ, ਨਮਸਕਾਰ ਕਰਦਾ ਆ, ਉਹਨਾਂ ਦੀ ਵਡਿਆਈਆਂ ਕਰਦਾ ਆ, ਜਿਹੜਾ ਮੁੱਢ ਤੋਂ ਹੀ ਆ। ਜੁਗਾਦ ਗੁਰੇ ਨਮੈ, ਜੁਗਾਂ ਜੁਗਾਂ ਦੇ ਮੁੱਢ ਤੋਂ ਆ, ਬਹੁਤ ਸ਼ੁਰੂਆਤ ਤੋਂ ਆ, ਜਿੱਥੇ ਤੱਕ ਆਪਣੀ ਸੋਚ ਪਹੁੰਚ ਵੀ ਨਹੀਂ ਸਕਦੀ। ਸਤਿਗੁਰੇ ਨਮੈ, ਸਤਿਗੁਰ ਕੌਣ ਹੈ? ਸਤਿਗੁਰ ਹੈਗਾ ਆ ਸੱਚਾ ਗੁਰੂ। ਸਤ ਮੀਨਸ ਸੱਚਾ। ਗੁਰੂ ਕੌਣ? ਜਿਹੜਾ ਹਨੇਰੇ ਤੋਂ ਚਾਨਣ ਤੱਕ ਲੈ ਜਾਵੇ, ਅਗਿਆਨਤਾ ਤੋਂ ਗਿਆਨ ਤੱਕ ਲੈ ਜਾਵੇ। ਉਹ ਕੌਣ ਆ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕੌਣ ਆ? ਸਤਿਗੁਰ ਨੇ। ਸਤਿਗੁਰ ਕੋਈ ਬੰਦਾ ਨਹੀਂ ਆ, ਸਤਿਗੁਰ ਆਪਣੀ ਪਾਤਸ਼ਾਹ ਬਾਣੀ। ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਕੀ ਆ? ਆਪਣਾ ਗੁਰੂ ਆ, ਤੇ ਗੁਰੂ ਹੀ ਆਪਣੇ ਬਾਣੀ ਹੈ। ਤੇ ਇਸੇ ਕਰਕੇ ਸਤਿਗੁਰ ਕੌਣ ਆ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਸਾਹਿਬ ਜੀ, ਮੈਂ ਇਹਨਾਂ ਨੂੰ ਨਮਸਕਾਰ ਕਰਦਾ ਹਾਂ, ਵਡਿਆਈਆਂ ਕਰਦਾ ਹਾਂ। ਸ਼੍ਰੀ ਗੁਰਦੇਵ ਹੈ ਨਾ ਮੈਂ ਆਪਣੇ ਗੁਰੂ ਪਾਤਸ਼ਾਹ ਨੂੰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਹਾਂ। ਮੇਰੇ ਗੁਰਦੇਵ, ਮੇਰੇ ਸਤਿਗੁਰ, ਮੇਰਾ ਸਾਰਾ ਕੁਝ ਹੀ ਇਹੀ ਨੇ। ਮੇਰਾ ਬਣਦਾ ਵੀ ਇਹਨਾਂ ਨੂੰ ਹੀ ਆ ਨਮਸਕਾਰ ਕਰਨਾ। ਤੇ ਹੁਣ ਨਾਲ ਗੁਰੂ ਸਾਹਿਬ ਅਸ਼ਟਪਦੀ ਦੀ ਵਿਚਾਰ ਸਮਝਾਉਣ ਜਾ ਰਹੇ ਆ, ਤੇ ਗੁਰੂ ਸਾਹਿਬ ਨੂੰ ਸਾਰੀ ਸੰਗਤ ਤੇ ਅਰਦਾਸ ਕਰਨੀ ਕਿ ਗੁਰੂ ਪਾਤਸ਼ਾਹ ਜੀ ਮਿਹਰ ਕਰਨੀ ਆ, ਸਾਡੇ ਤੇ ਬਖਸ਼ਿਸ਼ ਕਰਨੀ ਆ, ਕਿ ਜਿਹੜੀ ਬਾਣੀ ਦੀ ਵਿਚਾਰ ਤੁਸੀਂ ਸਾਨੂੰ ਸਮਝਾਉਣ ਜਾ ਰਹੇ ਹੋ, ਉਹ ਸਾਡੇ ਝੋਲੀਆਂ ਦੇ ਵਿੱਚ ਪੈ ਜਾਵੇ, ਸਾਨੂੰ ਸਮਝ ਪੈ ਜਾਵੇ, ਸਾਡੇ ਜੀਵਨ ਦੇ ਵਿੱਚ ਆ ਜਾਵੇ। ਕਿਉਂਕਿ ਇਹ ਪੂਰੀ ਅਸ਼ਟਪਦੀ ਗੁਰੂ ਸਾਹਿਬ ਨੇ ਸਿਰਫ ਸਿਮਰਨ ਉੱਤੇ ਹੀ ਉਚਾਰੀ ਆ। ਇਹਦੇ ਵਿੱਚ ਪੂਰੇ ਵਿੱਚ ਸਿਮਰਨ ਬਾਰੇ ਹੀ ਦੱਸਿਆ ਆ ਕਿ ਸਿਮਰਨ ਨਾਲ ਕੀ ਕੀ ਹੁੰਦਾ ਆ। ਜਿਹੜਾ ਸਿਮਰਨ ਕਰੂਗਾ, ਵਾਹਿਗੁਰੂ ਜਪੂਗਾ, ਤੇ ਉਹਦੀ ਅਵਸਥਾ ਕਿੱਦਾਂ ਦੀ ਬਣ ਜਾਊਗੀ, ਉਹਨੂੰ ਕੀ ਕੀ ਮਿਲੂਗਾ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਇੱਥੇ ਗੁਰੂ ਸਾਹਿਬ ਸਮਝਾਉਂਦੇ ਆ ਕਿ ਜਿਹੜਾ ਗੁਰੂ ਸਾਹਿਬ ਦਾ ਸਿਮਰਨ ਕਰਦਾ ਆ, ਜਿਹੜਾ ਸਿਮਰਨ ਕਰਦਾ ਰਹਿੰਦਾ ਆ, ਸਿਮਰਦਾ ਆ ਗੁਰੂ ਸਾਹਿਬ ਨੂੰ, ਵਾਹਿਗੁਰੂ ਬੋਲਦਾ ਆ, ਸੁਖ ਪਾਵੋ, ਉਹ ਹਮੇਸ਼ਾ ਸੁੱਖ ਪਾਉਂਦਾ ਆ। ਉਹਨੂੰ ਕਦੇ ਵੀ ਅੰਦਰੋਂ ਚਿੰਤਾ, ਫਿਕਰ, ਕਲੇਸ਼, ਅੰਦਰੋਂ ਵਿਕਾਰ ਉਹਨੂੰ ਤੰਗ ਨਹੀਂ ਕਰ ਸਕਦੇ ਜੇ ਉਹ ਵਾਹਿਗੁਰੂ ਸਿਮਰਨ ਕਰ ਰਿਹਾ ਤੇ ਗੁਰੂ ਸਾਹਿਬ ਨੂੰ ਯਾਦ ਕਰ ਰਿਹਾ। ਜੋ ਕੱਲ ਕਲੇਸ਼ ਤਨ ਮਾਹੇ ਮਿਟਾਵੋ, ਉਹਦੇ ਅੰਦਰੋਂ ਜਿਹੜੇ ਦੁੱਖ ਆ, ਜਿਹੜੇ ਕਲੇਸ਼ ਲੱਗੇ ਹੋਏ ਆ। ਬੰਦੇ ਦੇ ਅੰਦਰ ਕੀ ਆ? ਖਿਝ ਆ, ਈਰਖਾ ਆ, ਜੇ ਕਿਸੇ ਨੇ ਕੁਝ ਕਹਿਤਾ ਤਾਂ ਗੁੱਸਾ ਆ ਗਿਆ, ਹਨਾ। ਆਪਾਂ ਹਰ ਇੱਕ ਚੀਜ਼ ਦੇ ਪਿੱਛੇ ਇੱਕ ਦੂਜੇ ਨਾਲ ਲੜਦੇ ਆ, ਅਗਲੇ ਦੀ ਸੋਚ ਕਰਕੇ ਆਪਾਂ ਦੂਜੇ ਨਾਲ ਲੜਦੇ ਆ। ਆਪਾਂ ਆਪਣੇ ਤੇ ਧਿਆਨ ਨਹੀਂ ਦਿੰਦੇ ਕਿ ਮੈਂ ਕਿੱਥੇ ਖੜਾ ਆ। ਆਪਾਂ ਕਿਉਂ ਇਹ ਸੋਚ ਨਹੀਂ ਰੱਖਦੇ ਹੈਗੇ ਆਪਣੇ ਆਪ ਨੂੰ ਸੁਧਾਰਨ ਦੀ? ਕਿਉਂ ਆਪਣੇ ਅੰਦਰ ਕਲੇਸ਼ ਕਿਉਂ ਆ, ਲੜਾਈਆਂ ਝਗੜੇ ਕਿਉਂ ਆ? ਕਿਉਂਕਿ ਆਪਣੀ ਸੋਚ ਹਜੇ ਗੁਰੂ ਨਾਨਕ ਵਰਗੀ ਨਹੀਂ ਬਣੀ। ਹਜੇ ਆਪਾਂ ਨੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਨਹੀਂ ਵਿਖਿਆ। ਅੰਦਰੋਂ ਹਜੇ ਗੁਰੂ ਸਾਹਿਬ ਕਹਿੰਦੇ ਜਿਹੜੇ ਝਗੜੇ ਆ, ਕਲੇਸ਼ ਆ, ਉਹ ਤੇਰੇ ਅੰਦਰੋਂ ਹਜੇ ਖਤਮ ਨਹੀਂ ਹੋਏ। ਖਤਮ ਕਿਵੇਂ ਹੋਣੇ ਆ? ਸਿਮਰੋ ਸਿਮਰ ਸਿਮਰ ਸੁਖ ਪਾਵੋ। ਜਦੋਂ ਇੱਕ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਉਹ ਅਸਲੀ ਸੁੱਖ ਆਪਾਂ ਨੂੰ ਮਿਲ ਜਾਊਗਾ। ਸਿਮਰੋ ਜਸ ਬਿਜ਼ੰਬਰ ਏਕ ਹੈ, ਨਾਮ ਜਪਤ ਅਗਨਤ ਅਨੇਕ ਹੈ। ਉਹ ਇੱਕ ਅਕਾਲ ਪੁਰਖ ਦਾ, ਵਾਹਿਗੁਰੂ ਦਾ ਨਾਮ ਬਹੁਤ ਅਣਗਿਣਤ ਜਪ ਰਹੇ ਆ, ਅਨੇਕਾਂ ਹੀ ਜਪ ਰਹੇ ਆ, ਅਲੱਗ-ਅਲੱਗ ਤਰੀਕੇ ਨਾਲ ਜਪ ਰਹੇ ਆ। ਸਾਰੇ ਰੱਬ ਨੂੰ ਪਾਉਣਾ ਚਾਹੁੰਦੇ ਆ, ਹਨਾ। ਪਰ ਮੈਂ ਵੀ ਉਸ ਵਾਹਿਗੁਰੂ ਦਾ ਨਾਮ ਸਿਮਰਾਂ ਜਿਹੜਾ ਮੈਨੂੰ ਗੁਰੂ ਸਾਹਿਬ ਨੇ ਕਿਹਾ ਆ ਕਿ ਮੇਰੇ ਅੰਦਰੋਂ ਜਿਹੜੀ ਮੈਲ ਆ ਉਹ ਖਤਮ ਕਰ ਦਊਗਾ। ਉਹ ਵਾਹਿਗੁਰੂ ਨਾਮ, ਉਹ ਸਿਮਰਨ ਕੀਤਿਆਂ ਮੇਰੇ ਅੰਦਰੋਂ ਜਿੰਨੀ ਵੀ ਮੈਲ ਸੀ ਉਹ ਖਤਮ ਹੋ ਜਾਊਗੀ। ਇਹ ਮੈਨੂੰ ਗੁਰੂ ਸਾਹਿਬ ਨੇ ਕਿਹਾ ਆ। ਵੇਦ ਪੁਰਾਨ ਸਿਮਰਤ ਸੁਦਾਖਰ ਕੀਨੇ, ਰਾਮ ਨਾਮ ਇੱਕ ਆਖਰ। ਵੇਦਾਂ ਪੁਰਾਣਾਂ ਨੇ ਵੀ ਇਹ ਗੱਲ ਕਹੀ ਆ। ਉਹਨਾਂ ਦੇ ਵੀ ਕਹਿਣ ਦੇ ਵਿੱਚ ਇਹੀ ਆ ਕਿ ਇਹ ਜਿਹੜੇ ਵਾਹਿਗੁਰੂ ਦਾ ਨਾਮ ਆ, ਇਹ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਜੇ ਇਹ ਪਵਿੱਤਰ ਨਾਮ ਆ ਤੇ ਇਹਨੇ ਅੰਦਰੋਂ ਵੀ ਆਪਾਂ ਨੂੰ ਪਵਿੱਤਰ ਕਰ ਦੇਣਾ ਆ। ਪਰ ਉਹਦੇ ਵਾਸਤੇ ਆਪਾਂ ਨੂੰ ਕਰਨਾ ਕੀ ਪਊਗਾ? ਆਪਾਂ ਨੂੰ ਗੁਰੂ ਸਾਹਿਬ ਦਾ ਨਾਮ ਜਪਣਾ ਪਊਗਾ। ਹੁਣ ਅੱਗੇ ਵੀ ਗੁਰੂ ਸਾਹਿਬ ਨੇ ਇਹੀ ਕਿਹਾ, ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਣਕਾ ਵੀ, ਥੋੜਾ ਜਿੰਨਾ ਵੀ ਆਪਣੇ ਅੰਦਰ ਨਾਮ ਵਸ ਗਿਆ ਨਾ, ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਮੰਨ ਲਓ ਵਾਹਿਗੁਰੂ ਬੋਲਿਆ ਆ ਬੈਠ ਕੇ,
ਸੁਰਤੀ ਲਾਈ ਆ, ਅੰਦਰ ਇੱਕ ਵਾਰੀ ਵੀ ਵਾਹਿਗੁਰੂ ਚੱਲ ਪਿਆ, ਅੰਦਰੋਂ ਸੋਝੀ ਆ ਗਈ, ਉਦੋਂ ਹੀ ਸਮਝ ਪੈ ਜਾਣੀ ਹੈ ਇਸ ਗੱਲ ਦੀ ਕਿ ਵਾਹਿਗੁਰੂ ਨਾਮ ਕਿੰਨਾ ਕੀਮਤੀ ਆ ਤੇ ਉਹਦੀ ਵਡਿਆਈ ਕੋਈ ਵੀ ਨਹੀਂ ਦੱਸ ਸਕਦਾ। ਕਿਣਕਾ ਮਤਲਬ ਇੱਕ ਵਾਰੀ ਵਾਹਿਗੁਰੂ ਜੇ ਆਪਾਂ ਅੰਦਰੋਂ ਸੁਣ ਲਿਆ, ਇੱਕ ਕਿਣਕਾ ਵੀ ਜੇ ਆਪਣੇ ਅੰਦਰ ਵਸ ਗਿਆ, ਉਹ ਜਪ ਕੇ ਹੀ ਵਸੂਗਾ। ਜਿਹਦੇ ਵੀ ਵਸ ਗਿਆ, ਉਹਦੀ ਮੰਨ ਲਓ ਉਹਦੀ ਵਡਿਆਈ ਦੱਸੀ, ਉਹਦੀ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਉਹ ਕਿੱਡੀ ਵੱਡੀ ਅਵਸਥਾ ਆ ਜਦੋਂ ਆਪਾਂ ਨੂੰ ਅੰਦਰੋਂ ਸਮਝ ਪੈ ਗਈ ਨਾਮ ਬਾਰੇ। ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਵੀ ਜਿਹੜਾ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਚਾਹਵਾਨ, ਕਾਂਖੀ ਇੱਕ ਹੈ ਦਰਸ ਤੁਹਾਰੋ, ਵੀ ਜਿਹੜੇ ਵੀ ਇੱਕ ਦਰਸ਼ਨਾਂ ਦੇ ਚਾਹਵਾਨ ਆ ਨਾ ਗੁਰੂ ਸਾਹਿਬ ਜੀ ਤੁਹਾਡੇ, ਨਾਨਕ ਉਨ ਸੰਗ ਮੋਹਿ ਉਦਾਰੋ, ਵੀ ਉਹਨਾਂ ਦੀ ਸੰਗਤ ਦੇ ਵਿੱਚ ਰੱਖੋ ਮੈਨੂੰ, ਕਿਉਂਕਿ ਉਹਨਾਂ ਦੇ ਨਾਲ ਰਹਿ ਕੇ ਮੈਂ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ, ਮੈਂ ਵੀ ਬਚ ਸਕਦਾ ਹਾਂ। ਹੁਣ ਜਿਨ੍ਹਾਂ ਦੇ ਅੰਦਰ ਚਾਹ ਆ ਕਿ ਮੈਂ ਗੁਰੂ ਸਾਹਿਬ ਨੂੰ ਮਿਲਣਾ ਆ, ਗੁਰੂ ਸਾਹਿਬ ਦੀ ਪ੍ਰਾਪਤੀ ਹੋਣੀ ਚਾਹੀਦੀ ਆ, ਮੈਂ ਜਿਉਂਦੇ ਜੀ ਸੱਚਖੰਡ ਜਾਣਾ ਆ, ਜਿਨ੍ਹਾਂ ਨੇ ਇਹ ਸੋਚ ਰੱਖੀ ਹੋਈ ਆ, ਉਹ ਕਿੰਨੀ ਭਗਤੀ ਕਰਦੇ ਹੋਣੇ ਆ। ਅਸਲ ਦੇ ਵਿੱਚ ਸਿਰਫ ਉੱਪਰੋਂ ਉੱਪਰੋਂ ਨਹੀਂ, ਅਸਲ ਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਬੋਲੀ ਹੋਣੀ ਆ ਕਿ ਗੁਰੂ ਸਾਹਿਬ ਜੀ ਮੈਨੂੰ ਤੁਹਾਡੇ ਦਰਸ਼ਨ ਚਾਹੀਦੇ ਆ, ਉਹਨਾਂ ਦੀ ਅਵਸਥਾ ਕੀ ਹੋਣੀ ਆ। ਜੇ ਉਹਨਾਂ ਦੇ ਨਾਲ ਆਪਾਂ ਬੈਠਾਂਗੇ, ਉਹਨਾਂ ਦੀ ਸੰਗਤ ਕਰਾਂਗੇ, ਤੇ ਆਪਣਾ ਵੀ ਸੁਭਾਅ ਉਦਾਂ ਦਾ ਹੀ ਬਣਦਾ ਜਾਊਗਾ, ਕਿਉਂਕਿ ਸੰਗਤ ਦਾ ਅਸਰ ਪੈਣਾ ਹੀ ਪੈਣਾ ਆ ਆਪਣੇ ਤੇ। ਜੇ ਉਹ ਨਾਮ ਜਪ ਰਹੇ ਆ, ਉਹਨਾਂ ਦੇ ਅੰਦਰ ਇੰਨੀ ਭਾਵਨਾ ਆ ਗੁਰਮੁਖ ਪਿਆਰਿਆਂ ਦੇ ਵਿੱਚ, ਤਾਂ ਆਪਾਂ ਉਹਨਾਂ ਦੇ ਨਾਲ ਬੈਠ ਕੇ ਆਪਣੇ ਅੰਦਰ ਵੀ ਵਾਹਿਗੁਰੂ ਚੱਲਣਾ ਸ਼ੁਰੂ ਹੋ ਜਾਣਾ। ਕਹਿੰਦੇ ਆ ਨਾ, ਜਿਨੇ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵੈਰਾਗ, ਜਿਨੇ ਕਿਨੇ ਵੀ ਪਾਇਆ ਆ ਨਾ ਗੁਰੂ ਸਾਹਿਬ ਨੂੰ, ਉਹ ਸੰਗਤ ਦੇ ਵਿੱਚ ਬੈਠ ਕੇ ਪੂਰੇ ਵੈਰਾਗ ਦੇ ਵਿੱਚ ਪਾਇਆ ਹੈ। ਇਸੇ ਲਈ ਸੰਗਤ ਇੱਥੇ ਬਹੁਤ ਜ਼ਰੂਰੀ ਆ। ਜੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ, ਜੇ ਆਪਾਂ ਆਪਦੇ ਆਪ ਨੂੰ ਇਸ ਸੰਸਾਰ ਸਮੁੰਦਰ ਤੋਂ ਬਚਾਉਣਾ ਆ, ਇਸ ਪਾਪਾਂ ਭਰੀ ਦੁਨੀਆ ਤੋਂ ਬਚਾਉਣਾ ਆ, ਤੇ ਆਪਾਂ ਇਸ ਭੈੜੀ ਮੱਤ ਤੋਂ ਉੱਪਰ ਨਿਕਲਣਾ ਆ, ਸਰੀਰ ਤੋਂ ਉੱਪਰ ਉੱਠਣਾ ਆ, ਅਗਿਆਨਤਾ ਤੋਂ ਉੱਪਰ ਉੱਠਣਾ ਆ, ਤੇ ਆਪਾਂ ਨੂੰ ਸੰਗਤ ਦਾ ਸਾਥ ਚਾਹੀਦਾ ਆ। ਸੰਗਤ ਦੇ ਵਿੱਚ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਹੈ ਕਿ ਗੁਰੂ ਸਾਹਿਬ ਜੀ ਮੈਨੂੰ ਵੀ ਉਸ ਸੰਗਤ ਦੇ ਵਿੱਚ ਰੱਖੋ, ਜਿੱਥੇ ਬੈਠ ਕੇ ਸਿਰਫ ਤੇ ਸਿਰਫ ਮੈਂ ਤੁਹਾਡਾ ਨਾਮ ਜਪ ਸਕਦਾ ਹਾਂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਹੁਣ ਕਿੰਨੀ ਵਾਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਆ, ਕਿੰਨੀ ਬਾਣੀ ਪੜ੍ਹੀ ਆ ਸੁਖਮਨੀ ਸਾਹਿਬ ਦੀ। ਹੁਣ ਉਹਦੇ ਵਿੱਚ ਕੀ ਆ, ਆਪਾਂ ਫਟਾਫਟ ਪੜ੍ਹ ਕੇ ਆਪਾਂ ਛੱਡ ਦਿੰਨੇ ਆ, ਪਰ ਇਹਦੇ ਵਿੱਚ ਅਸਲੀ ਜੀਵਨ ਜਾਂਚ ਦੱਸੀ ਗਈ ਆ, ਜੇ ਆਪਾਂ ਉਹਨੂੰ ਵਿਚਾਰ ਕੇ ਵੇਖੀਏ। ਬਾਣੀ ਪੜ੍ਹਦੇ ਆ, ਬਹੁਤ ਵਧੀਆ ਗੱਲ ਆ ਵਾਹਿਗੁਰੂ, ਪਰ ਉਸ ਬਾਣੀ ਨੂੰ ਵਿਚਾਰਨਾ ਵੀ ਆ। ਜਿਵੇਂ ਕੋਈ ਅੱਖਰ, ਜਿਵੇਂ ਕੋਈ ਲਾਈਨ ਪੜ੍ਹ ਲਈ ਆਪਾਂ, ਉਹਦਾ ਮਤਲਬ ਆਪਾਂ ਨੂੰ ਨਹੀਂ ਪਤਾ, ਉਹ ਲਾਈਨ ਪੜ੍ਹੀ ਦਾ ਫਾਇਦਾ ਕੀ ਹੋਇਆ। ਇਸੇ ਤਰੀਕੇ ਨਾਲ ਇਹ ਬਾਣੀ ਪੜ੍ਹੀ ਦਾ ਤਾਂ ਫਾਇਦਾ ਆ ਜੇ ਇਹਨੂੰ ਵਿਚਾਰ ਕੇ ਪੜ੍ਹ ਰਹੇ ਆ, ਜੇ ਇਹ ਅੰਦਰ ਵਸ ਰਹੀ ਆ, ਇਹਦੇ ਕਰਕੇ ਆਪਣੇ ਜੀਵਨ 'ਚ ਤਬਦੀਲੀ ਆ ਰਹੀ ਆ, ਆਪਣਾ ਜੀਵਨ ਸੁਧਰ ਰਿਹਾ ਆ, ਸੁਚੱਜਾ ਬਣ ਰਿਹਾ ਆ, ਤਾਂ ਇਹਦਾ ਫਾਇਦਾ ਆ। ਜੇ ਤਾਂ ਆਪਾਂ ਸਿਰਫ ਉੱਪਰੋਂ ਉੱਪਰੋਂ ਕਰੀ ਜਾਂਦੇ ਆ ਕਿ ਰੱਬ ਨੂੰ ਮਿਲ ਰਹੇ ਆ ਬਾਣੀ ਪੜ੍ਹ ਕੇ, ਏਦਾਂ ਨਹੀਂ ਮਿਲ ਹੋਣਾ। ਇਹ ਬਾਣੀ ਪੜ੍ਹ ਕੇ ਨਹੀਂ, ਬਾਣੀ ਮੰਨ ਕੇ ਮਿਲਿਆ ਜਾਣਾ ਆ, ਬਾਣੀ ਨੂੰ ਮੰਨ ਕੇ, ਆਪਦੇ ਜੀਵਨ ਦੇ ਵਿੱਚ ਮੰਨ ਕੇ। ਹੁਣ ਇਹਨੂੰ ਇੱਕ ਵਾਰੀ ਜਿਨ੍ਹਾਂ ਨੇ ਵੀ ਵਾਹਿਗੁਰੂ, ਸਭ ਨੇ ਕੀਤਾ ਹੋ ਸੁਖਮਨੀ ਸਾਹਿਬ ਦਾ ਪਾਠ, ਪਰ ਅੱਜ ਤੋਂ ਆਪਾਂ ਇਹਨੂੰ ਵਿਚਾਰਨਾ ਸ਼ੁਰੂ ਕਰਨਾ, ਵਿਚਾਰ ਸੁਣਨੀ ਸ਼ੁਰੂ ਕਰਨੀ। ਜਿਹਨਾਂ ਨੂੰ ਕਰਨੀ ਨਹੀਂ ਆਉਂਦੀ, ਉਹ ਸੁਣਨੀ ਸ਼ੁਰੂ ਕਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਕੀ ਆ, ਸੁੱਖਾਂ ਦੀ ਮਣੀ ਆ। ਕਿ ਅੰਮ੍ਰਿਤ ਪ੍ਰਭ ਨਾਮ, ਜਿਹੜਾ ਵਾਹਿਗੁਰੂ ਦਾ ਨਾਮ ਆ, ਉਹ ਆਪਾਂ ਨੂੰ ਅੰਮ੍ਰਿਤ ਦਿੰਦਾ ਆ, ਮਤਲਬ ਅਮਰ ਕਰ ਦਿੰਦਾ ਆ, ਆਪਾਂ ਨੂੰ ਮਰਨ ਨਹੀਂ ਦਿੰਦਾ। ਕਿਵੇਂ? ਸਰੀਰ ਨੇ ਤਾਂ ਇੱਕ ਦਿਨ ਮਰ ਜਾਣਾ ਆ, ਪਰ ਜਿਹੜੀ ਜੀਵਾਤਮਾ ਆ, ਉਹਨੂੰ ਖੁਰਾਕ ਦਿੰਦਾ ਆ ਵਾਹਿਗੁਰੂ ਨਾਮ। ਸੰਗਤ, ਬਾਣੀ ਦੀ ਵਿਚਾਰ, ਸੰਗਤ ਦੀ ਚਰਨ ਧੂੜ, ਇਹ ਚੀਜ਼ਾਂ ਆਪਣੀ ਜੀਵਾਤਮਾ ਨੂੰ ਕੀ ਦਿੰਦੀਆਂ ਨੇ? ਅੰਮ੍ਰਿਤ ਦਿੰਦੀਆਂ ਨੇ, ਅਮਰ ਕਰ ਦਿੰਦੀਆਂ ਨੇ। ਤੇ ਵਾਹਿਗੁਰੂ ਦਾ ਨਾਮ ਆਪਾਂ ਨੂੰ ਅਮਰ ਕਰਨ ਵਾਲਾ ਆ, ਤੇ ਆਪਣੇ ਵਾਸਤੇ ਸੁੱਖਾਂ ਦੀ ਮਣੀ ਆ, ਸਾਰੇ ਸੁੱਖ ਦੇਣ ਵਾਲੀ ਆ। ਭਗਤ ਜਨਾ ਕੇ ਮਨ ਵਿਸਰਾਮ,
ਹੁਣ ਗੁਰੂ ਸਾਹਿਬ ਕਹਿੰਦੇ ਉਹ ਜਿਹੜਾ ਅਮਰ ਹੁੰਦਾ ਆ, ਉਹ ਸੁੱਖਾਂ ਦੀ ਮਣੀ ਆ, ਕਿਹਨੂੰ ਮਿਲਦੀ ਆ? ਉਹ ਟਿਕਾਣਾ ਸਿਰਫ ਤੇ ਸਿਰਫ ਇੱਕ ਭਗਤ ਜਨਾਂ ਦੇ ਅੰਦਰ ਵਸਦਾ ਆ। ਮਨ ਵਿਸਰਾਮ, ਮਨ ਦੇ ਵਿੱਚ ਵਸਦਾ ਆ। ਉੱਥੇ ਹੀ ਉਹਦਾ ਟਿਕਾਣਾ ਆ। ਭਗਤ ਕੌਣ ਨੇ? ਜਿਹੜੇ ਭਗਤੀ ਕਰਦੇ ਆ, ਜਿਹੜੇ ਇੱਕ ਵਾਹਿਗੁਰੂ ਨਾਮ ਦੇ ਨਾਲ ਜੁੜੇ ਹੋਏ। ਇਹ ਆ ਪੂਰੀ ਸੁਖਮਨੀ ਸਾਹਿਬ ਦੇ ਵਿੱਚ ਜਿਹੜੀ ਇੱਕ ਰਹਾਉ ਦੀ ਤੁਕ ਆ, ਉਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਡੂੰਘਾਈ ਦੇ ਵਿੱਚ ਇਹ ਗੱਲ ਸਮਝਾਈ ਆ ਕਿ ਜਿਹੜੇ ਭਗਤੀ ਕਰਦੇ ਆ, ਭਗਤ ਨੇ, ਉਹਨਾਂ ਦੇ ਅੰਦਰ ਇਹ ਸੁੱਖਾਂ ਦੀ ਮਣੀ ਵਸਦੀ ਆ, ਉਹਨਾਂ ਨੂੰ ਮਿਲਦੀ ਆ, ਉਹ ਅਮਰ ਹੋ ਜਾਂਦੇ ਨੇ। ਤੇ ਹੁਣ ਇੱਥੇ ਵੇਖੀਏ ਕਿ ਆਪਾਂ ਜਿੰਨੇ ਵੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਆ, ਉਹਨਾਂ ਦੇ ਨਾਲ ਆਪਾਂ ਨੂੰ ਕਿੰਨੇ ਕੁ ਸੁੱਖ ਮਿਲੇ ਆ ਤੇ ਆਪਾਂ ਕਿੰਨੇ ਕੁ ਅਮਰ ਹੋ ਗਏ ਆ। ਕੀ ਆਪਾਂ ਮਰ ਰਹੇ ਆ? ਕੀ ਆਪਣੇ ਅੰਦਰ ਵਿਕਾਰ ਹਜੇ ਵੀ ਹੈਗੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਤੇਰ ਮੇਰ। ਕੀ ਆਪਾਂ ਕਿਸੇ ਨਾਲ ਈਰਖਾ ਨਹੀਂ ਕਰਦੇ? ਕੀ ਆਪਾਂ ਕਿਸੇ ਨੂੰ ਵੇਖ ਕੇ ਮੱਥੇ ਤੇ ਤਿਉੜੀ ਪਾ ਲੈਂਦੇ ਆ? ਇਹ ਸਵਾਲ ਸਾਰੇ ਆਪਣੇ ਆਪ ਨੂੰ ਪੁੱਛਣੇ ਆ ਕਿ ਮੈਂ ਸੱਚਮੁੱਚ ਉਹ ਸੁੱਖਾਂ ਦੀ ਮਣੀ ਨੂੰ ਲੈ ਰਿਹਾ ਆ ਕਿ ਨਹੀਂ ਲੈ ਰਿਹਾ। ਇਸੇ ਤਰੀਕੇ ਨਾਲ ਗੁਰੂ ਸਾਹਿਬ ਕਹਿੰਦੇ ਤੂੰ ਭਗਤ ਬਣ ਜਾ, ਤੇਰੇ ਮਨ ਦੇ ਵਿੱਚ ਉਹਦਾ ਟਿਕਾਣਾ ਹੋ ਜਾਊ, ਕਿਹਦਾ? ਸੁੱਖਾਂ ਦੀ ਮਣੀ ਦਾ, ਜਿਹੜੇ ਤੈਨੂੰ ਹਮੇਸ਼ਾ ਹਰ ਵੇਲੇ ਸਿਰਫ ਖੁਸ਼ੀਆਂ, ਸਿਰਫ ਸੁੱਖ ਹੀ ਦੇ ਸਕਦਾ ਹੈ। ਗੁਰੂ ਸਾਹਿਬ ਨਾਲ ਮਿਲਾਪ ਕਰਵਾ ਸਕਦੇ ਆ। ਰੱਬ ਕਿਆ ਸਿਮਰਨ ਗਰਬ ਨਾ ਵਸੈ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਨਾ, ਉਹ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ, ਆਪਦੇ ਅੰਦਰ ਵਸਾਉਣ ਦੇ ਨਾਲ, ਉਹ ਵਾਹਿਗੁਰੂ ਬੋਲਣਾ ਉਹਨੂੰ ਕੰਨਾਂ ਦੇ ਨਾਲ ਸੁਣਨਾ ਆ, ਅੱਖਾਂ ਬੰਦ ਕਰਕੇ। ਜਦੋਂ ਉਹ ਵਾਹਿਗੁਰੂ ਨਾਮ ਅੰਦਰ ਜਾਊਗਾ, ਗਰਭ ਨਾ ਵਸੈ, ਫਿਰ ਆਪਾਂ ਮਾਂ ਦੇ ਪੇਟ ਵਿੱਚ ਜਨਮ ਮਰਨ ਦੇ ਗੇੜ ਦੇ ਵਿੱਚ ਕਦੇ ਵੀ ਨਹੀਂ ਆ ਸਕਦੇ। ਰੱਬ ਕੈ ਸਿਮਰਨ ਦੁਖ ਜਮ ਨਾ ਸਹਿ। ਕਿ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਜਿਹੜੇ ਜਮਾਂ ਦਾ ਡਰ, ਉਹ ਕੀ ਆ, ਦੂਰ ਹੋ ਜਾਂਦਾ ਆ। ਜਮਾਂ ਦਾ ਡਰ ਕਿਹਨੂੰ ਹੁੰਦਾ ਆ? ਕਿ ਮੈਂ ਮਰ ਜਾਣਾ ਆ। ਬੰਦਾ ਮਾਇਆ ਹੀ ਇਕੱਠੀ ਕਰਦਾ ਰਹਿੰਦਾ ਆ। ਮੈਂ ਮਾਇਆ ਇਕੱਠੀ ਕਰਨੀ ਆ, ਮੈਂ ਆਹ ਕੰਮ ਕਰ ਲਵਾਂ, ਆਹ ਕੰਮ ਨਿਬੇੜ ਲਵਾਂ, ਆਪਦੇ ਘਰਦਿਆਂ ਦੀ FD ਕਰਾ ਦੇਵਾਂ, ਇੰਸ਼ੋਰੈਂਸ ਕਰਵਾ ਦੇਵਾਂ, ਕਿ ਕਿਤੇ ਮੈਂ ਜਿਸ ਦਿਨ ਮਰ ਗਿਆ ਨਾ, ਉਸ ਦਿਨ ਇਹਨਾਂ ਦਾ ਕੀ ਹੋਊਗਾ। ਇਹ ਨਹੀਂ ਸੋਚਦਾ ਜਦੋਂ ਮੈਂ ਮਰ ਗਿਆ ਮੇਰਾ ਕੀ ਹੋਣਾ ਹੈ। ਉਹਨੂੰ ਮੌਤ ਦਾ ਡਰ ਰਹਿੰਦਾ, ਤਾਂ ਉਹ ਸਾਰੇ ਕੰਮ ਸੋਚਦਾ ਆ ਮੈਂ ਨਿਬੇੜ ਕੇ ਜਾਵਾਂ। ਇੱਕ ਮੌਤ ਦਾ ਡਰ ਆ ਨਾ। ਪਰ ਜਿਹਨੂੰ ਅਸਲ ਦੇ ਵਿੱਚ ਗੁਰਬਾਣੀ ਦੀ, ਨਾਮ ਦੀ ਸਮਝ ਪੈ ਗਈ, ਉਹਨੂੰ ਸਮਝ ਪੈ ਜਾਣੀ ਹੈ ਕਿ ਸਿਰਫ ਮੇਰਾ ਸਰੀਰ ਹੀ ਮਰਨਾ ਆ, ਮੈਂ ਨਹੀਂ ਮਰਨਾ। ਜਿਹੜਾ ਮੈਨੂੰ ਸਰੀਰ ਦਿੱਤਾ ਕੁਝ ਸਮੇਂ ਵਾਸਤੇ, ਕਾਹਦੇ ਵਾਸਤੇ ਦਿੱਤਾ ਆ? ਗੁਰਸੇਵਾ ਤੇ ਭਗਤ ਕਮਾਈ ਤਬੈ ਮਾਨਸ ਦੇਹੀ ਪਾਈ। ਗੁਰਸਬ ਦੀ ਸੇਵਾ ਤੇ ਭਗਤੀ ਵਾਸਤੇ ਮੈਨੂੰ ਇਹ ਦੇਹ ਮਿਲੀ ਆ, ਤੇ ਓਨੇ ਟਾਈਮ ਵਾਸਤੇ ਹੀ ਮਿਲੀ ਆ ਜਿੰਨੇ ਟਾਈਮ ਵਾਸਤੇ ਗੁਰਸਬ ਨੇ ਆਪਣਾ ਟਾਈਮ ਲਿਖਿਆ ਆ। ਮੰਨ ਲਓ 70 ਸਾਲ ਆ, 50 ਸਾਲ ਆ, 20 ਸਾਲ ਆ, 100 ਸਾਲ ਆ, ਜਿੰਨੀ ਮਰਜ਼ੀ ਲਿਖਿਆ ਉਹਦੇ ਵਿੱਚ ਹੀ ਭਗਤੀ ਕਰਨੀ ਆ। ਜਿੰਨੇ ਟਾਈਮ ਇਹ ਸਰੀਰ ਆ, ਓਨਾ ਟਾਈਮ ਹੀ ਆਪਾਂ ਭਗਤੀ ਕਰ ਸਕਦੇ ਹਾਂ। ਜਿਸ ਦਿਨ ਵੀ ਇਹ ਖਤਮ ਹੋ ਗਿਆ, ਜੀਵਾਤਮਾ ਦੇ ਵਿੱਚੋਂ ਨਿਕਲ ਗਈ, ਆਪਾਂ ਭਗਤੀ ਨਹੀਂ ਕਰ ਸਕਦੇ। ਭਗਤੀ ਸਿਰਫ ਤੇ ਸਿਰਫ ਇੱਕ ਸਰੀਰ ਦੇ ਵਿੱਚ ਰਹਿ ਕੇ ਹੋਣੀ ਹੈ। ਤੇ ਜਦੋਂ ਸਿਮਰਨ ਕਰਨਗੇ, ਜੋ ਵੀ ਜੀਵ ਸਿਮਰਨ ਕਰੂਗਾ, ਵਾਹਿਗੁਰੂ ਬੋਲੂਗਾ, ਉਹਨੂੰ ਆਪਦੇ ਅੰਦਰ ਵਸਾਊਗਾ, ਉਹਨੂੰ ਮਰਨ ਦਾ ਡਰ ਰਹਿਣਾ ਹੀ ਨਹੀਂ, ਕਿਉਂਕਿ ਉਹਨੂੰ ਅਸਲ ਸਮਝ ਪੈ ਜਾਣੀ ਹੈ। ਰੱਬ ਕੇ ਸਿਮਰਨ ਕਾਲ ਪਰ ਹਰੈ। ਮੌਤ ਦਾ ਡਰ ਹੀ ਨਹੀਂ ਰਹੂਗਾ। ਬੰਦਾ ਮੌਤ ਤੋਂ ਹੀ ਡਰਦਾ ਆ ਕਿ ਮੈਂ ਕਿਤੇ ਮਰ ਨਾ ਜਾਵਾਂ। ਬਾਹਰ ਮੰਨ ਲਓ ਕਿਸੇ ਨੇ ਮਾੜਾ ਜਿਹਾ ਧੱਕਾ ਮਾਰਤਾ ਤੇ ਆਪਾਂ ਡਿੱਗਣ ਵਾਲੇ ਸੀ, ਬੰਦੇ ਨੂੰ ਡਰ ਪੈ ਜਾਂਦਾ ਹੈ, ਇੱਕ ਡਰ ਜਾਂਦਾ ਆ ਬੰਦਾ ਕਿ ਮੈਂ ਮਰਨ ਤਾਂ ਨਹੀਂ ਵਾਲਾ ਸੀ ਕਿਤੇ। ਮਤਲਬ ਮੌਤ ਦਾ ਡਰ ਰਹਿੰਦਾ। ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਸਿਮਰਨ ਕਰਦਾ, ਉਹਨੂੰ ਮੌਤ ਦਾ ਵੀ ਡਰ ਨਹੀਂ ਰਹਿੰਦਾ, ਪਰੇ ਹੋ ਜਾਂਦਾ ਆ। ਰੱਬ ਕੈ ਸਿਮਰਨ ਦੁਸ਼ਮਨ ਟਰੈ। ਆਪਾਂ ਕਿੰਨੇ ਦੁਸ਼ਮਣ ਬਣਾਏ ਹੋਏ ਆ ਆਪਦੇ ਅੰਦਰ, ਵਿਕਾਰਾਂ ਰੂਪੀ ਜਿਹੜੇ ਆਪਣੇ ਦੁਸ਼ਮਣ ਨੇ, ਜਿਹੜੇ ਆਪਾਂ ਨੂੰ ਹਮੇਸ਼ਾ ਨੁਕਸਾਨ ਹੀ ਪਹੁੰਚਾਉਂਦੇ ਆ। ਗੁੱਸਾ ਕਰੇ ਦਾ ਅੱਜ ਤੱਕ ਕਿਸੇ ਦਾ ਫਾਇਦਾ ਹੋਇਆ ਆ? ਗੁੱਸਾ ਕਰੇ ਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਫਸਿਆਂ ਦਾ ਆਪਣਾ ਕਦੇ ਵੀ ਭਲਾ ਨਹੀਂ ਹੋਇਆ। ਤੇ ਇਹ ਕੀ ਆ? ਆਪਣੇ ਦੁਸ਼ਮਣ ਨੇ, ਜਿਹੜਾ ਆਪਣਾ ਹਮੇਸ਼ਾ ਨੁਕਸਾਨ ਕਰਦੇ ਨੇ। ਈਰਖਾ ਕਰੇ ਤੇ, ਠੱਗੀ ਠੋਰੀ ਕਰੇ ਤੇ, ਚਿੰਤਾ ਫਿਕਰ ਕਰੇ ਤੇ ਆਪਣਾ ਕਦੇ ਵੀ ਭਲਾ ਨਹੀਂ ਹੋ ਸਕਦਾ। ਇਹ ਜਿਹੜੇ ਸਾਰੇ ਵਿਕਾਰ ਨੇ, ਇਹ ਦੁਸ਼ਮਣ ਟਰੈ, ਟਲ ਜਾਣਗੇ, ਖਤਮ ਹੋ ਜਾਣਗੇ। ਮਤਲਬ ਇਹ ਆਪਾਂ ਨੂੰ ਤੰਗ ਨਹੀਂ ਕਰ ਸਕਦੇ। ਕਿਵੇਂ?
ਜਦੋਂ ਆਪਾਂ ਉਸ ਵਾਹਿਗੁਰੂ ਸਿਮਰਨ ਦੇ ਨਾਲ ਜੁੜ ਜਾਵਾਂਗੇ, ਉਹ ਵਾਹਿਗੁਰੂ ਸਿਮਰਨ ਕਰਾਂਗੇ, ਫਿਰ ਕੀ ਆ, ਆਪਾਂ ਆਪਣੇ ਉਹ ਦੁਸ਼ਮਣ ਆ ਨਾ ਜਿਹੜੇ, ਉਹ ਆਪਣੇ ਨੇੜੇ ਨਹੀਂ ਲੱਗ ਸਕਦੇ, ਆਪਣੇ ਕਾਬੂ ਦੇ ਵਿੱਚ ਆ ਜਾਣਗੇ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੇ। ਵਾਹਿਗੁਰੂ ਦਾ ਸਿਮਰਿਆ, ਵਾਹਿਗੁਰੂ ਦਾ ਨਾਮ ਸਿਮਰਿਆ, ਸਿਮਰਨ ਕੀਤਿਆਂ ਕਛ ਬਿਘਨ ਨਾ ਲਾਗੇ। ਆਪਾਂ ਨੂੰ ਜ਼ਿੰਦਗੀ ਦੇ ਰਾਹ ਦੇ ਵਿੱਚ ਕਿੰਨੀਆਂ ਰੁਕਾਵਟਾਂ ਆਉਂਦੀਆਂ ਨੇ, ਗੁਰੂ ਸਾਹਿਬ ਕਹਿੰਦੇ ਤੈਨੂੰ ਕੋਈ ਰੁਕਾਵਟ ਨਹੀਂ ਪੈਂਦੀ, ਤੈਨੂੰ ਕੋਈ ਰੁਕਾਵਟ ਪੈ ਹੀ ਨਹੀਂ ਸਕਦੀ। ਕਹਿੰਦੇ ਆ ਮਾਇਆ ਪੈਂਦੀ ਆ, ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਜੀਵਨ ਨਹੀਂ ਬਣ ਰਿਹਾ, ਰੱਬ ਨੂੰ ਨਹੀਂ ਮਿਲ ਹੋ ਰਿਹਾ, ਜਾਂ ਘਰ ਪਰਿਵਾਰ ਦੇ ਵਿੱਚ ਕਲੇਸ਼ ਆ। ਗੁਰੂ ਸਾਹਿਬ ਕਹਿੰਦੇ ਸਿਮਰਨ ਕੀਤਿਆਂ ਸਭ ਔਕੜਾਂ, ਸਭ ਰੁਕਾਵਟਾਂ ਠੀਕ ਹੋ ਜਾਣੀਆਂ ਨੇ। ਆਪਣਾ ਸੁਭਾਅ ਗੁਰੂ ਨਾਨਕ ਵਰਗਾ ਬਣ ਜਾਣਾ ਆ। ਤੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਕਿਉਂਕਿ ਜਿਹੜਾ ਸਿਮਰਨ ਕਰਦਾ ਆ ਨਾ, ਜਿਹੜਾ ਵੀ ਮਨੁੱਖ ਵਾਹਿਗੁਰੂ ਦਾ ਨਾਮ ਆਪਦੇ ਅੰਦਰ ਵਸਾਉਂਦਾ ਆ, ਅਨ ਦਿਨ ਜਾਗੈ, ਅਨ ਦਿਨ, ਦਿਨ ਰਾਤ ਉਹ ਜਾਗਦਾ ਰਹਿੰਦਾ ਆ। ਕਿਹਦੇ ਵੱਲੋਂ? ਵਿਕਾਰਾਂ ਵੱਲੋਂ, ਭੈੜੀ ਮੱਤ ਵੱਲੋਂ ਉਹ ਜਾਗਦਾ ਆ ਹਮੇਸ਼ਾ। ਕਦੇ ਵੀ ਉਹ ਇਸ ਵਿਕਾਰਾਂ ਦੇ ਵਿੱਚ ਉਲਝਦਾ ਨਹੀਂ, ਭਟਕਣਾ ਦੇ ਵਿੱਚ ਨਹੀਂ ਉਲਝਦਾ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਸੋਝੀ ਦੇਤੀ, ਉਹਨੂੰ ਸੋਝੀ ਪੈ ਗਈ ਕਿ ਮੇਰੇ ਲਈ ਕੀ ਸਹੀ ਹੈ ਤੇ ਕੀ ਗਲਤ ਆ। ਮਤਲਬ ਉਹਨੂੰ ਵਿਵੇਕ ਬੁੱਧ ਦਾ ਪਤਾ ਲੱਗ ਗਿਆ ਆ ਸਿਮਰਨ ਕਰਕੇ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਉਹਨੂੰ ਡਰ ਨਹੀਂ, ਜੀਵ ਉੱਤੇ ਡਰ ਨਹੀਂ ਪੈ ਸਕਦਾ, ਦਬਾਅ ਨਹੀਂ ਪੈ ਸਕਦਾ ਡਰ ਦਾ, ਉਹਨੂੰ ਡਰ ਨਹੀਂ ਲੱਗ ਸਕਦਾ। ਜਿਵੇਂ ਗੁਰੂ ਸਾਹਿਬ ਆ ਨਾ ਨਿਰਭਉ, ਗੁਰੂ ਸਾਹਿਬ ਨੂੰ ਕਿਸੇ ਦਾ ਡਰ ਨਹੀਂ ਆ। ਇਸੇ ਤਰੀਕੇ ਨਾਲ ਜਿਹੜਾ ਉਸ ਵਾਹਿਗੁਰੂ ਦਾ ਨਿਰਭਉ, ਵਾਹਿਗੁਰੂ ਦਾ ਨਾਮ ਜਪੂਗਾ, ਉਹ ਆਪ ਵੀ ਨਿਡਰ ਬਣ ਜਾਊਗਾ। ਪਰ ਸਿਮਰਨ ਕਰਨ ਦੇ ਨਾਲ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਆਪਾਂ ਨੂੰ ਕਿੰਨੇ ਦੁੱਖ ਨੇ ਦੁਨੀਆ ਦੇ ਵਿੱਚ, ਘਰ-ਬਾਰ ਦੇ ਵਿੱਚ, ਆਪਣੇ ਅੰਦਰ ਕਿੰਨੇ ਦੁੱਖ ਨੇ। ਗੁਰੂ ਸਾਹਿਬ ਕਹਿੰਦੇ ਸਾਰੇ ਖਤਮ ਹੋ ਜਾਣਗੇ, ਉਹ ਤੈਨੂੰ ਤੰਗ ਨਹੀਂ ਕਰ ਸਕਦੇ, ਪਰ ਜਦੋਂ ਤੂੰ ਸਿਮਰਨ ਕਰੇਗਾ। ਹੁਣ ਇੱਥੇ ਹਰ ਤੁਕ ਦੇ ਨਾਲ ਗੁਰੂ ਸਾਹਿਬ ਨੇ ਸਿਮਰਨ ਦੀ ਗੱਲ ਕੀਤੀ ਹੈ। ਕਿੰਨੀ ਵਾਰੀ ਬਾਣੀ ਪੜ੍ਹੀ ਆ, ਇੱਕ ਵਾਰੀ ਵਿਚਾਰ ਕੇ ਵੇਖ ਲਈਏ ਨਾ, ਤੇ ਉਹਨੂੰ ਮੰਨ ਕੇ ਵੇਖੀਏ, ਇੱਕ ਇੱਕ ਗੱਲ ਨੂੰ ਮੰਨ ਕੇ ਵੇਖੀਏ, ਇੱਕ ਇੱਕ ਤੁਕ ਦਾ ਪ੍ਰੈਕਟੀਕਲ ਆਪਣੇ ਨਾਲ ਹੋਊਗਾ, ਗੁਰੂ ਸਾਹਿਬ ਕਰਵਾਉਣਗੇ। ਤੇ ਜਿੰਨੀ ਵੀ ਸੰਗਤ ਬੈਠੀ ਆ ਨਾ, ਉਹਨਾਂ ਦੇ ਨਾਲ ਹੋਇਆ ਵੀ ਹੋਊਗਾ ਇਹਦੇ ਵਿੱਚ, ਕਿ ਆਪਾਂ ਨੂੰ ਮੌਤ ਦਾ ਡਰ ਨਹੀਂ ਆ, ਆਪਾਂ ਨੂੰ ਕਿਸੇ ਬੰਦੇ ਦਾ ਡਰ ਨਹੀਂ ਆ, ਆਪਾਂ ਨੂੰ ਕੋਈ ਦੁੱਖ ਨਹੀਂ ਆ ਅੰਦਰੋਂ। ਭਾਵੇਂ ਦੁੱਖ ਆ ਵੀ ਰਿਹਾ ਤਾਂ ਉਹ ਮਹਿਸੂਸ ਨਹੀਂ ਹੋ ਰਿਹਾ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਫਿਰ ਕੀ ਆ, ਜਿਹੜਾ ਵਾਹਿਗੁਰੂ ਆ ਨਾ, ਵਾਹਿਗੁਰੂ ਦਾ ਸਿਮਰਨ ਆ, ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਹੀ ਆਪਾਂ ਨੂੰ ਮਿਲਦਾ ਆ। ਸਾਧ ਕੈ ਸੰਗ, ਉਸ ਗੁਰਮੁਖਾਂ ਦੀ ਸੰਗਤ ਦੇ ਵਿੱਚ ਬਹਿ ਕੇ ਆਪਾਂ ਨੂੰ ਸਿਮਰਨ ਮਿਲਦਾ ਆ। ਮੰਨ ਲਓ ਕੋਈ ਵੀ ਜੁੜਿਆ ਆ ਨਾ ਸਿਮਰਨ ਦੇ ਨਾਲ, ਉਹਨੂੰ ਸੰਗਤ ਚੋਂ ਹੀ ਪਤਾ ਲੱਗਦਾ ਆ। ਕਿਸੇ ਗੁਰਮੁਖ ਪਿਆਰੇ ਨੇ ਹੀ ਦੱਸਿਆ ਹੁੰਦਾ ਆ ਕਿ ਹਾਂ ਵਾਹਿਗੁਰੂ ਸਿਮਰਨ ਦੇ ਨਾਲ ਜੁੜਨਾ ਆ, ਜੇ ਜਪੇਗਾ ਤੇ ਤੇਰੇ ਦੁੱਖ ਅੰਦਰੋਂ ਖਤਮ ਹੋ ਜਾਣਗੇ, ਤੂੰ ਰੱਬ ਨੂੰ ਮਿਲ ਜਾਏਗਾ, ਤੇਰਾ ਮਿਲਾਪ ਉਸ ਵਾਹਿਗੁਰੂ ਨਾਲ ਹੋ ਜਾਊਗਾ। ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਮੰਨ ਲਓ ਆਪਾਂ ਰੱਬ ਨੂੰ ਨਹੀਂ ਮਿਲ ਸਕਦੇ। ਇਹ ਗੱਲ ਹੈਗੀ ਆ ਵਾਹਿਗੁਰੂ ਕਿ ਸੰਗਤ ਦੇ ਵਿੱਚ ਬੈਠ ਕੇ ਜੇ ਨਾਮ ਜਪਾਂਗੇ ਨਾ, ਉਸ ਸੰਗਤ ਦੀ ਕਦਰ ਕਰਾਂਗੇ ਤੇ ਆਪਾਂ ਨੂੰ ਰੱਬ ਮਿਲ ਸਕਦਾ ਆ। ਸਰਬ ਨਿਧਾਨ ਨਾਨਕ ਹਰ ਰੰਗ, ਫੇਰ ਕੀ ਆ, ਇਸ ਸਰਬ ਨਿਧਾਨ ਆਪਾਂ ਕਿਹਨੂੰ ਖਜ਼ਾਨਾ ਸਮਝਦੇ ਆ? ਆਪਾਂ ਖਜ਼ਾਨਾ ਸਮਝਦੇ ਆ ਦੁਨਿਆਵੀ ਪੈਸੇ ਨੂੰ, ਆਪਣੇ ਘਰ ਪਰਿਵਾਰ ਨੂੰ, ਠੀਕ ਹੈ। ਪਰ ਗੁਰੂ ਸਾਹਿਬ ਕਹਿੰਦੇ ਸਰਬ ਨਿਧਾਨ, ਸਾਰੇ ਖਜ਼ਾਨੇ ਕੀ ਆ, ਨਾਨਕ ਹਰ ਰੰਗ, ਜਿਹੜਾ ਵੀ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਆ, ਵਾਹਿਗੁਰੂ ਦੇ ਨਾਮ ਦੇ ਵਿੱਚ, ਪਿਆਰ ਦੇ ਵਿੱਚ ਰੰਗਿਆ ਜਾਂਦਾ ਆ, ਉਹਨੂੰ ਦੁਨੀਆ ਦੇ ਸਾਰੇ ਖਜ਼ਾਨੇ ਉਸ ਸਿਮਰਨ ਦੇ ਵਿੱਚ ਹੀ ਲੱਗਦੇ ਆ। ਉਹਨੂੰ ਕੁਝ ਹੋਰ ਨਹੀਂ ਜ਼ਰੂਰੀ ਹੋ, ਉਹਨੂੰ ਵਾਹਿਗੁਰੂ ਦਾ ਸਿਮਰਨ ਜ਼ਰੂਰੀ ਹੋ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਹੁਣ ਕਿੰਨੀ ਦੁਨੀਆ ਰਿੱਧੀਆਂ ਸਿੱਧੀਆਂ ਪਾਉਣ ਵਾਸਤੇ ਜੰਗਲਾਂ ਦੇ ਵਿੱਚ ਗਈ ਆ, ਪਹਾੜਾਂ ਦੇ ਉੱਤੇ ਗਈ ਆ, ਭਗਤੀ ਕਰ ਰਹੀ ਆ, ਪੁੱਠੇ ਲਟਕ ਕੇ ਭਗਤੀ ਕਰ ਰਹੀ ਆ,
ਕਿ ਸਾਨੂੰ ਰਿੱਧੀਆਂ-ਸਿੱਧੀਆਂ ਮਿਲ ਜਾਣ, ਅਸੀਂ ਆਪਦੇ ਮਨ ਨੂੰ ਟਿਕਾ ਲਈਏ। ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਵੀ ਸਿਮਰਨ ਵਿੱਚ ਆਪਦਾ ਟਾਈਮ ਲਾਉਂਦਾ ਆ, ਸੁਰਤੀ ਲਾਉਂਦਾ ਆ, ਉਹ ਕੀ ਆ ਸਾਰੀਆਂ ਰਿੱਧੀਆਂ-ਸਿੱਧੀਆਂ, ਨੌ ਖਜ਼ਾਨੇ ਕੀ ਆ ਉਹਦੇ ਚਰਨਾਂ ਦੇ ਵਿੱਚ ਪਏ ਆ। ਉਹਨੂੰ ਸਭ ਕੁਝ ਮਿਲ ਜਾਂਦਾ ਆ। ਉਹਨੂੰ ਕਿਸੇ ਤੋਂ ਮੰਗਣ ਦੀ ਨੀ ਲੋੜ। ਉਹਨੇ ਕੀ ਕਰਨਾ ਆ, ਸਿਰਫ ਸਿਮਰਨ ਕਰਨਾ। ਇਹ ਨੀ ਹੈ ਕਿ ਆਪਾਂ ਰਿੱਧੀਆਂ-ਸਿੱਧੀਆਂ ਵਰਤਣੀਆਂ ਨੇ, ਪਰ ਗੱਲ ਇਹ ਆ ਕਿ ਉਹਦੇ ਚਰਨਾਂ 'ਚ ਬੈਠੀਆਂ ਹੁੰਦੀਆਂ ਨੇ ਰਿੱਧੀਆਂ-ਸਿੱਧੀਆਂ, ਇਹ ਨੌ ਖਜ਼ਾਨੇ। ਪਰ ਉਹ ਵਰਤਦਾ ਨਹੀਂ ਆ, ਉਹ ਭਾਣੇ ਦੇ ਵਿੱਚ ਤੁਰਦਾ ਆ ਕਿ ਜੋ ਗੁਰੂ ਸਾਹਿਬ ਕਰਦੇ ਆ, ਬਹੁਤ ਵਧੀਆ ਕਰਦੇ ਆ। ਬਸ ਇੱਕ ਗੁਰੂ ਸਾਹਿਬ ਨੇ ਕਿਹਾ ਆ ਕਿ ਦੱਸਿਆ ਆ ਕਿ ਤੇਰੇ ਚਰਨਾਂ ਦੇ ਵਿੱਚ ਪਈਆਂ ਨੇ, ਪਰ ਜਿਹਨੂੰ ਗੁਰੂ ਸਾਹਿਬ ਦੇ ਨਾਲ ਪਿਆਰ ਆ, ਉਹਨਾਂ ਨੂੰ ਵਰਤਦਾ ਨੀ ਹੈਗਾ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੀ ਆਪਾਂ ਨੂੰ ਅਸਲ ਗਿਆਨ ਮਿਲਣਾ ਆ। ਉਹਦੇ ਵਿੱਚ ਹੀ ਸੁਰਤ ਆਪਣੀ ਟਿਕਣੀ ਆ, ਉਹਦੇ ਵਿੱਚ ਹੀ ਟਿਕਾਉਣੀ ਆ। ਤਤ ਬੁੱਧ, ਆਪਾਂ ਨੂੰ ਮੂਲ ਵਾਹਿਗੁਰੂ ਦੀ ਸਮਝ ਵਾਲੀ ਬੁੱਧੀ ਮਿਲ ਜਾਣੀ ਆ। ਹੁਣ ਇੱਥੇ ਗੁਰੂ ਸਾਹਿਬ ਨੇ ਕਿਹਾ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਗਿਆਨ ਆ। ਹੁਣ ਕਿਵੇਂ? ਮੰਨ ਲਓ ਆਪਾਂ ਬਾਣੀ ਦੀ ਵਿਚਾਰ ਕਰੀ ਆ, ਕੋਈ ਤੁਕ ਪੜ੍ਹੀ ਆ, ਕੋਈ ਜੀਵਨ ਜਾਂਚ ਵੀ ਅਗਨ ਕ੍ਰੋਧ ਚੰਡਾਲ। ਮੰਨ ਲਓ ਗੁੱਸਾ ਆਪਣੇ ਵਾਸਤੇ ਇੱਕ ਚੰਡਾਲ ਆ, ਚੰਡਾਲ ਚੌਕੜੀ ਆ, ਜਿਹਦੇ ਨਾਲ ਆਪਣਾ ਨੁਕਸਾਨ ਹੀ ਨੁਕਸਾਨ ਆ, ਜਿਹਦੇ ਨਾਲ ਅਸਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਨੁਕਸਾਨ ਹੋ ਰਿਹਾ ਆ। ਪਰ ਜਦੋਂ ਆਪਾਂ ਸਿਮਰਨ ਕਰਾਂਗੇ, ਮੰਨ ਲਓ ਇਹ ਗਿਆਨ ਆਪਾਂ ਨੂੰ ਮਿਲ ਗਿਆ, ਆਪਾਂ ਸਿਮਰਨ ਕਰਾਂਗੇ ਬੈਠ ਕੇ, ਉਹ ਗਿਆਨ ਅੰਦਰੋਂ ਪ੍ਰਗਟ ਹੋਣਾ ਹੈ। ਉਹ ਸਿਮਰਨ ਕਰਾਂਗੇ, ਅੰਦਰੋਂ ਉਹਦੀ ਗੱਲ ਸਮਝ ਪੈਣੀ ਹੈ ਕਿ ਸੱਚਮੁੱਚ ਉਹ ਅੰਦਰੋਂ ਜਿਹੜੀ ਅੱਗ ਲੱਗੀ ਹੋਈ ਸੀ ਨਾ ਗੁੱਸੇ ਦੀ, ਉਹ ਖਤਮ ਹੋ ਜਾਣੀ ਆ, ਬੁਝ ਜਾਣੀ ਆ ਸਿਮਰਨ ਦੇ ਨਾਲ। ਜਦੋਂ ਉਹ ਖਤਮ ਹੋਈ, ਮਤਲਬ ਸਿਮਰਨ ਕੀਤਿਆਂ ਹੀ ਗਿਆਨ ਮਿਲਦਾ ਆ। ਅਸਲ ਦੇ ਵਿੱਚ ਗਿਆਨ ਮਿਲਦਾ ਆ, ਸਿਰਫ ਪੜ੍ਹਿਆਂ, ਸਿਰਫ ਉੱਪਰੋਂ ਉੱਪਰੋਂ ਵਿਚਾਰਿਆਂ ਗਿਆਨ ਨਹੀਂ ਮਿਲਣਾ। ਜੇ ਅੰਦਰੋਂ ਪ੍ਰਗਟ ਹੋਇਆ, ਜਿੰਨੀ ਗੱਲ ਆਪਾਂ ਨੂੰ ਅੰਦਰੋਂ ਸਮਝ ਪੈਂਦੀ ਹੈ ਨਾ, ਆਪਾਂ ਓਨੇ ਤੇ ਹੀ ਅਮਲ ਕਰ ਸਕਦੇ ਹਾਂ। ਭਾਵੇਂ ਆਪਾਂ ਜਿੰਨੀ ਮਰਜ਼ੀ ਬਾਣੀ ਵਿਚਾਰ ਲਈਏ, ਜਦੋਂ ਤੱਕ ਆਪਾਂ ਧਿਆਨ ਨਹੀਂ ਲਾ ਰਹੇ, ਜਦੋਂ ਤੱਕ ਆਪਾਂ ਵਾਹਿਗੁਰੂ ਨਾਮ ਨਹੀਂ ਜਪ ਰਹੇ, ਉਦੋਂ ਤੱਕ ਆਪਾਂ ਨੂੰ ਅੰਦਰੋਂ ਉਹ ਗੱਲਾਂ ਸਮਝ ਨਹੀਂ ਪੈਣੀਆਂ। ਹੁਣੇ ਵੀ ਆਪਾਂ ਮਹਿਸੂਸ ਕਰਕੇ ਵੇਖੀਏ ਕਿ ਜਿਹੜੀਆਂ ਅੰਦਰੋਂ ਮਹਿਸੂਸ ਹੋਈਆਂ ਨਾ ਗੱਲਾਂ, ਉਹੀ ਆਪਣੇ ਜੀਵਨ ਦੇ ਵਿੱਚ ਨੇ, ਜਿਹਨੂੰ ਅਨੁਭਵੀ ਗਿਆਨ ਬੋਲਦੇ ਆ। ਤੇ ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਹੀ ਸੁਰਤ ਟਿਕਾਓ, ਤੇ ਇਸ ਵਾਹਿਗੁਰੂ ਦੀ ਸਮਝ ਵਾਲੀ ਬੁੱਧੀ ਨਾ ਉਦੋਂ ਹੀ ਪੈਣੀ ਆ ਕਿ ਮੇਰੇ ਅੰਦਰ ਵਾਹਿਗੁਰੂ ਆ, ਮੈਂ ਵਾਹਿਗੁਰੂ ਆ, ਮੈਂ ਸਰੀਰ ਨਹੀਂ ਆ, ਮੈਂ ਵਾਹਿਗੁਰੂ ਆ। ਸਾਰਿਆਂ ਦੇ ਅੰਦਰ ਵਾਹਿਗੁਰੂ ਵਸ ਰਿਹਾ ਆ। ਉਹ ਤੱਤ, ਉਹ ਮੂਲ, ਉਹ ਵਾਹਿਗੁਰੂ ਸਾਰਿਆਂ ਦੇ ਅੰਦਰ ਵਸ ਰਿਹਾ। ਪ੍ਰਭ ਕੇ ਸਿਮਰਨ ਜਪ ਤਪ ਪੂਜਾ। ਜਿਹੜਾ ਵਾਹਿਗੁਰੂ ਦਾ ਸਿਮਰਨ ਆ ਨਾ, ਉਹ ਸਾਰੇ ਜਪ ਤਪ ਤੇ ਪੂਜਾ ਆ। ਲੋਕ ਕਿੰਨੇ ਜਪ ਤਪ ਕਰ ਰਹੇ ਆ, ਪੂਜਾ ਕਰ ਰਹੇ ਆ, ਪਰ ਗੁਰੂ ਸਾਹਿਬ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਨਾ, ਤੈਨੂੰ ਜਪ ਤਪ ਪੂਜਾ ਕਰਨ ਦੀ ਲੋੜ ਨਹੀਂ ਆ। ਇਹ ਸਿਮਰਨ ਦੇ ਬਰਾਬਰ ਹੀ ਆ ਸਾਰਾ ਕੁਝ। ਤੇਰਾ ਆਪੇ ਹੀ ਹੋ ਜਾਣਾ ਜੇ ਤੂੰ ਸਿਮਰਨ ਕਰ ਰਿਹਾ ਆ ਤਾਂ। ਰੱਬ ਕੇ ਸਿਮਰਨ ਬਿਨ ਸਹਿ ਦੂਜਾ। ਕੀ ਆ ਦੂਜਾ? ਨਾਸ ਹੀ ਹੋ ਜਾਣਾ। ਦੂਜਾ ਕੀ ਆ? ਦੂਜੀ ਮਾਇਆ ਆ। ਕਿਸੇ ਹੋਰ ਦੀ ਉਸ ਵਰਗੀ ਹਸਤੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਊਗਾ। ਕਿਉਂ? ਕਿਉਂਕਿ ਆਪਾਂ ਸਿਮਰਨ ਕਰਦੇ ਹਾਂ ਤੇ ਦੂਜੇ ਦਾ ਖਿਆਲ ਆਪਣੇ ਅੰਦਰੋਂ ਖਤਮ ਹੋ ਜਾਊ, ਕਿਉਂਕਿ ਆਪਣੇ ਅੰਦਰ ਇੱਕ ਵਾਹਿਗੁਰੂ ਵਸਦਾ ਆ, ਇਹ ਸਮਝ ਪੈ ਜਾਊਗੀ। ਇਹ ਗੱਲ ਹੈਗੀ ਆ ਵਾਹਿਗੁਰੂ ਕਿ ਜਦੋਂ ਆਪਾਂ ਵਾਹਿਗੁਰੂ ਜਪਦੇ ਹਾਂ, ਸਿਮਰਨ ਕਰਦੇ ਹਾਂ, ਸੁਰਤੀ ਲਾਉਂਦੇ ਹਾਂ, ਤਾਂ ਆਪਣਾ ਪਿਆਰ ਇੱਕ ਵਾਹਿਗੁਰੂ ਦੇ ਨਾਲ ਪੈ ਜਾਂਦਾ ਆ ਤੇ ਆਪਾਂ ਨੂੰ ਦੂਜੇ ਦਾ ਖਿਆਲ ਵੀ ਨਹੀਂ ਆਉਂਦਾ। ਫਿਰ ਰੱਬ ਕਹਿ ਸਿਮਰਨ ਤੀਰਥ ਇਸ਼ਨਾਨੀ। ਕੀ ਚੱਲ ਰਿਹਾ ਆ? ਤੀਰਥਾਂ ਤੇ ਜਾ ਕੇ ਨਹਾਉਣਾ ਤੇ ਇਸ਼ਨਾਨ ਕਰਨਾ, ਅਸੀਂ ਪਵਿੱਤਰ ਹੋ ਜਾਵਾਂਗੇ, ਅਸੀਂ ਚੰਗੇ ਬਣ ਜਾਵਾਂਗੇ, ਸਾਡੇ ਅੰਦਰੋਂ ਮੈਲ ਖਤਮ ਹੋ ਜਾਊਗੀ। ਬਲਕਿ ਇਹਨਾਂ ਇਸ਼ਨਾਨ ਦੇ ਨਾਲ ਸਿਰਫ ਬਾਹਰੋਂ ਮੈਲ ਖਤਮ ਹੋਣੀ ਆ। ਤੀਰਥਾਂ ਦੇ ਨਾਲ ਇੱਕ ਮੰਨ ਲਓ ਆਪਾਂ ਦੂਜੀ ਜਗ੍ਹਾ ਤੇ ਜਾ ਕੇ ਕਹਿ ਰਹੇ ਹਾਂ ਰੱਬ ਮਿਲਣਾ ਆ, ਜਿੱਥੇ ਬੈਠੇ ਆ ਉੱਥੇ ਕੀ ਗੁਰਦੁਆਰਾ ਨਹੀਂ ਹੈਗਾ? ਉੱਥੇ ਕੀ ਗੁਰੂ ਸਾਹਿਬ ਨਹੀਂ ਹੈਗੇ? ਉੱਥੇ ਬੈਠ ਕੇ ਕੀ ਆਪਾਂ ਤੋਂ ਭਗਤੀ ਨਹੀਂ ਹੋ ਸਕਦੀ? ਇਹ ਮੰਨ ਲਓ ਤੀਰਥ ਇਸ਼ਨਾਨ, ਇਹ ਸਾਰਾ ਕੁਝ ਇੱਕ ਮੰਨ ਲਓ ਪਖੰਡਾਂ ਦੇ ਵਿੱਚ ਗਿਣਿਆ ਜਾਂਦਾ ਆ। ਇਸੇ ਤਰੀਕੇ ਨਾਲ ਗੁਰੂ ਸਾਹਿਬ ਕਹਿੰਦੇ ਜੇ ਤੂੰ ਕਰ ਰਿਹਾ ਸਿਮਰਨ,
ਸਿਮਰਨ ਕਰਨ ਵਾਲੇ ਨੂੰ ਇਹ ਤੀਰਥ ਜਿੰਨੇ ਵੀ ਇਸ਼ਨਾਨ ਆ ਨਾ, ਤੀਰਥੀ ਇਸ਼ਨਾਨ, ਉਹ ਉਹ ਸਾਰੇ ਕਰਨ ਵਾਲਾ ਹੋ ਜਾਂਦਾ ਆ, ਜਿਹੜਾ ਸਿਮਰਨ ਕਰਦਾ ਆ। ਉਹਨੂੰ ਅੰਦਰੋਂ ਹੀ ਸਾਰਾ ਕੁਝ ਮਿਲ ਜਾਂਦਾ ਆ। ਜਿਵੇਂ ਕਹਿੰਦੇ ਆ ਨਾ, ਗੁਰੂ ਸਾਹਿਬ ਕਹਿੰਦੇ ਤੀਰਥ ਤੇ ਜਾਣਾ ਤੇਰੇ ਵਾਸਤੇ ਸਿਰਫ, ਜੇ ਤੂੰ ਤੀਰਥ ਤੇ ਘੁੰਮਣ ਜਾਣਾ ਨਾ, ਤੂੰ ਬੈਠ ਕੇ ਸਿਮਰਨ ਕਰ ਲਈ। ਤੂੰ ਜਾ ਕੇ ਸਰੋਵਰ ਦੇ ਵਿੱਚ ਨਹਾਉਣਾ ਕਿ ਮੇਰੀ ਮੈਲ ਖਤਮ ਹੋ ਜਾਵੇ, ਬੈਠ ਕੇ ਸਿਮਰਨ ਕਰ ਲੈ ਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ। ਤੇਰਾ ਆਪੇ ਅੰਦਰੋਂ ਮੈਲ ਖਤਮ ਹੋ ਜਾਣੀ ਹੈ। ਕਿਉਂ? ਭਰੀਐ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਅੰਦਰ ਪਾਪਾਂ ਨਾਲ, ਮੈਲ ਨਾਲ ਭਰੀ ਹੋਈ ਆ ਨਾ ਮੱਤ, ਉਹ ਕੀ ਧੋਤੀ ਕਿਹਦੇ ਨਾਲ ਜਾਣੀ ਆ? ਵਾਹਿਗੁਰੂ ਸਿਮਰਨ ਦੇ ਨਾਲ। ਰੱਬ ਕੇ ਸਿਮਰਨ ਦਰਗਹਿ ਮਾਨੀ। ਗੁਰਸਬ ਦੇ ਘਰ ਦੇ ਵਿੱਚ ਵੀ ਤਾਂ ਹੀ ਇੱਜ਼ਤ ਮਿਲਣੀ ਆ, ਜੇ ਆਪਾਂ ਸਿਮਰਨ ਕਰ ਰਹੇ ਆ, ਵਾਹਿਗੁਰੂ ਬੋਲ ਰਹੇ ਆ। ਪ੍ਰਭ ਕੇ ਸਿਮਰਨ ਹੋਏ ਸੋ ਭਲਾ। ਕੀ ਆ? ਜੋ ਵੀ ਦੁਨੀਆ ਦੇ ਵਿੱਚ, ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਆ, ਉਹਨੂੰ ਇੱਕ ਭਲਾ ਜਾਣ ਕੇ ਮੰਨਦਾ ਆ, ਉਹ ਜਿਹੜਾ ਸਿਮਰਨ ਕਰਦਾ ਆ। ਜਿਹਨੂੰ ਪਤਾ ਆ ਸਿਮਰਨ ਬਾਰੇ, ਉਹ ਸਮਝੂਗਾ ਕਿ ਜੋ ਹੈਗਾ ਆ ਉਹ ਭਲਾ ਹੀ ਆ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਜੋ ਕੁਝ ਵੀ ਆ ਸਭ ਕੁਝ ਭਲਾ ਆ। ਭਾਵੇਂ ਆਪਣੇ ਨਾਲ ਕੋਈ ਦੁੱਖ ਵੀ ਆ ਗਿਆ, ਕੁਝ ਬੁਰਾ ਵੀ ਹੋ ਗਿਆ ਨਾ, ਤਾਂ ਭਲਾ ਮੰਨੂਗਾ ਕਿ ਮੇਰੇ ਵਾਸਤੇ ਭਲਾ ਹੀ ਆ, ਮੇਰੇ ਵਾਸਤੇ ਕੁਝ ਚੰਗਾ ਹੀ ਸੋਚਿਆ ਹੋ ਗੁਰੂ ਸਾਹਿਬ ਨੇ। ਜਿਵੇਂ ਕਹਿੰਦੇ ਆ ਨਾ ਗੁਰੂ ਸਾਹਿਬ, ਦੁੱਖ ਦਾਰੂ ਸੁੱਖ ਰੋਗ ਪਿਆ। ਜੇ ਦੁੱਖ ਆਇਆ ਤਾਂ ਆਪਾਂ ਗੁਰੂ ਸਾਹਿਬ ਦੇ ਨੇੜੇ ਹੁੰਨੇ ਆ ਹਮੇਸ਼ਾ, ਤੇ ਸੁੱਖ ਹਮੇਸ਼ਾ ਆਪਣੇ ਵਾਸਤੇ ਇੱਕ ਰੋਗ ਬਣਦਾ ਜਦੋਂ ਆਪਾਂ ਗੁਰੂ ਸਾਹਿਬ ਨੂੰ ਭੁੱਲ ਜਾਂਦੇ ਆ। ਇਸ ਲਈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ, ਉਹਨੂੰ ਸਭ ਕੁਝ ਹੀ ਭਲਾ ਲੱਗਦਾ ਆ, ਉਹਨੂੰ ਦੁੱਖ ਸੁੱਖ ਬਰਾਬਰ ਲੱਗਦੇ ਆ। ਪ੍ਰਭ ਕੈ ਸਿਮਰਨ ਸੁਫਲ ਫਲਾ। ਹੁਣ ਚੰਗੇ ਫਲ ਦੇਣ ਵਾਲਾ, ਚੰਗੇ ਫਲ ਕਿੱਥੇ? ਆਪਣੀ ਜ਼ਿੰਦਗੀ ਦੇ ਵਿੱਚ। ਚੰਗਾ ਫਲ ਸਭ ਤੋਂ ਵੱਡਾ ਕੀ ਆ? ਕਿ ਜਿਹੜੇ ਆਪਾਂ ਨੂੰ ਇਹ ਸਰੀਰ ਮਿਲਿਆ ਆ ਨਾ, ਇਹਦੇ ਵਿੱਚ ਬੈਠ ਕੇ ਭਗਤੀ ਕਰੀਏ ਤੇ ਇਹਦਾ ਫਲ ਕੀ ਆ? ਆਪਾਂ ਸੱਚਖੰਡ ਚਲੇ ਜਾਈਏ, ਗੁਰੂ ਨਾਨਕ ਵਰਗਾ ਸੁਭਾਅ ਬਣ ਜਾਵੇ ਤੇ ਆਪਾਂ ਆਪਦੇ ਅਸਲੀ ਘਰ ਚਲੇ ਜਾਈਏ, ਉੱਥੇ ਆਪਾਂ ਨੂੰ ਇੱਜ਼ਤ ਮਿਲੇ। ਪਰ ਹੋਣਾ ਕਾਹਦੇ ਨਾਲ ਆ? ਵਾਹਿਗੁਰੂ ਦੇ ਸਿਮਰਨ ਦੇ ਨਾਲ। ਆਪਣਾ ਜਿਹੜਾ ਮਨੁੱਖਾ ਜਨਮ ਆ ਨਾ, ਉਹਦਾ ਸਭ ਤੋਂ ਜਿਹੜਾ ਉੱਚਾ ਮਨੋਰਥ ਆ, ਕੀ ਆ? ਕਿ ਰੱਬ ਨਾਲ ਮਿਲਾਪ, ਉਹ ਪੂਰਾ ਹੋ ਜਾਣਾ ਹੈ। ਸੇ ਸਿਮਰੈ ਜਿਨ ਆਪ ਸਿਮਰਾਏ। ਹੁਣ ਸਿਮਰਦਾ ਵੀ ਉਹੀ ਆ ਜਿਹਨੂੰ ਗੁਰੂ ਸਾਹਿਬ ਆਪ ਸਿਮਰਨ ਕਰਵਾਉਂਦੇ ਆ, ਜਿਹਦੇ ਤੇ ਆਪ ਬਖਸ਼ਿਸ਼ ਕਰਦੇ ਆ। ਸੁਰਤੀ ਵੀ ਉਹੀ ਲਾ ਸਕਦਾ ਆ। ਮਤਲਬ ਜੇ ਗੁਰੂ ਸਾਹਿਬ ਆਪਾਂ ਤੋਂ ਵਾਹਿਗੁਰੂ ਜਪਾ ਰਹੇ ਆ ਨਾ, ਬਿਠਾ ਕੇ ਸੰਗਤ ਦੇ ਵਿੱਚ, ਪਰ ਜਿੰਨੇ ਵੀ ਇਸ ਟਾਈਮ ਬੈਠੇ ਆ ਸੰਗਤ ਦੇ ਵਿੱਚ, ਸੁਣ ਰਹੇ ਆ ਬਾਣੀ ਦੀ ਵਿਚਾਰ, ਮਤਲਬ ਗੁਰੂ ਸਾਹਿਬ ਆਪਾਂ ਨੂੰ ਸੁਣਾਉਣਾ ਚਾਹੁੰਦੇ ਆ। ਗੁਰੂ ਸਾਹਿਬ ਆਪਣੇ ਤੇ ਬਖਸ਼ਿਸ਼ ਕਰ ਰਹੇ ਆ। ਸੇ ਸਿਮਰੇ ਜਿਨ ਆਪ ਸਿਮਰਾਏ। ਇੱਥੇ ਆਲਸ ਵਾਲੀ ਗੱਲ ਨਹੀਂ ਲਿਆਉਣੀ ਹੈਗੀ ਕਿ ਆਲਸ ਕਰ ਲੈਣੀ ਹੈ ਕਿਸੇ ਚੀਜ਼ ਦੇ ਵਿੱਚ, ਕਿ ਜੇ ਗੁਰੂ ਸਾਹਿਬ ਕਰਾਉਣਗੇ ਤਾਂ ਕਰਾਂਗੇ। ਕਰਾਉਣਾ ਗੁਰੂ ਸਾਹਿਬ ਨਹੀਂ ਆ, ਪਰ ਇੱਕ ਉਦਮ ਦੀ ਵੀ ਗੱਲ ਹੁੰਦੀ ਆ। ਮੰਨ ਲਓ ਹੁਣ ਜ਼ੂਮ ਔਨ ਕੀਤਾ ਆ, ਤਾਂ ਗੁਰੂ ਸਾਹਿਬ ਨੇ ਸੁਣਾਇਆ ਆ ਨਾ। ਹੁੰਦਾ ਸਾਰਾ ਕੁਝ ਹੀ ਗੁਰੂ ਸਾਹਿਬ ਦੇ ਹੁਕਮ 'ਚ ਹੀ ਆ, ਪਰ ਉਹ ਅਵਸਥਾ ਬਹੁਤ ਉੱਚੀ ਆ। ਪਹਿਲਾਂ ਆਪਾਂ ਨੂੰ ਉੱਦਮ ਕਰਨਾ ਪਊ, ਅੰਮ੍ਰਿਤ ਵੇਲੇ ਉੱਠਣਾ ਪਊ, ਗੁਰੂ ਸਾਹਿਬ ਨੂੰ ਅਰਦਾਸਾਂ ਕਰਨੀਆਂ ਪੈਣੀਆਂ, ਗੁਰੂ ਸਾਹਿਬ ਤੋਂ ਮੰਗਣਾ ਪੈਣਾ ਆ। ਸੇ ਸਿਮਰੇ ਜਿਨ ਆਪ ਸਿਮਰਾਏ। ਗੁਰੂ ਸਾਹਿਬ ਉਹਨਾਂ ਤੋਂ ਸਿਮਰਨ ਕਰਵਾਉਂਦੇ ਆ, ਤੇ ਗੁਰੂ ਸਾਹਿਬ ਹੀ ਕਰਾ ਸਕਦੇ ਆ। ਤੇ ਜੇ ਕਰਵਾ ਰਹੇ ਆ ਤਾਂ ਸ਼ੁਕਰਾਨਾ ਕਰੀਏ, ਨਾਨਕ ਤਾਕੇ ਲਾਗੋ ਪਾਏ। ਤੇ ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦਾ, ਜਿੰਨਾ ਵੀ ਉੱਪਰ ਗੁਰੂ ਸਾਹਿਬ ਨੇ ਦੱਸਿਆ ਹੈ ਨਾ ਕਿ ਸਿਮਰਨ ਕਰਨ ਦੇ ਨਾਲ ਇਹ ਹੁੰਦਾ ਆ, ਇਹ ਸੁੱਖ ਮਿਲਦਾ ਆ, ਇਹ ਕਲੇਸ਼ ਅੰਦਰੋਂ ਖਤਮ ਹੁੰਦਾ ਆ, ਸਾਰੇ ਡਰ ਖਤਮ ਹੁੰਦੇ ਆ, ਤੇ ਉਹ ਗੁਰੂ ਸਾਹਿਬ ਆਪ ਹੀ ਕਰਾਉਂਦੇ ਆ। ਜਿਹਨੇ ਵੀ ਇਹ ਨਾਮ ਜਪਿਆ ਆ, ਗੁਰੂ ਸਾਹਿਬ ਜੀ, ਮੈਂ ਉਹਦੇ ਚਰਨਾਂ ਦੇ ਉੱਤੇ ਲੱਗਦਾ ਆ, ਮੈਂ ਪੈਰੀ ਪੈਣਾ ਆ, ਮੈਂ ਉਹਦੀ ਚਰਨੀ ਲੱਗਦਾ ਆ। ਕਿਉਂ? ਕਿਉਂਕਿ ਉਹਨੇ ਪਛਾਣ ਲਿਆ ਆ ਵਾਹਿਗੁਰੂ ਨੂੰ। ਉਹਨੇ ਪਛਾਣ ਲਿਆ ਆ ਕਿ ਮੈਂ ਵਾਹਿਗੁਰੂ ਦਾ ਪੁੱਤਰ ਆ, ਮੈਂ ਜੋਤ ਆ ਗੁਰੂ ਸਾਹਿਬ ਦੀ। ਤੇ ਇਸੇ ਤਰੀਕੇ ਨਾਲ ਗੁਰੂ ਸਾਹਿਬ ਅੱਗੇ ਸਮਝਾਉਂਦੇ ਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਵਾਹਿਗੁਰੂ ਦਾ ਜਿਹੜਾ ਸਿਮਰਨ ਆ ਨਾ, ਉਹ ਸਭ ਤੋਂ ਉੱਚਾ ਆ, ਸਭ ਤੋਂ। ਜਿੰਨੀਆਂ ਚੀਜ਼ਾਂ, ਜਿੰਨੇ ਬੰਦੇ ਜਿਨ੍ਹਾਂ ਨੂੰ ਆਪਾਂ ਬਹੁਤ ਉੱਚਾ ਦਰਜਾ ਦੇਈ ਬੈਠੇ ਆ ਆਪਣੀ ਜ਼ਿੰਦਗੀ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਕੋਈ ਦਰਜਾ ਨਹੀਂ ਦੇਣਾ ਤੂੰ ਉੱਚਾ ਉਹਨਾਂ ਨੂੰ।
ਕਿਉਂਕਿ ਸਿਮਰਨ ਸਭ ਤੋਂ ਉੱਚਾ ਆ। ਪ੍ਰਭ ਕੈ ਸਿਮਰਨ ਉਧਰੈ ਮੂਚਾ। ਹੁਣ ਵਾਹਿਗੁਰੂ ਦਾ ਜਿਹੜਾ ਸਿਮਰਨ ਆ ਨਾ, ਕਰਨ ਵਾਲੇ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਆ। ਉਧਰੈ ਮੂਚਾ, ਬਹੁਤ ਸਾਰੇ ਵਿਕਾਰਾਂ ਤੋਂ ਬਚ ਜਾਂਦੇ ਆ। ਪਰ ਕਰਨਾ ਕੀ ਆ? ਸਿਮਰਨ ਕਰਨਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਬੰਦੇ ਨੂੰ ਕਿੰਨੀ ਤ੍ਰਿਸ਼ਨਾ ਲੱਗੀ ਹੋਈ ਆ, ਮੈਨੂੰ ਆਹ ਵੀ ਮਿਲ ਜਾਵੇ, ਮੈਨੂੰ ਉਹ ਵੀ ਮਿਲ ਜਾਵੇ। ਹੁਣ ਉਹ ਮਾਇਆ ਦੇ ਵਿੱਚ ਹੀ ਫਸਿਆ ਰਹਿੰਦਾ। ਪਰ ਜੇ ਗੁਰੂ ਸਾਹਿਬ ਕਹਿੰਦੇ ਤੂੰ ਸੁਰਤੀ ਲਾਏਂਗਾ, ਸਿਮਰਨ ਕਰੇਂਗਾ, ਤਾਂ ਤੇਰੇ ਅੰਦਰੋਂ ਉਹ ਭੁੱਖ ਖਤਮ ਹੋ ਜਾਣੀ ਆ। ਤੈਨੂੰ ਕਿਸੇ ਚੀਜ਼ ਦਾ ਲਾਲਚ, ਕਿਸੇ ਚੀਜ਼ ਦਾ ਲੋਭ ਨਹੀਂ ਹੋਊਗਾ। ਚੀਜ਼ ਦਾ ਕੀ, ਤੈਨੂੰ ਕਿਸੇ ਬੰਦੇ ਦਾ ਵੀ ਮੋਹ ਨਹੀਂ ਹੋਊਗਾ। ਇੱਥੋਂ ਤੱਕ ਕਿ ਤੈਨੂੰ ਆਪਣੇ ਸਰੀਰ ਦੀ, ਜਿਵੇਂ ਸਰੀਰ ਨੂੰ ਚਮਕਾਉਣਾ, ਸਰੀਰ ਨੂੰ ਵਧੀਆ ਰੱਖਣਾ, ਇਸ ਚੀਜ਼ ਦਾ ਚਸਕਾ, ਇਸ ਚੀਜ਼ ਦੀ ਤ੍ਰਿਸ਼ਨਾ ਵੀ ਨਹੀਂ ਹੋਊਗੀ ਕਿ ਮੈਂ ਸੋਹਣਾ ਵਿਖਣਾ ਆ। ਪ੍ਰਭ ਕੇ ਸਿਮਰਨ ਸਭ ਕਿਛ ਸੂਝੈ। ਹੁਣ ਜਿਹੜੀ ਵਾਹਿਗੁਰੂ ਦਾ ਸਿਮਰਨ ਆ ਨਾ, ਸਭ ਕਿਛ ਸੂਝੈ। ਹਰੇਕ ਗੱਲ ਸਮਝ ਪੈ ਜਾਂਦੀ ਆ ਇੱਕ ਸਿਮਰਨ ਦੇ ਨਾਲ। ਹੁਣ ਜਿੰਨੇ ਵੀ ਆਪਣੇ ਆਲੇ ਦੁਆਲੇ ਜੋ ਕੁਝ ਵੀ ਹੋ ਰਿਹਾ ਆ, ਆਪਾਂ ਨੂੰ ਸਮਝ ਪੈ ਜਾਊਗਾ ਕਿ ਕਿਉਂ ਹੋ ਰਿਹਾ ਆ, ਕੀ ਹੋ ਰਿਹਾ ਆ। ਘਰ ਪਰਿਵਾਰ ਦੇ ਵਿੱਚ ਮੰਨ ਲਓ ਆਪਣੀ ਆਤਮਿਕ ਅਵਸਥਾ ਦੇ ਵਿੱਚ ਕੋਈ ਮਾਇਆ ਪੈ ਰਹੀ ਆ, ਕੋਈ ਅੜਚਨ ਆ ਰਹੀ ਹੈ, ਕੋਈ ਰੁਕਾਵਟ ਆ ਰਹੀ ਆ, ਸਿਮਰਨ ਦੇ ਨਾਲ ਉਹ ਸਮਝ ਪੈ ਜਾਣੀ ਆ ਕਿ ਉਹ ਕਿਉਂ ਹੋ ਰਿਹਾ ਆ, ਕੀ ਹੋ ਰਿਹਾ ਆ ਆਪਣੇ ਨਾਲ, ਜਿਹਦੇ ਕਰਕੇ ਆਪਾਂ ਗੁਰੂ ਸਾਹਿਬ ਦੇ ਨੇੜੇ ਨਹੀਂ ਜਾ ਪਾ ਰਹੇ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਆਪਣੇ ਆਪਣੇ ਔਗੁਣ ਕੀ ਆ, ਸਭ ਨੂੰ ਪਤਾ ਆਪਣੀ ਗਲਤੀ ਕਿੱਥੇ ਆ, ਜਿਹਦੇ ਕਰਕੇ ਆਪਣਾ ਸੁਭਾਅ ਗੁਰੂ ਨਾਨਕ ਵਰਗਾ ਨਹੀਂ ਬਣ ਪਾ ਰਿਹਾ। ਆਪਾਂ ਭਾਵੇਂ ਕਿਸੇ ਨੂੰ ਦਿਖਾ ਲਈਏ ਆਪਾਂ ਬਹੁਤ ਚੰਗੇ ਆ, ਕਿਸੇ ਦੇ ਮੂਹਰੇ ਭਾਵੇਂ ਜਿੰਨੇ ਮਰਜ਼ੀ ਮਿੱਠੇ ਬਣ ਲਈਏ, ਪਰ ਆਪਾਂ ਗੁਰੂ ਪਾਤਸ਼ਾਹ ਤੋਂ ਨਹੀਂ ਛੁਪਾ ਸਕਦੇ। ਗੁਰੂ ਸਾਹਿਬ ਨੂੰ ਤਾਂ ਪਤਾ ਆ ਨਾ ਆਪਣੇ ਅੰਦਰ ਕੀ ਚੱਲ ਰਿਹਾ ਆ, ਪਰ ਗੁਰੂ ਸਾਹਿਬ ਕਹਿੰਦੇ ਮੈਨੂੰ ਪਤਾ ਆ, ਤਾਂ ਹੀ ਤਾਂ ਤੈਨੂੰ ਮੈਂ ਕਹਿ ਰਿਹਾ ਆ ਕਿ ਵਾਹਿਗੁਰੂ ਦਾ ਸਿਮਰਨ ਕਰ, ਤੇ ਤੈਨੂੰ ਹਰ ਗੱਲ ਸਮਝ ਪੈ ਜਾਊਗੀ ਕਿ ਤੇਰੇ ਵਾਸਤੇ ਕੀ ਚੰਗਾ ਤੇ ਕੀ ਮਾੜਾ ਆ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਜਮਾਂ ਦਾ ਡਰ ਕੀ ਆ? ਖਤਮ ਹੋ ਜਾਂਦਾ ਆ, ਜਿਹਨੇ ਵੀ ਸਿਮਰਨ ਕੀਤਾ ਆ। ਸਿਮਰਨ ਕਰਨ ਨਾਲ ਵਾਹਿਗੁਰੂ ਉਹ ਜਮਾਂ ਦਾ ਡਰ ਖਤਮ ਕਰ ਦਿੰਦਾ ਆ ਆਪਣੇ ਅੰਦਰੋਂ। ਰੱਬ ਕੈ ਸਿਮਰਨ ਪੂਰਨ ਆਸਾ। ਕਿੰਨੀਆਂ ਆਸਾਂ ਆ ਆਪਣੀ ਜ਼ਿੰਦਗੀ ਦੇ ਵਿੱਚ, ਆਸਾ ਮਨਸਾ ਬੰਧ ਨਹੀਂ ਪਾਈ, ਬੰਧਨ ਬਣੇ ਪਏ ਆ ਆਪਣੇ ਵਾਸਤੇ, ਰਸਤੇ ਪਾਏ ਹੋਏ ਆ ਜਿਹੜੇ ਆਪਾਂ ਨੂੰ ਵਾਹਿਗੁਰੂ ਤੋਂ ਦੂਰ ਖਿੱਚੀ ਜਾਂਦੇ ਆ। ਇਹੋ ਜਿਹੀਆਂ ਆਸਾ ਮਨਸਾ ਆਪਣੇ ਅੰਦਰ ਜਾਗੀਆਂ ਹੋਈਆਂ ਨੇ। ਪਰ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਸਿਮਰਨ ਕਰਦਾ ਆ ਨਾ, ਅਸਲ ਦੇ ਵਿੱਚ ਉਹਦੀ ਆਸਾ ਕੀ ਬਣ ਜਾਂਦੀ ਆ ਕਿ ਮੈਂ ਰੱਬ ਨੂੰ ਮਿਲਣਾ ਆ। ਉਹਦੀਆਂ ਜਿਹੜੀਆਂ ਬਾਕੀ ਸਾਰੀ ਸੰਗਲ ਪਏ ਹੋਏ ਆ ਨਾ, ਉਹਨਾਂ ਵੱਲੋਂ ਉਹਦਾ ਮਨ ਹਟ ਜਾਊ, ਉਹਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ ਇਸ ਤਰੀਕੇ ਨਾਲ। ਮਤਲਬ ਉਹਦਾ ਆਸਾ ਮਨਸਾ ਜਿਹੜਾ ਬੰਧਨ ਕਿਹਾ ਸੀ ਨਾ, ਉਹ ਹੁਣ ਉਹਦੇ ਵਾਸਤੇ ਬੰਧਨ ਨਹੀਂ ਆ, ਕਿਉਂਕਿ ਉਹਦਾ ਮਨ ਹੁਣ ਉਧਰੋਂ ਹਟ ਕੇ ਵਾਹਿਗੁਰੂ ਨਾਮ ਵੱਲ ਲੱਗ ਚੁੱਕਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਨ ਦੇ ਅੰਦਰ ਕਿੰਨੀ ਮੈਲ ਆ, ਜੇ ਗੁਰੂ ਨਾਨਕ ਵਰਗੇ ਨਹੀਂ ਬਣ ਪਾ ਰਹੇ, ਮਤਲਬ ਅੰਦਰ ਮੈਲ ਆ, ਅੰਦਰ ਹਜੇ ਪਾਪ ਹੈਗੇ ਆ, ਹਜੇ ਅੰਦਰ ਕਰਮ ਕਾਂਡ ਬੈਠੇ ਆ, ਹਜੇ ਬਹੁਤ ਇਹੋ ਜਿਹੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਦੀਆਂ ਮੰਨਣ ਨੂੰ ਤਿਆਰ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਮਰਗ ਤੇ ਨਹੀਂ ਜਾਣਾ, ਪਰ ਅੱਜ ਤੱਕ ਕਿਹਨੇ ਛੱਡਿਆ ਮਰਗ ਤੇ ਜਾਣਾ। ਗੁਰੂ ਸਾਹਿਬ ਕਹਿੰਦੇ ਵਿਆਹਾਂ ਤੇ ਪਾਰਟੀਆਂ ਤੇ ਨਹੀਂ ਜਾਣਾ, ਗਾਣੇ ਨਹੀਂ ਸੁਣਨੇ, ਕਿਸੇ ਦਾ ਬੁਰਾ ਨਹੀਂ ਸੋਚਣਾ। ਕੀ ਆਪਾਂ ਇਹ ਸਾਰਾ ਕੁਝ ਛੱਡ ਚੁੱਕੇ ਆ? ਇਹ ਆਪਾਂ ਖੁਦ ਸੋਚੀਏ ਕਿ ਆਪਾਂ ਵਿਆਹਾਂ ਤੇ ਜਾਣਾ, ਪਾਰਟੀਆਂ ਤੇ ਜਾਣਾ ਜਾਂ ਮਰਗਾਂ ਤੇ ਜਾਣਾ ਛੱਡ ਦਿੱਤਾ? ਇਹ ਖੁਦ ਸੋਚਣਾ ਆ। ਮਨ ਦੀ ਮੈਲ ਨਹੀਂ ਜਾ ਸਕਦੀ ਜਦੋਂ ਤੱਕ ਸਿਮਰਨ ਨਾ ਕੀਤਾ। ਜੇ ਆਪਾਂ ਤੋਂ ਗੁਰੂ ਸਾਹਿਬ ਦੀ ਗੱਲ ਮੰਨੀ ਨੀ ਨਾ ਜਾ ਰਹੀ, ਮਤਲਬ ਅੰਦਰ ਮੈਲ ਆ, ਤੇ ਆਪਾਂ ਗੁਰੂ ਸਾਹਿਬ ਦਾ ਸਿਮਰਨ ਨਹੀਂ ਕਰ ਰਹੇ, ਤਾਂ ਹੀ ਨਹੀਂ ਮੰਨੀ ਜਾ ਰਹੀ। ਤੇ ਸਿਮਰਨ ਕੀਤਿਆਂ ਮਨ ਦਾ ਹਰ ਇੱਕ ਵਿਕਾਰ, ਹਰ ਇੱਕ ਮੈਲ ਖਤਮ ਹੋ ਜਾਊਗੀ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਫਿਰ ਉਹ ਅੰਦਰ ਕੀ ਆ, ਟਿਕ ਜਾਂਦਾ ਆ ਇੱਕ ਵਾਹਿਗੁਰੂ ਨਾਮ। ਉਹ ਕੀ ਆ, ਆਪਾਂ ਨੂੰ ਅਮਰ ਕਰਨ ਦੇਣ ਵਾਲਾ ਆ, ਆਪਾਂ ਨੂੰ ਮਰਨ ਤੋਂ ਬਚਾ ਸਕਦਾ। ਮਰਦਾ ਕਾਹਦੇ ਚ ਆ ਬੰਦਾ? ਸਰੀਰ ਕਰਕੇ ਮਰਦਾ ਆ, ਤੇ ਵਿਕਾਰਾਂ ਦੇ ਵਿੱਚ ਮਰਦਾ, ਅਗਿਆਨਤਾ ਦੇ ਵਿੱਚ ਮਰਦਾ ਆ। ਇਸੇ ਤਰੀਕੇ ਨਾਲ ਜੇ ਕਿਸੇ ਦੇ ਅੰਦਰ ਵਾਹਿਗੁਰੂ ਨਾਮ ਵਸ ਗਿਆ, ਜਿਹਦੇ ਵੀ ਵਸਿਆ ਆ, ਸੰਗਤ ਦੇ ਵਿੱਚ ਬਹੁਤ ਇਹੋ ਜਿਹੇ ਗੁਰਮੁਖ ਪਿਆਰੇ ਬੈਠੇ ਹੋਣਗੇ ਵਾਹਿਗੁਰੂ,
ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਮ ਵਸ ਪਿਆ, ਜਿਨ੍ਹਾਂ ਦੇ ਅੰਦਰੋਂ ਵਾਹਿਗੁਰੂ ਚੱਲਦਾ ਆ, ਜਿਨ੍ਹਾਂ ਦਾ ਇੰਨਾ ਪਿਆਰ ਆ ਗੁਰੂ ਸਾਹਿਬ ਦੇ ਨਾਲ ਕਿ ਸਿਰਫ ਮਿਲਾਪ ਬਾਰੇ ਹੀ ਸੋਚ ਰਹੇ ਆ। ਤੇ ਵਾਹਿਗੁਰੂ ਉਹ ਅਮਰ ਦਾ ਮਤਲਬ ਆ ਕਿ ਇਹ ਸਰੀਰ, ਇਹ ਜਿੰਨੀਆਂ ਚੀਜ਼ਾਂ ਨੇ, ਇਹਨਾਂ ਵੱਲੋਂ ਹਟ ਕੇ ਬੰਦਾ ਅਮਰ ਹੋ ਜਾਊਗਾ। ਉਹ ਜੀਵਾਤਮਾ ਦੀ ਖੁਰਾਕ ਪੂਰੀ ਕਰੂ ਤੇ ਉਹਦੇ ਅੰਦਰ ਇੱਕ ਵਾਹਿਗੁਰੂ ਨਾਮ ਹਮੇਸ਼ਾ ਟਿਕਿਆ ਰਹਿੰਦਾ ਆ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਹੁਣ ਪ੍ਰਭ ਜੀ ਬਸੈ, ਵਾਹਿਗੁਰੂ ਜੀ ਉਹ ਜਿਹੜੇ ਵੀ ਵਾਹਿਗੁਰੂ ਜਪਦੇ ਆ ਨਾ, ਗੁਰੂ ਸਾਹਿਬ ਵਾਹਿਗੁਰੂ ਉਹਨਾਂ ਦੇ ਅੰਦਰ, ਉਹਨਾਂ ਦੀ ਜ਼ੁਬਾਨ ਤੇ ਹਮੇਸ਼ਾ ਰਹਿੰਦੇ ਆ। ਸਾਧ ਕੀ ਰਸਨਾ, ਇੱਕ ਗੁਰਮੁਖ ਪਿਆਰੇ ਦੀ ਰਸਨਾ ਤੇ ਹਮੇਸ਼ਾ ਰਹਿੰਦੇ ਆ। ਕਿਵੇਂ? ਹੁਣ ਜਿਹੜਾ ਗੁਰਮੁਖ ਆ, ਗੁਰਮੁਖ ਕੌਣ ਆ? ਜਿਹੜਾ ਗੁਰੂ ਸਾਹਿਬ ਦੀ ਗੱਲ ਸੁਣਦਾ ਆ, ਮੰਨਦਾ ਆ। ਠੀਕ ਆ, ਤੇ ਉਹਦੀ ਜ਼ੁਬਾਨ ਤੇ ਕੀ ਰਹੂਗਾ? ਉਹ ਕੀ ਕਿਸੇ ਨੂੰ ਗਾਲਾਂ ਕੱਢੂਗਾ? ਉਹ ਕੀ ਕਿਸੇ ਨੂੰ ਭੈੜਾ ਬੋਲੂਗਾ? ਉਹ ਕੀ ਗੁੱਸਾ ਕਰੂਗਾ ਜਾਂ ਹੋਰ ਹੋਰ ਗੱਲਾਂ ਕਰਦਾ ਰਹੂਗਾ? ਜਿਹੜਾ ਗੁਰੂ ਸਾਹਿਬ ਦੇ ਕਹਿਣੇ ਦੇ ਵਿੱਚ ਆ, ਉਹ ਵਾਹਿਗੁਰੂ ਹੀ ਬੋਲੂਗਾ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਜੇ ਵਾਹਿਗੁਰੂ ਵਸਦਾ ਆ ਨਾ, ਉਹ ਇੱਕ ਗੁਰਮੁਖ ਪਿਆਰੇ ਦੀ ਰਸਨਾ ਤੇ ਹੀ ਜਪਦਾ ਆ, ਤੇ ਉਹ ਸਦਾ ਵਾਹਿਗੁਰੂ ਦਾ ਨਾਮ ਹੀ ਜਪਦਾ ਰਹਿੰਦਾ ਆ। ਨਾਨਕ ਜਨ ਕਾ ਦਾਸਨ ਦਸਨਾ। ਫਿਰ ਵੀ ਹੇ ਨਾਨਕ, ਜਨ ਕਾ ਦਾਸਨ ਦਸਨਾ, ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣ ਜਾਵਾਂ ਵਾਹਿਗੁਰੂ ਜੀ। ਕਿਉਂ? ਕਿਉਂਕਿ ਉਹ ਇਹੋ ਜਿਹਾ ਉੱਚਾ ਕੰਮ ਕਰ ਰਹੇ ਆ ਨਾ, ਜਿਹੜਾ ਮੈਂ ਹਜੇ ਕਰ ਹੀ ਨਹੀਂ ਰਿਹਾ। ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਸੇਵਕ ਬਣ ਜਾਊਂਗਾ ਨਾ, ਤਾਂ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਮੈਂ ਵੀ ਤਰ ਜਾਊਂਗਾ। ਜਿਹਨੇ ਇਹ ਭਾਵਨਾ ਰੱਖੀ ਆ, ਮੰਨ ਲਓ ਇਹ ਭਾਵਨਾ ਕਿੱਡੀ ਵੱਡੀ ਆ ਕਿ ਸੇਵਕਾਂ ਦਾ ਸੇਵਕ ਬਣ ਜਾਣਾ। ਜਿਹੜੇ ਵਾਹਿਗੁਰੂ ਨਾਮ ਜਪ ਰਿਹਾ, ਸੁਰਤੀ ਲਾ ਰਹੇ ਆ, ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਜਾਣਾ, ਉਹਨਾਂ ਦੇ ਸੇਵਾਦਾਰ ਬਣ ਜਾਣਾ। ਉਹਨਾਂ ਤੋਂ ਮਤਲਬ ਸਿੱਖਣ ਦੀ ਭਾਵਨਾ ਆ, ਉਹਨਾਂ ਦੀ ਸੇਵਾ ਕਰਨ ਦੀ ਭਾਵਨਾ ਆ ਕਿ ਉਹਨਾਂ ਕਰਕੇ ਸਾਡਾ ਵੀ ਕੁਝ ਭਲਾ ਹੋ ਜਾਵੇ। ਕੀ ਇਹ ਭਾਵਨਾ ਆਪਣੇ ਅੰਦਰ ਹੈਗੀ ਆ? ਤੇ ਹੋਣੀ ਚਾਹੀਦੀ ਆ ਵਾਹਿਗੁਰੂ। ਗੁਰਮੁਖ ਪਿਆਰਿਆਂ ਦੀ, ਗੁਰਮੁਖ ਕੌਣ ਆ? ਜਿਹਨੇ ਵੀ ਖੁਰਾਕ ਪੂਰੀ ਕੀਤੀ ਆਪਣੀ ਜੀਵਾਤਮਾ ਦੀ, ਸਰੀਰ ਦੀ ਨਹੀਂ, ਜੀਵਾਤਮਾ ਦੀ। ਜਿਹੜਾ ਅਮਰ ਹੋਇਆ ਜੀਵਾਤਮਾ ਵੱਲੋਂ, ਸਰੀਰ ਵੱਲੋਂ ਨਹੀਂ। ਸਰੀਰ ਵੱਲੋਂ ਜੇ ਅਮਰ ਹੋਣਾ, ਉਹਦੇ ਵਾਸਤੇ ਪਤਾ ਨਹੀਂ ਕੀ ਕੀ ਕਰਨਾ ਪੈਣਾ ਆ ਬੰਦੇ ਨੂੰ, ਕਰਮ ਕਾਂਡ। ਉਹ ਬੈਠੇ ਆ ਨਾ ਜਿਹੜੇ ਪਹਾੜਾਂ ਦੇ ਵਿੱਚ, ਗੁਫਾ ਦੇ ਵਿੱਚ ਬੈਠੇ ਆ, ਕਿੰਨੇ ਕਿੰਨੇ ਸਾਲ ਜੀ ਰਹੇ ਆ ਇੱਕ ਰਿੱਧੀਆਂ ਸਿੱਧੀਆਂ ਨਾਲ। ਪਰ ਗੁਰੂ ਸਾਹਿਬ ਕਹਿੰਦੇ ਤੂੰ ਕਿੱਥੋਂ ਅਮਰ ਹੋਣਾ? ਤੂੰ ਅੰਦਰੋਂ ਅਮਰ ਹੋਣਾ ਆ, ਕਿਉਂਕਿ ਤੂੰ ਵਾਹਿਗੁਰੂ ਆ। ਵਾਹਿਗੁਰੂ ਕਦੇ ਵੀ ਮਰਦਾ ਨਹੀਂ ਆ, ਜੀਵਾਤਮਾ ਕਦੇ ਖਤਮ ਨਹੀਂ ਹੁੰਦੀ। ਹੁਣ ਇਸ ਦਾ ਮਤਲਬ ਇਹ ਆ ਕਿ ਜੇ ਵਾਹਿਗੁਰੂ ਨਾਮ ਜਪਾਂਗੇ ਤਾਂ ਸੱਚਖੰਡ ਜਾਵਾਂਗੇ, ਅਮਰ ਉਦੋਂ ਹੀ ਹੋਣਾ ਆ। ਜੇ ਵਾਹਿਗੁਰੂ ਨਾਮ ਨਾ ਜਪਿਆ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਸਾਹਿਬ ਦਾ ਹੱਥ ਆਪਦੇ ਸਿਰ ਤੇ ਰਖਵਾ ਕੇ, ਤਾਂ ਮਰਨਾ ਹੀ ਹੋ ਜਾਣਾ ਆ। ਮੰਨ ਲਓ 84 ਲੱਖ ਜੂਨਾਂ ਦੇ ਵਿੱਚ ਭਟਕਣਾ ਪੈਣਾ ਆ, ਨਰਕਾਂ ਦੇ ਵਿੱਚ ਜਾ ਕੇ ਕੁੱਟ ਖਾਣੀ ਪੈਣੀ ਆ, ਉਹ ਮਰਨਾ ਹੀ ਹੋ ਜਾਣਾ, ਨਿੱਤ ਦਾ ਮਰਨਾ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਉੱਥੇ ਤੇਰੀ ਕੂਕ ਪੁਕਾਰ ਕਿਸੇ ਨੇ ਨਹੀਂ ਸੁਣਨੀ। ਪ੍ਰਭ ਕੋ ਸਿਮਰੈ ਸੇ ਧਨਵੰਤੇ। ਜੋ ਵਾਹਿਗੁਰੂ ਦਾ ਨਾਮ ਸਿਮਰਦੇ ਆ, ਉਹ ਸਭ ਤੋਂ ਵੱਡੇ ਧਨ ਵਾਲੇ, ਸਭ ਤੋਂ ਵੱਡੇ ਧਨਾੜ ਆ। ਆਪਾਂ ਕਹਿੰਦੇ ਆ ਆਪਾਂ ਨੂੰ ਪੈਸਿਆਂ ਦੀ ਕਮੀ ਆ, ਗੁਰੂ ਸਾਹਿਬ ਕਹਿੰਦੇ ਤੈਨੂੰ ਤਾਂ ਕੋਈ ਪੈਸਿਆਂ ਦੀ ਕਮੀ ਨਹੀਂ ਹੈਗੀ, ਤੂੰ ਤਾਂ ਧਨਾੜ ਆ। ਕਿਉਂ? ਕਿਉਂਕਿ ਤੂੰ ਤਾਂ ਸਿਮਰਨ ਕਰ ਰਿਹਾ ਆ। ਇਹ ਤਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਇਹ ਘਟਦਾ ਨੀ ਕਦੇ ਵੀ। ਇਹ ਏਡਾ ਵੱਡਾ ਇਹ ਧਨ ਆ ਨਾ, ਇੰਨਾ ਮਹਿੰਗਾ, ਇੰਨਾ ਕੀਮਤੀ ਧਨ ਆ, ਜਿਹੜਾ ਹਮੇਸ਼ਾ ਖਾਣ ਨਾਲ ਤੇ ਖਰਚਣ ਦੇ ਨਾਲ, ਮਤਲਬ ਆਪ ਜਪੇ ਨਾਲ ਤੇ ਦੂਜਿਆਂ ਨੂੰ ਜਪਣ ਬਾਰੇ ਦੱਸਣ ਦੇ ਨਾਲ, ਇਹ ਹਮੇਸ਼ਾ ਵੱਧਦਾ ਜਾਂਦਾ, ਖਤਮ ਨਹੀਂ ਹੁੰਦਾ। ਤੇ ਉਹ ਕੀ ਹੋਣਗੇ? ਧਨਾੜ ਹੀ ਹੋਣਗੇ ਨਾ। ਪ੍ਰਭ ਕੋ ਸਿਮਰੈ ਸੇ ਪਤਵੰਤੈ, ਇੱਜ਼ਤ ਵਾਲੇ ਬਣ ਜਾਂਦੇ ਆ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਆ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦੇ ਆ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ। ਤੇ ਗੁਰੂ ਸਾਹਿਬ ਦੇ ਘਰ ਦੇ ਵਿੱਚ ਉਹੀ ਕਬੂਲ ਹੋ ਸਕਦੇ ਆ ਜਿਹੜਾ ਸਿਮਰਨ ਕਰਦੇ ਆ। ਹੁਣ ਆਪਾਂ ਆਪ ਇਹ ਸੋਚ ਲਈਏ ਗੱਲ
ਕਿ ਜਿਹੜੇ ਸਿਮਰਨ ਕਰਦੇ ਆ ਉਹੀ ਗੁਰੂ ਸਾਹਿਬ ਦੇ ਘਰ ਦੇ ਵਿੱਚ ਜਾਣਗੇ। ਬਾਕੀ ਕਿੱਥੇ ਜਾਣਗੇ ਉਹ ਆਪਾਂ ਖੁਦ ਅੰਦਾਜ਼ਾ ਲਾ ਸਕਦੇ ਹਾਂ। ਖੁਦ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ। ਕੱਲ ਹੀ ਹਜੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਸ਼ਬਦ ਦੀ ਵਿਚਾਰ ਕਰਵਾਈ ਸੀ। ਉਹਦੇ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਸੀ ਕਿ ਜਿਹੜਾ ਮਾਇਆ ਦੇ ਪਿੱਛੇ ਲੱਗ ਕੇ ਕੁਰਾਹੇ ਪੈ ਜਾਂਦਾ ਆ, ਭੁਲੇਖੇ ਭਰਮਾਂ ਦੇ ਵਿੱਚ ਪੈ ਜਾਂਦਾ ਆ ਨਾ, ਉਹਨੂੰ ਗੁਰੂ ਸਾਹਿਬ ਪਿਆਰ ਨਹੀਂ ਕਰਦੇ। ਉਹਨੂੰ ਗੁਰੂ ਸਾਹਿਬ ਪਿਆਰ ਬਿਲਕੁਲ ਨਹੀਂ ਕਰਦੇ ਤੇ ਉਹਦੇ ਵੱਲ ਵੇਖਦੇ ਵੀ ਨਹੀਂ ਆ। ਪਿਆਰ ਸਿਰਫ ਉਹਨੂੰ ਕਰਦੇ ਆ। ਆਪਾਂ ਕਹਿੰਦੇ ਆ ਨਾ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਵੀ ਮੋਹ ਇਹੋ ਜਿਹੇ ਕਿਹੜੇ ਬੋਲ ਬੋਲੀਏ ਜਿਹਦੇ ਨਾਲ ਗੁਰੂ ਸਾਹਿਬ ਆਪਾਂ ਨੂੰ ਪਿਆਰ ਕਰਨ ਲੱਗ ਜਾਣ। ਆਪਾਂ ਗੁਰੂ ਸਾਹਿਬ ਦੇ ਘਰ ਦੇ ਵਿੱਚ ਕਬੂਲ ਹੋ ਜਾਈਏ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਜਿਹੜਾ ਅੰਮ੍ਰਿਤ ਵੇਲਾ ਪੂਰਾ ਲਾਉਂਦਾ ਆ, ਗੁਰੂ ਸਾਹਿਬ ਦੇ ਕਹਿਣੇ ਦੇ ਵਿੱਚ ਆ, ਗੁਰਮੁਖ ਬਣ ਰਿਹਾ ਆ ਜਾਂ ਗੁਰਮੁਖ ਬਣ ਚੁੱਕਿਆ ਆ, ਉਹ ਕੀ ਆ? ਉਹ ਗੁਰੂ ਸਾਹਿਬ ਦੇ ਕਹਿਣੇ ਦੇ ਵਿੱਚ ਆ ਤੇ ਗੁਰੂ ਸਾਹਿਬ ਦੇ ਘਰ ਦੇ ਵਿੱਚ ਉਹੀ ਕਬੂਲ ਹੋ ਸਕਦਾ ਆ। ਪ੍ਰਭੂ ਕੋ ਸਿਮਰੇ ਸੇ ਪੁਰਖ ਪ੍ਰਧਾਨ, ਸਭ ਤੋਂ ਚੰਗੇ, ਸਭ ਤੋਂ ਸ੍ਰੇਸ਼ਟ ਉਹੀ ਆ ਜਿਹੜੇ ਸਿਮਰਨ ਕਰਦੇ ਆ। ਮੰਨ ਲਓ ਆਪਾਂ ਕਹਿੰਦੇ ਨਾ ਬੰਦਾ ਬੜਾ ਚੰਗਾ ਆ, ਆਪਣੇ ਮੂੰਹ ਚੋਂ ਨਿਕਲਦਾ ਹੈ ਨਾ, ਜੇ ਕਿਸੇ ਨੇ ਆਪਣਾ ਭਲਾ ਕਰਤਾ, ਮੰਨ ਲਓ ਪੈਸੇ ਦੇਤੇ, ਆਪਣਾ ਕੋਈ ਘਰ ਦਾ ਕੰਮ ਕਰਤਾ, ਆਪਣੀ ਕੋਈ ਹੈਲਪ ਕਰਤੀ, ਆਪਾਂ ਕਹਿੰਦੇ ਆ ਬੰਦਾ ਬੜਾ ਚੰਗਾ ਆ। ਪਰ ਗੁਰੂ ਸਾਹਿਬ ਕਿਹਨੂੰ ਚੰਗਾ ਕਹਿ ਰਹੇ ਆ? ਗੁਰੂ ਸਾਹਿਬ ਉਹ ਮਨੁੱਖਾਂ ਨੂੰ ਚੰਗਾ ਕਹਿ ਰਹੇ ਆ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਆ, ਸੁਰਤੀ ਲਾਉਂਦੇ ਆ। ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ, ਪਾਈ ਰੇ ਰਾਮ ਕਹੋ ਚਿੱਤ ਲਾਏ, ਵਾਹਿਗੁਰੂ ਬੋਲੋ ਤੇ ਉਹਦੇ ਵਿੱਚ ਚਿੱਤ ਜੋੜੋ। ਜਿਹੜੇ ਉਸ ਵਾਹਿਗੁਰੂ ਨਾਮ ਦੇ ਵਿੱਚ ਚਿੱਤ ਜੋੜਦੇ ਆ, ਅਸਲ ਦੇ ਵਿੱਚ ਉਹੀ ਚੰਗੇ ਆ, ਉਹੀ ਸਰਬੱਤ ਦਾ ਭਲਾ ਸੋਚ ਸਕਦੇ ਆ, ਕਰ ਸਕਦੇ ਆ। ਪ੍ਰਭੂ ਕੋ ਸਿਮਰੈ ਤੇ ਬੇਮੁਹਤਾਜੇ, ਉਹ ਕਿਸੇ ਦਾ ਮੁਹਤਾਜੀ ਨਹੀਂ ਬਣਦੇ, ਉਹ ਬੇਪਰਵਾਹ ਹੁੰਦੇ ਆ, ਕਿਸੇ ਮੂਹਰੇ ਹੱਥ ਨਹੀਂ ਫੈਲਾਉਂਦੇ। ਕਿਉਂ? ਕਿਉਂਕਿ ਇੱਕ ਵਾਹਿਗੁਰੂ ਤੇ ਹੀ ਉਹਨਾਂ ਦੀ ਮੁਹਤਾਜੀ ਹੁੰਦੀ ਆ। ਪਰਵਾਹ ਸਿਰਫ ਉਹਨਾਂ ਨੂੰ ਵਾਹਿਗੁਰੂ ਦੀ ਹੁੰਦੀ ਆ ਜਿਹੜੇ ਸਿਮਰਨ ਕਰਦੇ ਆ। ਪ੍ਰਭੂ ਕੋ ਸਿਮਰੈ ਤੇ ਸਰਬ ਕੇ ਰਾਜੇ। ਹੁਣ ਆਪਾਂ ਕਹਿੰਦੇ ਆ ਆਪਾਂ ਤਾਂ ਗਰੀਬ ਹੀ ਬੜੇ ਆ, ਕਹਿੰਦੇ ਆ ਨਾ, ਦੋਸ਼ ਦਿੰਦੇ ਆ, ਗੁਰੂ ਸਾਹਿਬ ਜੀ ਆਹ ਕੰਮ ਨੀ ਕਰਾਇਆ ਤੁਸੀਂ, ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ, ਤੁਸੀਂ ਮੇਰਾ ਆਹ ਨੀ ਕੀਤਾ, ਤੁਸੀਂ ਮੇਰਾ ਉਹ ਨੀ ਕੀਤਾ। ਪਰ ਜਿਹੜਾ ਸਿਮਰਨ ਕਰਦੇ ਆ, ਪਹਿਲੀ ਗੱਲ ਉਹ ਗੁਰੂ ਸਾਹਿਬ ਨੂੰ ਕਦੇ ਕੋਸਦੇ ਨਹੀਂ ਆ। ਉਹ ਸਭ ਕੁਝ ਉੱਪਰ, ਜਿਵੇਂ ਗੁਰੂ ਸਾਹਿਬ ਨੇ ਵਿਚਾਰ ਕਰਾਈ ਨਾ, ਕਿ ਸਭ ਕੁਝ ਭਲਾ ਕਰਕੇ ਜਾਣਦੇ ਆ। ਮਤਲਬ ਜੇ ਆਪਾਂ ਸਿਮਰਨ ਕਰ ਰਹੇ ਆ, ਅਸਲ ਦੇ ਵਿੱਚ ਇਹ ਸਾਰਾ ਕੁਝ ਆਪਣੇ ਨਾਲ ਹੋਊਗਾ, ਹੋ ਰਿਹਾ ਹੋਊਗਾ, ਪ੍ਰੈਕਟੀਕਲ ਹੋ ਰਿਹਾ ਹੋਊਗਾ, ਸਿਰਫ ਬੋਲਣ ਥਾਈ ਨਹੀਂ ਰਹੂਗਾ। ਆਪਾਂ ਸੱਚੀ ਦੇ ਵਿੱਚ ਬਾਦਸ਼ਾਹ ਹੋਵਾਂਗੇ। ਇਹ ਸਰਬ ਕੇ ਰਾਜੇ, ਸਭ ਦੇ ਬਾਦਸ਼ਾਹ ਹੋਵਾਂਗੇ ਜੇ ਆਪਾਂ ਸਿਮਰਨ ਕਰ ਰਹੇ ਆ। ਪ੍ਰਭ ਕੋ ਸਿਮਰੈ ਤੇ ਸੁਖ ਵਾਸੀ, ਜੋ ਵਾਹਿਗੁਰੂ ਦਾ ਨਾਮ ਸਿਮਰਦੇ ਆ ਉਹ ਹਮੇਸ਼ਾ ਸੁਖੀ ਰਹਿੰਦੇ ਆ। ਸੁਖ ਵਾਸੀ, ਸੁਖ ਦੇ ਵਿੱਚ ਵਸਦੇ ਆ। ਸੁਖ ਕਿਹੜਾ? ਉਹਨਾਂ ਨੂੰ ਕੋਈ ਵਿਕਾਰ ਨਹੀਂ ਤੰਗ ਕਰ ਸਕਦਾ। ਆਤਮਿਕ ਆਨੰਦ ਦੇ ਵਿੱਚ ਉਹ ਟਿਕੇ ਰਹਿੰਦੇ ਆ। ਉਹਨਾਂ ਦੇ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਹੁੰਦਾ। ਜੇ ਕਿਸੇ ਨੇ ਕੁਝ ਕਹਿਤਾ ਤਾਂ ਉਹ ਮੱਥੇ ਤੇ ਤਿਉੜੀ ਨਹੀਂ ਪਾਉਂਦੇ, ਉਹ ਗੁੱਸਾ ਨਹੀਂ ਕਰਦੇ, ਉਹ ਵਾਹਿਗੁਰੂ ਜਪਦੇ ਆ। ਜਿਹੜਾ ਸਿਮਰਨ ਕਰਦਾ ਉਹਨੂੰ ਵਾਹਿਗੁਰੂ ਨਾਮ ਦੀ ਆਦਤ ਪੈ ਜਾਂਦੀ ਆ, ਉਹਦੀ ਖੁਰਾਕ ਹੀ ਵਾਹਿਗੁਰੂ ਨਾਮ ਬਣ ਜਾਂਦੀ ਆ। ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਦਾ ਕੀ ਆ? ਜਨਮ ਮਰਨ ਤੋਂ ਰਹਿਤ ਹੋ ਜਾਂਦਾ, ਬਿਨਾਸੀ। ਵਾਹਿਗੁਰੂ ਨੂੰ ਬਿਨਾਸੀ ਕਹਿੰਦੇ ਆ ਨਾ ਆਪਾਂ, ਅਬਿਨਾਸੀ ਜੀਵਨ ਕੋ ਦਾਤਾ ਆਪਾਂ ਕਹਿੰਦੇ ਆ ਨਾ। ਤੇ ਜੇ ਉਹ ਬਿਨਾਸੀ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਆਪਾਂ ਵੀ ਅਬਿਨਾਸੀ ਬਣ ਜਾਵਾਂਗੇ। ਕਿਵੇਂ? ਜਨਮ ਮਰਨ ਤੋਂ ਰਹਿਤ। ਜੇ ਗੁਰੂ ਸਾਹਿਬ ਜਨਮ ਮਰਨ ਤੋਂ ਰਹਿਤ ਹੈ ਤੇ ਉਹਨਾਂ ਦਾ ਪੁੱਤਰ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਸਿਮਰਨ ਤੇ ਉਹੀ ਲੱਗਦੇ ਆ ਜਿਨ੍ਹਾਂ ਤੇ ਗੁਰੂ ਸਾਹਿਬ ਆਪਣੀ ਮਿਹਰ ਕਰਦੇ ਆ, ਦਇਆ ਕਰਦੇ ਆ। ਤੇ ਜੇ ਗੁਰੂ ਸਾਹਿਬ ਨੇ ਆਪਾਂ ਨੂੰ ਲਾਇਆ ਆ ਤਾਂ ਮਤਲਬ ਗੁਰੂ ਸਾਹਿਬ ਆਪਾਂ ਨੂੰ ਸਿਮਰਨ ਕਰਵਾਉਣਾ ਚਾਹੁੰਦੇ ਆ। ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ। ਨਾਨਕ ਜਨ ਕੇ ਮੰਗੇ ਰਵਾਲਾ, ਕੋਈ ਵਡਭਾਗੀ ਹੁੰਦਾ ਆ, ਵੱਡੇ ਭਾਗਾਂ ਵਾਲਾ ਹੁੰਦਾ ਆ। ਜਨ ਕੀ ਮੰਗੈ ਰਵਾਲਾ, ਵੀ ਜਿਹੜਾ ਇਹਨਾਂ ਗੁਰਮੁਖਾਂ ਦੀ, ਜਿਹੜੇ ਸਿਮਰਨ ਕਰਦੇ ਆ, ਜਿਹੜੇ ਇੰਨੇ ਸੁੱਖ ਮਾਣਦੇ ਆ ਗੁਰੂ ਸਾਹਿਬ ਤੋਂ ਦਿੱਤੇ ਹੋਏ, ਇੰਨੇ ਖਜ਼ਾਨੇ ਉਹਨਾਂ ਕੋਲ ਇਕੱਠੇ ਹੋ ਚੁੱਕੇ ਆ, ਉਹਨਾਂ ਦੀ ਚਰਨ ਧੂੜ ਮੰਗਦਾ ਵਾਹਿਗੁਰੂ ਜੀ।
ਉਹ ਧੰਨ ਹੈ ਜਿਹੜੇ ਇਹਨਾਂ ਦੀ ਚਰਨ ਧੂੜ ਮੰਗਦੇ ਆ ਗੁਰਮੁਖ ਪਿਆਰਿਆਂ ਦੀ। ਜਿਹੜੇ ਸਿਮਰਨ ਕਰਦੇ ਆ ਉਹ ਤਾਂ ਮੰਨ ਲਓ ਵਾਹਿਗੁਰੂ ਹੀ ਆ, ਗੁਰੂ ਨਾਨਕ ਹੀ ਆ, ਤੇ ਉਹਨਾਂ ਦੀ ਚਰਨ ਧੂੜ ਕਿਉਂ ਨਾ ਲਈਏ। ਉਹਨਾਂ ਦੀ ਚਰਨ ਧੂੜ ਦੇ ਨਾਲ ਆਪਣਾ ਕੀ ਆ, ਅੰਦਰੋਂ ਪਵਿੱਤਰ ਹੋ ਜਾਣਾ ਆ। ਇੱਕ ਗੁਰਸਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਨਾ ਕਿ ਮੰਨ ਲਓ ਗੁਰਮੁਖਾਂ ਦੇ ਚਰਨਾਂ ਦੀ ਧੂੜ ਉੱਡ ਕੇ ਵੀ ਜੇ ਆਪਣੇ ਅੱਖਾਂ ਦੇ ਵਿੱਚ ਪੈ ਗਈ ਨਾ, ਤਾਂ ਆਪਣਾ ਕੀ ਆ, ਜੀਵਨ ਸੁਧਰ ਜਾਊਗਾ, ਆਪਣੀਆਂ ਅੱਖਾਂ ਪਵਿੱਤਰ ਹੋ ਜਾਣਗੀਆਂ, ਆਪਣਾ ਜੀਵਨ ਪਵਿੱਤਰ ਹੋ ਜਾਊਗਾ। ਪ੍ਰਭੂ ਕੋ ਸਿਮਰੈ ਸੇ ਪਰਉਪਕਾਰੀ। ਪਰਉਪਕਾਰ ਦੀ ਗੱਲ, ਦੂਜੇ ਦੀ ਭਲਾਈ ਦੀ ਗੱਲ ਸਿਰਫ ਤੇ ਸਿਰਫ ਉਹ ਸੋਚ ਸਕਦਾ ਆ ਜਿਹੜਾ ਸਿਮਰਨ ਕਰਦਾ, ਜਿਹੜਾ ਇੱਕ ਵਾਹਿਗੁਰੂ ਨਾਮ ਦੇ ਨਾਲ ਜੁੜਿਆ ਹੋਇਆ, ਦੂਜਾ ਨਹੀਂ ਸੋਚ ਸਕਦਾ। ਇਹ ਪ੍ਰੈਕਟੀਕਲ ਕਰਕੇ ਵੇਖਿਓ। ਵਾਹਿਗੁਰੂ ਜਦੋਂ ਸਿਮਰਨ ਕਰਦੇ ਆ ਨਾ, ਆਪਾਂ ਅੰਦਰੋਂ ਇੰਨੇ ਕੋਮਲ ਹੋ ਜਾਂਦੇ ਆ ਕਿ ਆਪਾਂ ਨੂੰ ਦੂਜੇ ਦਾ ਦੁੱਖ ਨਹੀਂ ਸਹਾਰਿਆ ਜਾਂਦਾ, ਆਪਾਂ ਦੂਜੇ ਦੀ ਅਰਦਾਸ ਕਰਦੇ ਆ। ਮੰਨ ਲਓ ਬਾਹਰ ਕਿੰਨੇ ਹੀ ਮਨਮੁਖ ਤੁਰੇ ਫਿਰਦੇ ਆ ਨਾ, ਸਭ ਦੀ ਮਨੋਂ ਅਰਦਾਸ ਨਿਕਲੂਗੀ, ਗੁਰੂ ਸਾਹਿਬ ਜੀ ਇਹਨਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਨਹੀਂ ਇਹਨਾਂ ਨੇ ਭਟਕ ਜਾਣਾ ਆ। ਤੇ ਭਟਕੇ ਫਿਰਦੇ ਆ, ਅੱਗੇ ਜਾ ਕੇ ਕਿੱਦਾਂ ਭਟਕ ਜਾਣਾ ਆ, ਜਨਮ ਮਰਨ ਦੇ ਗੇੜ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਇਹਨਾਂ ਨੇ ਪੈ ਜਾਣਾ, ਇਹਨਾਂ ਨੂੰ ਨਰਕ ਜਾਣਾ ਪੈਣਾ। ਪਰਉਪਕਾਰੀ ਦੂਜਿਆਂ ਦੀ ਭਲਾਈ ਸੋਚਦੇ ਆ, ਜਿਹੜੇ ਸਿਮਰਨ ਕਰਦੇ ਆ, ਜਿਹੜੇ ਵਾਹਿਗੁਰੂ ਨੂੰ ਇੱਕ ਨੂੰ ਆਪਦੇ ਅੰਦਰ ਵਸਾਉਂਦੇ ਆ, ਉਹ ਦੂਜਿਆਂ ਦਾ ਹਮੇਸ਼ਾ ਭਲਾ ਹੀ ਮੰਗਦੇ ਆ। ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ, ਵੀ ਉਹਨਾਂ ਤੋਂ ਮੈਂ ਵਾਹਿਗੁਰੂ ਜੀ ਸਦਕੇ ਜਾਨਾ ਆ ਜਿਹੜੇ ਇੰਨੇ ਧਨ ਆ। ਪ੍ਰਭ ਕੋ ਸਿਮਰੈ ਸੇ ਸੁਖ ਸੁਹਾਵੈ, ਜਿਹੜੇ ਵਾਹਿਗੁਰੂ ਦਾ ਨਾਮ ਸਿਮਰਦੇ ਆ, ਉਹਨਾਂ ਦੇ ਮੂੰਹ ਸੋਹਣੇ ਲੱਗਣ ਲੱਗ ਜਾਂਦੇ ਆ। ਅੱਜ ਕੱਲ ਕੀ ਹੁੰਦਾ ਆ, ਆਪਾਂ ਨੂੰ ਮੇਕਅਪ ਕਰਕੇ ਸੋਹਣਾ ਬਣਾਉਣਾ ਪੈਂਦਾ ਆ ਆਪਣਾ ਮੂੰਹ, ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਸਿਮਰਨ ਕਰਦੇ ਉਹਨਾਂ ਦਾ ਮੂੰਹ ਹੀ ਸੋਹਣਾ ਲੱਗਣ ਲੱਗ ਜਾਂਦਾ, ਉਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆ। ਉਹਨਾਂ ਦੇ ਮੂੰਹ ਤੇ ਇੰਨਾ ਨੂਰ ਆਉਂਦਾ ਆ ਨਾ ਕਿ ਵੇਖ ਕੇ, ਉਹਨਾਂ ਵੱਲ ਵੇਖ ਕੇ ਵੀ ਬਹੁਤ ਵਧੀਆ ਲੱਗਦਾ। ਇੱਕ ਜਿਵੇਂ ਕਹਿੰਦੇ ਆ ਨਾ, ਪੋਜ਼ਿਟਿਵ ਵਾਈਬਸ ਆਪਣੇ ਵੱਲ ਆਉਂਦੀਆਂ ਨੇ। ਉਹਨਾਂ ਦੇ ਨਾਲ ਬੈਠ ਕੇ, ਉਹਨਾਂ ਦੇ ਨਾਲ ਗੱਲ ਕਰਕੇ ਗੁਰੂ ਸਾਹਿਬ ਚੇਤੇ ਆ ਜਾਂਦੇ ਆ, ਵਾਹਿਗੁਰੂ ਚੇਤੇ ਆ ਜਾਂਦਾ ਆ। ਮਤਲਬ ਉਹ ਇੰਨੇ ਸੋਹਣੇ ਹੁੰਦੇ ਆ, ਅੰਦਰੋਂ ਵੀ ਤੇ ਬਾਹਰੋਂ ਵੀ। ਪ੍ਰਭੂ ਕੋ ਸਿਮਰੈ ਤਿਨ ਸੁਖ ਬਿਹਾਵੈ, ਉਹਨਾਂ ਦੀ ਉਮਰ ਆ ਨਾ ਹਮੇਸ਼ਾ ਸੁੱਖ ਦੇ ਵਿੱਚ ਗੁਜ਼ਰਦੀ ਆ। ਤਿੰਨ ਸੁਖ ਬਿਹਾਵੈ, ਸਾਰੀ ਉਮਰ ਬੀਤਦੀ ਆ ਸਿਰਫ ਤੇ ਸਿਰਫ ਸੁੱਖ ਦੇ ਵਿੱਚ। ਮਤਲਬ ਉਹ ਕਲੇਸ਼ਾਂ ਤੋਂ, ਨਿੰਦਾ ਚੁਗਲੀ ਤੋਂ, ਇਹ ਵਿਕਾਰਾਂ ਤੋਂ, ਭੈੜੀ ਮੱਤ ਤੋਂ, ਇਹ ਸਾਰੀਆਂ ਚੀਜ਼ਾਂ ਤੋਂ ਦੂਰ ਨੇ, ਹਮੇਸ਼ਾ ਸੁੱਖ ਦੇ ਵਿੱਚ ਰਹਿੰਦੇ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਹੁਣ ਜਿਨ੍ਹਾਂ ਨੇ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਿਆ, ਸੁੱਖ ਦੇ ਵਿੱਚ ਉਹ ਇੰਨਾ ਟੱਪਿਆ ਨਹੀਂ, ਤੇ ਸੋਨੇ ਨੂੰ ਮਿੱਟੀ ਕਰਕੇ ਜਾਣਿਆ, ਏਦਾਂ ਦਾ ਸੁਭਾਅ ਬਣ ਗਿਆ। ਹੁਣ ਤਾਂ ਕਿਸੇ ਚੀਜ਼ ਦਾ ਕੋਈ ਫਰਕ ਹੀ ਨਹੀਂ ਪਊਗਾ। ਕਿਉਂ? ਕਿਉਂਕਿ ਉਹ ਸਿਮਰਨ ਕਰ ਰਿਹਾ, ਇੱਕ ਵਾਹਿਗੁਰੂ ਨਾਮ ਦੇ ਵਿੱਚ ਲੀਨ ਹੋਇਆ ਆ। ਉਹਨੇ ਅਸਲ ਦੇ ਵਿੱਚ ਗੁਰੂ ਸਾਹਿਬ ਦੀ ਗੱਲ ਮੰਨੀ ਆ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਹੁਣ ਜਿਹੜੇ ਵਾਹਿਗੁਰੂ ਦਾ ਨਾਮ ਸਿਮਰਦੇ ਆ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਆ। ਆਪਣੇ ਆਪ ਨੂੰ ਕਿਵੇਂ? ਸਮਝ ਲੈਂਦੇ ਆ ਕਿ ਮੈਂ ਵਾਹਿਗੁਰੂ ਆ, ਜਿੱਤ ਹੀ ਜਾਣਾ ਆ। ਫਿਰ ਉਹਨੇ ਤਾਂ ਵਾਹਿਗੁਰੂ ਹਮੇਸ਼ਾ ਜਿੱਤਦਾ ਹੀ ਆ। ਆਪਣੇ ਅੰਦਰੋਂ ਉਹਨੇ ਭਾਲ ਲੈਣਾ ਆ ਕਿ ਮੈਂ ਵਾਹਿਗੁਰੂ ਆ। ਆਪਦੇ ਮਨ ਨੂੰ ਜਿੱਤ ਲੈਂਦੇ ਆ, ਆਪਣੇ ਆਪ ਨੂੰ ਜਿੱਤ ਲੈਂਦੇ ਆ। ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਫਿਰ ਉਹਨਾਂ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਹੁੰਦਾ ਹੈ ਨਾ, ਰੀਤਾ ਮਤਲਬ ਕਿ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਉਹਨਾਂ ਦਾ ਬਹੁਤ ਪਵਿੱਤਰ ਹੁੰਦਾ ਆ। ਚੰਗਾ ਵੇਖਣਾ, ਚੰਗਾ ਸੁਣਨਾ, ਚੰਗਾ ਬੋਲਣਾ, ਗੁਰੂ ਸਾਹਿਬ ਦੇ ਹਿਸਾਬ ਨਾਲ ਆਪਣਾ ਜੀਵਨ ਬਿਤਾਉਣਾ, ਘਰ ਪਰਿਵਾਰ ਦੇ ਵਿੱਚ, ਗ੍ਰਸਤੀ ਜੀਵਨ ਦੇ ਵਿੱਚ, ਬਾਹਰ ਵਿਚਰਦਿਆਂ ਹੋਇਆਂ, ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ, ਗੁਰੂ ਸਾਹਿਬ ਦੇ ਹੁਕਮ ਵਿੱਚ ਤੁਰਦੇ ਹੋਏ, ਹਰ ਸੋਚ ਸੋਚਣੀ ਆ ਤਾਂ ਵਾਹਿਗੁਰੂ ਦੇ ਤਰੀਕੇ ਦੇ ਨਾਲ, ਗੁਰੂ ਸਾਹਿਬ ਦੇ ਤਰੀਕੇ ਦੇ ਨਾਲ। ਉਹਨਾਂ ਦਾ ਜਿਉਣ ਦਾ ਤਰੀਕਾ ਬੜਾ ਪਵਿੱਤਰ ਹੋ ਜਾਂਦਾ ਆ। ਕਦੇ ਇੱਕ ਗੁਰਮੁਖ ਪਿਆਰੇ ਨੂੰ ਵੇਖਾਂਗੇ ਨਾ, ਉਹਨੇ ਜਿਉਣ ਦਾ ਤਰੀਕਾ ਵੇਖਿਓ ਜਰਾ, ਸ਼ਾਂਤ, ਬਹੁਤ ਸਹਿਜ ਦੇ ਵਿੱਚ ਟਿਕਿਆ ਹੋਇਆ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ। ਹੁਣ ਜਿਹੜੇ ਵਾਹਿਗੁਰੂ ਦਾ ਨਾਮ ਸਿਮਰਦੇ ਆ ਨਾ,
ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਤੇ ਆਨੰਦ ਘਨੇਰੇ। ਉਹ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਆ, ਸੁੱਖ ਦੇ ਵਿੱਚ ਰਹਿੰਦੇ ਆ। ਉਹਨਾਂ ਦੇ ਆਲੇ ਦੁਆਲੇ, ਉਹਨਾਂ ਦੇ ਅੰਦਰ ਖੁਸ਼ੀਆਂ ਹੀ ਭਰੀਆਂ ਹੁੰਦੀਆਂ, ਆਨੰਦ ਦੇ ਵਿੱਚ ਹੀ ਰਹਿੰਦੇ ਆ। ਉਹਨਾਂ ਦੇ ਅੰਦਰ ਇੰਨਾ ਆਨੰਦ ਹੁੰਦਾ ਆ ਨਾ ਕਿ ਬਾਹਰ ਜੋ ਵੀ ਹੋ ਰਿਹਾ ਆ, ਉਹਨਾਂ ਨੂੰ ਅਸਰ ਨਹੀਂ ਪੈਂਦਾ ਉਸ ਚੀਜ਼ ਦਾ। ਮਤਲਬ ਉਹ ਅੰਦਰੋਂ ਨਹੀਂ ਡੋਲਦੇ, ਡਿਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ। ਉਹ ਡਿੱਗਦੇ ਵੀ ਨਹੀਂ, ਕਦੇ ਡੋਲਦੇ ਵੀ ਨਹੀਂ। ਸਿਰਫ ਇਹ ਸਰੀਰ ਦੀ ਗੱਲ ਨਹੀਂ ਕੀਤੀ ਡਿੱਗਣ ਡੋਲਣ ਦੀ, ਇਹ ਮਨ ਦੀ ਗੱਲ ਕੀਤੀ ਆ ਕਿ ਉਹ ਅੰਦਰੋਂ ਕਦੇ ਵੀ ਨਹੀਂ ਡਿੱਗਦੇ। ਉਹਨਾਂ ਦੀ ਅਵਸਥਾ ਕਦੇ ਨਹੀਂ ਡਿੱਗਦੀ, ਜਿਹੜੇ ਇੱਕ ਵਾਹਿਗੁਰੂ ਸਿਮਰਨ ਦੇ ਵਿੱਚ ਟਿਕੇ ਰਹਿੰਦੇ ਆ। ਡੋਲਦੇ ਵੀ ਨਹੀਂ ਆ ਉਹ ਕਿਸੇ ਕੋਈ ਵੀ ਸਿਚੁਏਸ਼ਨ ਆ ਗਈ ਜ਼ਿੰਦਗੀ ਦੇ ਵਿੱਚ, ਉਹ ਡੋਲਦੇ ਨਹੀਂ ਆ। ਉਹ ਸਦਾ ਆਨੰਦ ਦੇ ਵਿੱਚ ਰਹਿੰਦੇ ਆ, ਗੁਰੂ ਸਾਹਿਬ ਦਾ ਭਾਣਾ ਮਿੱਠਾ ਕਰਕੇ ਮੰਨਦੇ ਆ। ਪ੍ਰਭੂ ਕੋ ਸਿਮਰੈ ਬਸੇ ਹਰ ਨੇਰੇ, ਕਿਉਂਕਿ ਉਹ ਗੁਰੂ ਸਾਹਿਬ ਨੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਮੇਸ਼ਾ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਆ ਅਸੀਂ। ਗੁਰੂ ਸਾਹਿਬ ਨੂੰ ਵਸਦਾ ਵੇਖਦੇ ਆ। ਬਸੈ ਹਰ ਨੇਰੇ, ਉਹ ਜਾਣਦੇ ਆ ਕਿ ਗੁਰੂ ਸਾਹਿਬ ਮੇਰੇ ਨੇੜੇ ਹੀ ਵਸਦੇ ਆ। ਉਹ ਵਾਹਿਗੁਰੂ ਮੇਰੇ ਨੇੜੇ ਵਸ ਰਿਹਾ ਆ, ਮੇਰੇ ਅੰਦਰ ਵਸ ਰਿਹਾ। ਜਿਹੜਾ ਸਿਮਰਨ ਕਰਦਾ ਉਹਨੂੰ ਇਹ ਗੱਲ ਸਮਝ ਪੈ ਜਾਂਦੀ ਆ। ਸੰਤ ਕਿਰਪਾ ਤੇ ਅੰਦਿਨ ਜਾਗ, ਗੁਰੂ ਸਾਹਿਬ ਦੀ ਉਸ ਸੰਤਾਂ ਦੀ, ਉਸ ਸੰਗਤ ਦੀ ਕਿਰਪਾ ਦੇ ਨਾਲ ਜਾਂ ਹਰ ਵੇਲੇ ਸਿਮਰਨ ਦੀ ਜਾਗ ਆ ਸਕਦੀ ਆ, ਅੰਦਿਨ ਜਾਗ। ਹੁਣ ਦਿਨ ਰਾਤ ਉਹ ਜਾਗਦਾ ਰਹਿੰਦਾ ਆ। ਦਿਨ ਰਾਤ ਉਹਨੂੰ ਪਤਾ ਆ ਕਿ ਮੈਂ ਕੀ ਕਰਨਾ ਆ। ਸੁੱਤਾ ਨੀ ਰਹਿੰਦਾ। ਸੌਂਦਾ ਕਾਹਦੇ ਚ ਆ ਬੰਦਾ? ਮਾਇਆ ਚ ਸੌਂਦਾ ਆ ਕਿ ਮੈਂ ਆਹ ਵੀ ਕਮਾ ਲਵਾਂ, ਆਹ ਵੀ ਇਕੱਠਾ ਕਰ ਲਵਾਂ, ਇਹ ਵੀ ਚਸਕੇ ਪੂਰੇ ਕਰ ਲਵਾਂ, ਆਹ ਵੀ ਮਨਸਾ ਆਪਦੀ ਪੂਰੀ ਕਰ ਲਵਾਂ। ਪਰ ਜਿਹੜਾ ਸਿਮਰਨ ਕਰਦਾ ਆ, ਜਿਹੜਾ ਸੰਗਤ ਦੇ ਵਿੱਚ ਬੈਠਦਾ ਆ, ਉਸ ਸੰਗਤ ਦੀ ਕਿਰਪਾ ਦੇ ਨਾਲ, ਉਸ ਸੰਗਤ ਦੀ ਵਿੱਚ ਬੈਠ ਕੇ ਸੰਗਤ ਦੀ ਕਿਰਪਾ ਦੇ ਨਾਲ ਅਨਦਿਨ ਜਾਗ, ਦਿਨ ਰਾਤ ਕੀ ਆ? ਜਾਗਦਾ ਰਹਿੰਦਾ ਆ। ਨਾਨਕ ਸਿਮਰਨ ਪੂਰੇ ਭਾਗ, ਸਿਮਰਨ ਦੀ ਦਾਤ ਬਹੁਤ ਹੀ ਵੱਡੇ ਕਰਮਾਂ ਨਾਲ, ਭਾਗਾਂ ਨਾਲ ਮਿਲਦੀ ਆ। ਤੇ ਜੇ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਦਿੱਤੀ ਆ ਨਾ ਦਾਤ, ਤੇ ਆਪਾਂ ਗੁਰੂ ਸਾਹਿਬ ਨੂੰ ਇੰਨਾ ਸ਼ੁਕਰਾਨਾ ਕਰੀਏ। ਗੁਰੂ ਸਾਹਿਬ ਜੀ, ਪੂਰੀ ਦੁਨੀਆ ਦੇ ਵਿੱਚ ਨਾ ਇਹ ਗੱਲ ਕਿਸੇ ਨੂੰ ਨਹੀਂ ਸਮਝਾਈ ਤੁਸੀਂ ਵਿਰਲਿਆਂ ਨੂੰ ਹੀ ਸਮਝਾਈ ਆ ਕਿ ਸਿਮਰਨ ਕਰਨਾ ਆ। ਬਾਣੀ ਬਹੁਤ ਵਿਚਾਰ ਰਹੇ ਨੇ, ਪਰ ਬਾਣੀ ਦੇ ਵਿੱਚ ਕੀ ਲਿਖਿਆ ਉਹ ਵਿਚਾਰਦੇ ਹੁੰਦਿਆਂ ਸੁਣਦਿਆਂ ਵੀ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਨਾਮ ਜਪਣਾ ਆ। ਪਰ ਤੁਸੀਂ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਸਿਮਰਨ ਕਰਨਾ, ਬਾਣੀ ਦੀ ਵਿਚਾਰ ਕਰਨੀ ਆ। ਗੁਰਬਾਣੀ ਦੀ ਵਿਚਾਰ ਜੇ ਕਰ ਰਹੇ ਆ, ਉਹਦੇ ਵਰਗਾ ਜੀਵਨ ਵੀ ਬਣਾਉਣਾ ਆ, ਜੀਵਨ ਦੇ ਵਿੱਚ ਲੈ ਕੇ ਆਉਣਾ ਆ ਉਹਨੂੰ, ਬਾਣੀ ਨੂੰ। ਆਪਦੇ ਗੁਰੂ ਪਿਤਾ ਵਰਗਾ ਬਣਨਾ ਆ, ਆਪਦੇ ਪਿਓ ਵਰਗਾ ਬਣਨਾ ਆ। ਸੰਗਤ ਕਰਨੀ ਆ, ਸੰਗਤ ਦੇ ਚਰਨਾਂ ਦੀ ਧੂੜ ਬਣ ਜਾਣਾ ਆ, ਤੇ ਸੰਗਤ ਦੇ ਚਰਨਾਂ ਦੀ ਧੂੜ ਲੈਣੀ ਆ। ਇੰਨੀ ਨਿਮਰਤਾ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਮੇਰਾ ਬੋਲਣਾ ਕੀ ਮਿੱਠਾ ਹੋ ਜਾਊਗਾ, ਮੈਂ ਇੰਨਾ ਨੀਵਾਂ ਹੋ ਜਾਊਂਗਾ ਉਹਨਾਂ ਦੇ ਸਾਹਮਣੇ, ਅੰਦਰੋਂ ਇੰਨਾ ਨੀਵਾਂ ਹੋ ਜਾਊਂਗਾ। ਕਾਹਦੇ ਨਾਲ ਹੋਇਆ? ਕਿਉਂਕਿ ਤੁਸੀਂ ਮੈਨੂੰ ਵੱਡੇ ਭਾਗਾਂ ਵਾਲੇ ਬਣਾਇਆ ਹੈ, ਸਿਮਰਨ ਦੀ ਦਾਤ ਦੇ ਕੇ, ਸਿਮਰਨ ਬਾਰੇ ਸਮਝਾ ਕੇ। ਗੁਰੂ ਸਾਹਿਬ ਜੀ, ਤੁਹਾਡਾ ਸ਼ੁਕਰਾਨਾ ਆ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਜਿੰਨੇ ਵੀ ਕੰਮ ਅੜੇ ਹੋਏ ਆ ਨਾ, ਸਾਰੇ ਕੰਮ ਪੂਰੇ ਹੁੰਦੇ ਆ। ਸਭ ਤੋਂ ਵੱਡਾ ਕੰਮ ਕੀ ਆ? ਗੁਰੂ ਸਾਹਿਬ ਦੇ ਨਾਲ ਮਿਲਾਪ ਦੀ ਗੱਲ। ਇੱਥੇ ਜਿੰਨੇ ਵੀ ਕੰਮ ਆ ਨਾ, ਭਾਵੇਂ ਜਿੰਨੇ ਮਰਜ਼ੀ ਕੰਮ ਹੋਣ, ਸਾਰੇ ਇੱਕ ਦਿਨ ਇਹ ਸਵਾਸ ਨਿਕਲ ਗਏ ਨਾ, ਸਭ ਅਧੂਰੇ ਰਹਿ ਜਾਣੇ। ਅਧੂਰੇ ਛੱਡ ਕੇ ਚਲੇ ਜਾਣਾ ਆਪਾਂ ਇੱਥੋਂ। ਮੰਨ ਲਓ ਅੱਜ ਕੋਈ ਕੰਮ ਅੜਿਆ ਆ, ਕਈ ਤਰੀਕਿਆਂ ਦੇ ਨਾਲ ਆਪਾਂ ਇਸ ਤੁਕ ਨੂੰ ਸਮਝ ਸਕਦੇ ਹਾਂ। ਹਰ ਇੱਕ ਤੁਕ ਨੂੰ ਇੱਕ ਨਵੇਂ ਤਰੀਕੇ ਨਾਲ ਸਮਝਾਉਂਦੇ ਆ ਹਰ ਵਾਰੀ ਗੁਰੂ ਸਾਹਿਬ। ਮੰਨ ਲਓ ਅੱਜ ਦਿਨ ਦੇ ਵਿੱਚ ਕੋਈ ਕੰਮ ਅੜਿਆ, ਸਿਮਰਨ ਕੀਤਾ, ਉਹ ਕੰਮ ਨੇ ਨਿਕਲ ਜਾਣਾ ਆ, ਕੰਮ ਨੇ ਪੂਰਾ ਹੋ ਜਾਣਾ ਆ। ਇਸੇ ਤਰੀਕੇ ਨਾਲ ਗੁਰੂ ਸਾਹਿਬ ਇਹ ਵੀ ਕਹਿੰਦੇ ਆ, ਇੱਥੇ ਜਿਹੜੇ ਕੰਮ ਕੀਤੇ ਹੋਏ ਆ ਤੇਰੇ ਕੰਮ ਨਹੀਂ ਆਉਣੇ। ਅਸਲੀ ਕੰਮ ਕਿਹੜਾ ਪੂਰਾ ਹੋਣਾ ਤੇਰਾ ਸਿਮਰਨ ਕਰਨ ਦੇ ਨਾਲ? ਤੇਰਾ ਮਿਲਾਪ ਗੁਰੂ ਸਾਹਿਬ ਦੇ ਨਾਲ ਹੋ ਜਾਣਾ ਆ। ਹੁਣ ਕੰਮ ਪੂਰੇ ਹੋ ਗਏ, ਮਤਲਬ ਜਿੰਨੀਆਂ ਵੀ ਉਹਦੀਆਂ ਲੋੜਾਂ ਆ ਨਾ, ਉਹਨਾਂ ਦੇ ਪਿੱਛੇ ਨਹੀਂ ਭੱਜਦਾ। ਅਸਲੀ ਕੰਮ ਗੁਰੂ ਸਾਹਿਬ ਨਾਲ ਮਿਲਾਪ ਦੇ ਪਿੱਛੇ ਭੱਜਦਾ ਆ। ਰੱਬ ਕਿਆ ਸਿਮਰਨ ਕਬਹੂ ਨਾ ਝੂਰੈ। ਅੰਦਰ ਕੀ ਆ? ਚਿੰਤਾ ਫਿਕਰ ਲੱਗੀ ਰਹਿੰਦੀ ਆ, ਬੱਚਿਆਂ ਦੀ, ਘਰ ਪਰਿਵਾਰ ਦੀ, ਮੇਰਾ ਧਨ ਨਾ ਖੋਇਆ ਜਾਵੇ ਮੈਥੋਂ।
ਕਿਤੇ ਘਟ ਨਾ ਜਾਵੇ, ਕਿਤੇ ਮੇਰਾ ਕਾਰੋਬਾਰ ਡੁੱਬ ਨਾ ਜਾਵੇ। ਹਰ ਇੱਕ ਚੀਜ਼ ਦੀ, ਹਰ ਇੱਕ ਸੋਚ ਦੀ ਆਪਾਂ ਕੀ ਆ, ਚਿੰਤਾ ਫਿਕਰ ਲਈ ਬੈਠੇ ਆ। ਪਰ ਗੁਰੂ ਸਾਹਿਬ ਕਹਿੰਦੇ ਆ, ਜਿਹੜਾ ਵੀ ਇੱਕ ਵਾਹਿਗੁਰੂ ਨਾਮ ਦੇ ਵਿੱਚ ਰੰਗਿਆ ਜਾਂਦਾ ਆ, ਸਿਮਰਨ ਕਰਦਾ ਆ, ਕਬੂ ਨਾ ਝੂਰੇ। ਉਹ ਚਿੰਤਾ ਦੇ ਵਿੱਚ ਕਦੇ ਝੁਰਦਾ ਹੀ ਹੈ ਨਹੀਂ। ਕਿਉਂਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਗੱਲ ਉਹਨੂੰ ਸਮਝ ਪੈ ਜਾਂਦੀ ਹੈ ਕਿ ਮੈਂ ਚਿੰਤਾ ਨਹੀਂ ਕਰਨੀ, ਉਸ ਵਾਹਿਗੁਰੂ ਨੂੰ ਆਪਦੇ ਪੁੱਤਰ ਦੀ ਚਿੰਤਾ ਹੈਗੀ ਆ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਵਾਹਿਗੁਰੂ ਦਾ ਜਿਹੜਾ ਸਿਮਰਨ ਕਰਦੇ ਆ ਨਾ, ਹਰ ਗੁਣ ਬਾਣੀ। ਹੁਣ ਮਤਲਬ ਉਹ ਗੁਰੂ ਸਾਹਿਬ ਦੇ ਗੁਣਾਂ ਵਾਲੀ ਬਾਣੀ, ਗੁਰੂ ਸਾਹਿਬ ਦੇ ਗੁਣਾਂ ਵਾਲੀ ਬਾਣੀ ਨੂੰ ਪੜ੍ਹਦੇ ਆ, ਸਮਝਦੇ ਆ, ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੇ ਆ। ਸਿਰਫ ਸਿਮਰਨ ਕਰਨ ਵਾਲਾ ਬੰਦਾ ਏਦਾਂ ਕਰ ਸਕਦਾ ਆ ਵੀ ਉਹ ਗੁਰਬਾਣੀ ਸਮਝ ਰਿਹਾ ਤੇ ਆਪਦੇ ਜੀਵਨ ਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਉਹਨੂੰ ਆਦਤ ਪੈ ਜਾਂਦੀ ਆ ਉਸ ਚੀਜ਼ ਦੀ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਕਿਹਾ ਆ ਤੇ ਉਹ ਬਾਰ-ਬਾਰ ਵਾਹਿਗੁਰੂ ਬੋਲ ਰਿਹਾ ਆ ਤੇ ਜਿਨ ਹਰਿ ਜਪਿਆ ਸੇ ਹਰਿ ਹੋਏ। ਜਿਨ੍ਹਾਂ ਨੇ ਵਾਹਿਗੁਰੂ ਜਪਿਆ ਉਹ ਵਾਹਿਗੁਰੂ ਹੀ ਬਣ ਗਏ ਆ ਤੇ ਉਹਨਾਂ ਦਾ ਜੀਵਨ ਵੀ ਵਾਹਿਗੁਰੂ ਵਰਗਾ ਬਣੂਗਾ ਨਾ। ਉਹ ਫਿਰ ਉਸ ਗੁਰਬਾਣੀ ਦੇ ਨਾਲ ਜੁੜਨਗੇ, ਗੁਰਬਾਣੀ ਨੂੰ ਵਿਚਾਰਨਗੇ। ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਉਹ ਇੰਨੇ ਸਹਿਜ ਦੇ ਵਿੱਚ ਟਿਕ ਜਾਂਦੇ ਆ ਨਾ ਕਿ ਉਹ ਕਦੇ ਵੀ ਨਹੀਂ ਡੋਲਦੇ। ਇੰਨੀ ਅਡੋਲ ਅਵਸਥਾ ਅੰਦਰੋਂ ਹੋ ਜਾਂਦੀ ਆ। ਉਹਨਾਂ ਦਾ ਸੁਭਾਅ ਪੂਰਾ ਗੁਰੂ ਨਾਨਕ ਵਰਗਾ ਹੋ ਜਾਂਦਾ ਆ। ਇਹ ਵਾਹਿਗੁਰੂ ਪ੍ਰੈਕਟੀਕਲ ਕਰਨ ਵਾਲੀਆਂ ਗੱਲਾਂ ਨੇ ਕਿ ਜਦੋਂ ਆਪਾਂ ਸਿਮਰਨ ਕਰਾਂਗੇ, ਕਿਵੇਂ ਆਪਾਂ ਸਹਿਜ ਦੇ ਵਿੱਚ ਟਿਕਾਂਗੇ, ਕਿਵੇਂ ਆਪਾਂ ਬਾਣੀ ਨੂੰ ਉਚਾਰਾਂਗੇ ਆਪਣੀ ਜ਼ਿੰਦਗੀ ਦੇ ਵਿੱਚ, ਕਿਵੇਂ ਆਪਾਂ ਨੂੰ ਉਸ ਵਾਹਿਗੁਰੂ ਨਾਮ ਦੀ, ਉਸ ਬਾਣੀ ਦੀ ਆਦਤ ਪੈ ਜਾਊਗੀ। ਸਹਿਜ ਦੇ ਵਿੱਚ ਟਿਕ ਕੇ ਆਪਾਂ ਨੂੰ ਕੋਈ ਵਿਕਾਰ ਤੰਗ ਨਹੀਂ ਕਰੂਗਾ। ਇਹ ਸਿਰਫ ਆਪਾਂ ਹਜੇ ਸੁਣ ਰਹੇ ਹਾਂ, ਪਰ ਜਦੋਂ ਸਿਮਰਨ ਕਰਾਂਗੇ ਨਾ, ਇਹ ਆਪਣੇ ਨਾਲ ਬੀਤਣਗੀਆਂ ਗੱਲਾਂ। ਆਪਾਂ ਸੱਚਮੁੱਚ ਏਦਾਂ ਦੇ ਹੋ ਜਾਵਾਂਗੇ ਕਿ ਫਾਲਤੂ ਗੱਲਾਂ ਆਪਾਂ ਨੂੰ ਚੰਗੀਆਂ ਨਹੀਂ ਲੱਗਣੀਆਂ। ਫਾਲਤੂ ਹੱਸੀ ਮਜ਼ਾਕ, ਇੱਧਰ ਉੱਧਰ ਘੁੰਮਣਾ, ਇੱਧਰ ਉੱਧਰ ਦੀਆਂ ਗੱਲਾਂ ਆਪਾਂ ਨੂੰ ਚੰਗੀਆਂ ਨਹੀਂ ਲੱਗਣੀਆਂ। ਕਿਉਂ? ਕਿਉਂਕਿ ਆਪਾਂ ਇੱਕ ਵਾਹਿਗੁਰੂ ਨਾਮ ਦੇ ਵਿੱਚ ਹੀ ਰੰਗੇ ਹੋਏ ਆ। ਜਿਹੜਾ ਵੀ ਰੰਗਿਆ ਉਹਨੂੰ ਇਹ ਗੱਲ ਮਹਿਸੂਸ ਹੁੰਦੀ ਹੋਊਗੀ ਕਿ ਹੋਰ ਕੁਝ ਵਧੀਆ ਨਹੀਂ ਲੱਗ ਰਿਹਾ। ਲੋਗਨ ਸਿਓ ਮੇਰਾ ਠਾਠਾ ਬਾਗਾ। ਇਹ ਵਾਲੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਦੁਨੀਆ ਦੇ ਵਿੱਚ ਵਿਚਰਨ ਦੀ ਗੱਲ ਕੀਤੀ ਆ। ਉਹ ਹੁੰਦਾ ਸਹਿਜ ਅਵਸਥਾ। ਮਤਲਬ ਜਿੰਨੀ ਅੱਤ ਲੋੜ ਆ ਨਾ, ਓਨਾ ਹੀ ਮੈਂ ਦੂਜੇ ਨਾਲ ਵਿਚਰ ਰਿਹਾ ਆ। ਅੱਤ ਲੋੜ ਆ, ਪਰ ਮੇਰੇ ਅੰਦਰੋਂ ਵਾਹਿਗੁਰੂ ਹੀ ਚੱਲ ਰਿਹਾ। ਮੈਂ ਯਾਦ ਗੁਰੂ ਸਾਹਿਬ ਨੂੰ ਹੀ ਕਰ ਰਿਹਾ ਆ, ਕਿਸੇ ਬੰਦੇ ਨੂੰ ਨਹੀਂ ਕਰ ਰਿਹਾ। ਕਿਸੇ ਧਨ ਨੂੰ ਇਕੱਠਾ ਕਰਨ ਬਾਰੇ ਨਹੀਂ ਸੋਚ ਰਿਹਾ, ਸਿਰਫ ਤੇ ਸਿਰਫ ਇੱਕ ਅਸਲੀ ਧਨ ਨੂੰ ਇਕੱਠਾ ਕਰਨ ਬਾਰੇ ਸੋਚ ਰਿਹਾ। ਦੁਨਿਆਵੀ ਧਨ ਨੂੰ ਨਹੀਂ, ਅਸਲੀ ਧਨ ਜਿਹਨੇ ਮੇਰੇ ਨਾਲ ਜਾਣਾ ਆ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਆ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਤੇ ਉਹ ਸਹਿਜ ਦੇ ਵਿੱਚ ਟਿਕਿਆ ਰਹਿੰਦਾ, ਸੁਭਾਅ ਗੁਰੂ ਨਾਨਕ ਵਰਗਾ ਬਣ ਜਾਂਦਾ ਆ। ਪ੍ਰਭ ਕੇ ਸਿਮਰਨ ਨਿਹਚਲ ਆਸਨ। ਉਹਦਾ ਜਿਹੜਾ ਮਨ ਰੂਪੀ ਆਸਣ ਨਿਹਚਲ, ਉਹ ਨਿਹਚਲ ਹੋ ਜਾਂਦਾ, ਬਹੁਤ ਟਿਕਾਓ ਉਹਦੇ ਵਿੱਚ ਉਹ ਆ ਜਾਂਦਾ ਆ। ਕਦੇ ਕੋਈ ਦੁੱਖ ਆ ਗਿਆ, ਸੁੱਖ ਆ ਗਿਆ, ਉਹ ਨਾ ਡੋਲਦਾ ਨਾ ਟੱਪਦਾ। ਇਸੇ ਤਰੀਕੇ ਨਾਲ ਬਹੁਤ ਹੀ ਸਹਿਜ ਅਵਸਥਾ ਦੇ ਵਿੱਚ, ਇੱਕ ਆਨੰਦ ਦੇ ਵਿੱਚ, ਗੁਰੂ ਸਾਹਿਬ ਦੀ ਯਾਦ ਦੇ ਵਿੱਚ ਟਿਕਿਆ ਰਹਿੰਦਾ ਆ। ਪ੍ਰਭ ਕੇ ਸਿਮਰਨ ਕਮਲ ਬਿਗਾਸਨ। ਕੌਲ ਫੁੱਲ ਜਿਵੇਂ ਹੁੰਦਾ ਆ ਨਾ, ਕਮਲ ਦਾ ਫੁੱਲ, ਉਹਦੇ ਵਾਂਗੂ ਉਹਦੇ ਅੰਦਰੋਂ ਖਿੜਿਆ ਰਹਿੰਦਾ ਆ। ਜਿਵੇਂ ਉੱਤੇ ਚਿੰਤਾ ਫਿਕਰ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਸੀ ਨਾ, ਚਿੰਤਾ ਫਿਕਰ ਦੇ ਵਿੱਚ ਝੁਰਦਾ ਨਹੀਂ ਆ। ਇਸੇ ਤਰੀਕੇ ਨਾਲ ਉਹ ਚਿੰਤਾ ਫਿਕਰ ਉਹਦੀਆਂ ਦੂਰ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਉਹਨੂੰ ਸਭ ਕੁਝ ਭਲਾ ਲੱਗਦਾ ਆ। ਜਿਹਨੂੰ ਮੰਨ ਲਓ ਸਾਰਾ ਕੁਝ ਹੀ ਚੰਗਾ ਲੱਗ ਰਿਹਾ ਆ, ਉਹ ਹਮੇਸ਼ਾ ਖਿੜੇ ਮੱਥੇ ਰਹੂਗਾ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ। ਉਹਦੇ ਅੰਦਰ ਇੱਕ ਰਸ ਵਾਹਿਗੁਰੂ ਚੱਲਣਾ ਸ਼ੁਰੂ ਹੋ ਜਾਂਦਾ ਆ। ਇੰਨੀ ਮਿੱਠੀ ਆਵਾਜ਼ ਅੰਦਰੋਂ ਆਉਂਦੀ ਆ ਵਾਹਿਗੁਰੂ ਨਾਮ ਦੀ ਕਿ ਉਹਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ। ਇੱਕ ਵਾਰੀ ਮਹਿਸੂਸ ਕਰਕੇ ਵੇਖੀਏ ਅੱਖਾਂ ਬੰਦ ਕਰਕੇ, ਕੀ ਆਪਣੇ ਸਵਾਸਾਂ ਦੇ ਨਾਲ ਉਹ ਵਾਹਿਗੁਰੂ ਨਾਮ ਚੱਲ ਰਿਹਾ ਆ। ਮਹਿਸੂਸ ਕਰੀਏ ਸੱਚਮੁੱਚ ਉਹ ਆਪਣੇ ਅੰਦਰ ਚੱਲ ਰਿਹਾ ਆ। ਆਪਾਂ ਸਿਰਫ ਤੇ ਸਿਰਫ ਇੱਕ ਵਾਹਿਗੁਰੂ ਨਾਮ ਕਰਕੇ ਜਿਉਂਦੇ ਆ ਤੇ ਉਹ ਚੱਲ ਰਿਹਾ ਆ। ਤੇ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਹੈ ਕਿ ਗੁਰੂ ਸਾਹਿਬ ਜੀ, ਜਿਹੜਾ ਵਾਹਿਗੁਰੂ ਨਾਮ ਚੱਲ ਰਿਹਾ ਉਹ ਮੈਨੂੰ ਹਮੇਸ਼ਾ ਹੀ ਸੁਣਦਾ ਰਹੇ। ਜੇ ਤੁਸੀਂ ਮੈਨੂੰ ਸਮਝਾ ਰਹੇ ਹੋ ਨਾ ਇਸ ਸ਼ਬਦ ਦੇ ਵਿੱਚ, ਇਸ ਅਸ਼ਟਪਦੀ ਦੇ ਵਿੱਚ ਕਿ ਮੈਂ ਸਿਮਰਨ ਕਰਨਾ,
ਤੇ ਮੈਨੂੰ ਸੁਣਨਾ ਸ਼ੁਰੂ ਹੋ ਜਾਵੇ ਤਾਂ ਹੀ ਮੇਰਾ ਪਾਰ ਉਤਾਰਾ ਹੋਣਾ ਆ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਵਾਹਿਗੁਰੂ ਦੇ ਸਿਮਰਨ ਤੋਂ ਜੋ ਸੁੱਖ ਮਿਲਦਾ ਆ ਨਾ, ਉਹ ਕਦੇ ਵੀ ਨਹੀਂ ਮੁੱਕਦਾ, ਅੰਤ ਨਾ ਪਾਰ। ਉਹਦਾ ਕਦੇ ਅੰਤ ਨਹੀਂ ਹੋ ਸਕਦਾ। ਉਹ ਮੰਨ ਲਓ ਬੇਅੰਤ ਆ, ਉਹਦਾ ਸੁੱਖ ਵੀ ਬੇਅੰਤ ਆ, ਉਹ ਵਾਹਿਗੁਰੂ ਆਪ ਵੀ ਬੇਅੰਤ ਆ। ਹਮੇਸ਼ਾ ਸੁੱਖ ਹੀ ਸੁੱਖ ਮਿਲਣਗੇ। ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਵਾਹਿਗੁਰੂ ਇੱਕ ਵਾਰੀ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ, ਵੱਧ ਤੋਂ ਵੱਧ ਸਿਮਰਨ ਕਰਨ ਦੀ, ਸਿਮਰਨ ਸੁਣਨ ਦੀ ਕੋਸ਼ਿਸ਼ ਕਰੀਏ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ। ਗੁਰੂ ਸਾਹਿਬ ਕਿਰਪਾ ਕਰਦੇ ਆ ਨਾ, ਤਾਂ ਹੀ ਇਹ ਹੁੰਦਾ ਆ। ਜੇ ਹੁਣ ਗੁਰੂ ਸਾਹਿਬ ਨੇ ਆਪਾਂ ਨੂੰ ਸਮਝਾਤਾ ਨਾ, ਮਤਲਬ ਗੁਰੂ ਸਾਹਿਬ ਕਿਰਪਾ ਕਰ ਰਹੇ ਆ ਕਿ ਹੁਣ ਤੂੰ ਹਰ ਵੇਲੇ ਸਿਮਰਨ ਕਰਨਾ ਤੇ ਸੁਣਨਾ ਆ। ਕਿਉਂਕਿ ਹੁਕਮ ਹੀ ਗੁਰੂ ਸਾਹਿਬ ਦਾ ਇਹੀ ਆ। ਆਪਾਂ ਕਹਿੰਦੇ ਆ ਨਾ ਸਾਰਾ ਕੁਝ ਤਾਂ ਹੁਕਮ ਦੇ ਵਿੱਚ ਚੱਲ ਰਿਹਾ ਆ, ਫਿਰ ਆਪਾਂ ਨਾਮ ਕਿੱਦਾਂ ਭੁੱਲ ਜਾਂਦੇ ਆ? ਗੁਰੂ ਸਾਹਿਬ ਦੇ ਹੁਕਮ ਤੋਂ ਉਲਟ ਜਾ ਰਹੇ ਆ। ਗੁਰੂ ਸਾਹਿਬ ਦਾ ਹੁਕਮ ਹੀ ਇਹੀ ਆ ਕਿ ਪੁੱਤਰ ਤੂੰ ਇਸ ਦੁਨੀਆ ਦੇ ਉੱਤੇ ਸਿਮਰਨ ਕਰਨ ਆਇਆ, ਸੇਵਾ ਕਰਨ ਆਇਆ ਆ। ਤਾਂ ਹੀ ਤੈਨੂੰ ਇਹ ਸਰੀਰ ਮਿਲਿਆ ਆ। ਨਾਨਕ ਤਿੰਨ ਜਨ ਸ਼ਰਣੀ ਪਿਆ। ਵੀ ਹੇ ਨਾਨਕ, ਕੋਈ ਵੱਡੇ ਭਾਗਾਂ ਵਾਲਾ ਆ ਜਿਹੜਾ ਸਿਮਰਨ ਕਰਨ ਵਾਲੇ ਦੇ ਸ਼ਰਣੀ ਪੈਂਦਾ, ਮਤਲਬ ਉਹਨਾਂ ਦੀ ਸੰਗਤ ਕਰਦਾ ਆ, ਉਹਨਾਂ ਦੇ ਕਹਿਣੇ ਦੇ ਵਿੱਚ ਰਹਿੰਦਾ, ਉਹਨਾਂ ਦੇ ਔਗੁਣ ਨਹੀਂ ਚਿਤਾਰਦਾ, ਉਹਨਾਂ ਦੇ ਗੁਣਾਂ ਦੇ ਵਿੱਚੋਂ ਸਿੱਖਦਾ ਆ। ਮੰਨ ਲਓ ਭਾਵੇਂ ਅਗਲੇ 'ਚ ਔਗੁਣ ਹੈਗੇ ਆ, ਨਹੀਂ ਹੈਗੇ, ਇਹਦੇ ਬਾਰੇ ਸੋਚਦਾ ਹੀ ਹੈ ਨਹੀਂ। ਸਿਰਫ਼ ਤੇ ਸਿਰਫ਼ ਦੂਜੇ ਦੇ ਵਿੱਚੋਂ ਗੁਣ ਲੈਂਦਾ ਆ। ਤਾਂ ਹੀ ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖ ਕਿਹਾ ਆ। ਸਿੱਖ ਦਾ ਮਤਲਬ ਕੀ ਆ? ਹਰ ਇੱਕ ਸਿਚੁਏਸ਼ਨ ਤੋਂ, ਹਰ ਇੱਕ ਚੀਜ਼ ਤੋਂ, ਹਰ ਇੱਕ ਬੰਦੇ ਤੋਂ ਸਿੱਖਦਾ ਹੀ ਰਹਿੰਦਾ ਆ। ਤੇ ਗੁਰਮੁਖ ਪਿਆਰੇ ਤੋਂ ਸਿੱਖਣਾ ਕੀ ਆ? ਕਿ ਵਾਹਿਗੁਰੂ ਸਿਮਰਨ ਕਰਦੇ ਰਹਿਣਾ ਆ। ਤਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਊਗੀ। ਕਿਉਂਕਿ ਮਨ ਨੂੰ ਨਾ ਆਦਤ ਪਈ ਹੋਈ ਆ, ਇਹਦੀ ਆਦਤ ਇਹ ਆ ਕਿ ਜਦੋਂ ਤੱਕ ਇਹ ਦੇਖ ਨਹੀਂ ਨਾ ਲੈਂਦਾ ਕਿ ਇਹ ਸੱਚਮੁੱਚ ਹੁੰਦਾ ਆ, ਉਦੋਂ ਤੱਕ ਉਹ ਮੰਨਦਾ ਨਹੀਂ ਆ। ਜੇ ਆਪਾਂ ਨੂੰ ਸੱਚਮੁੱਚ ਇਹ ਗੱਲ ਹੈਗੀ ਆ ਨਾ ਕਿ ਆਪਾਂ ਇਹ ਗੱਲਾਂ ਮੰਨ ਨਹੀਂ ਰਹੇ ਕਿ ਇਹ ਸਭ ਕੁਝ ਹੋ ਜਾਂਦਾ ਸਿਮਰਨ ਦੇ ਨਾਲ, ਤੇ ਕਰਕੇ ਵੇਖ ਲਈਏ ਫਿਰ। ਸਿਮਰਨ ਕਰਕੇ ਵੇਖੀਏ ਤੇ ਆਪਣੇ ਨਾਲ ਇਹ ਸਭ ਕੁਝ ਹੋਊਗਾ। ਇਹ ਪ੍ਰੂਫ ਦੀ ਗੱਲ ਨਹੀਂ ਆ, ਇਹ ਅਸਲ ਦੇ ਵਿੱਚ ਜ਼ਿੰਦਗੀ ਦੀ ਲਿਆਉਣ ਦੀ ਗੱਲ ਆ। ਇਹ ਆਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਸਾਰਾ ਕੁਝ, ਤਾਂ ਹੀ ਆਪਾਂ ਗੁਰਮੁਖ ਪਿਆਰੇ ਕਹਿਲਾਵਾਂਗੇ, ਤਾਂ ਹੀ ਗੁਰੂ ਸਾਹਿਬ ਆਪਾਂ ਨੂੰ ਪਿਆਰ ਕਰਨਗੇ। ਹਰ ਸਿਮਰਤ ਕਰ ਭਗਤ ਪ੍ਰਗਟਾਏ। ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜੇ ਭਗਤ ਆ ਨਾ, ਉਹ ਮਸ਼ਹੂਰ ਹੋ ਜਾਂਦੇ ਆ। ਭਗਤ ਪ੍ਰਗਟਾਏ, ਉਹ ਪ੍ਰਗਟ ਹੋ ਜਾਂਦੇ ਆ। ਹੁਣ ਮੰਨ ਲਓ ਕਿੰਨੇ ਹੀ ਭਗਤ ਆ ਜਿਨ੍ਹਾਂ ਦੀ ਭਗਤੀ ਕਰਕੇ ਉਹ ਅੱਜ ਤੱਕ ਮਸ਼ਹੂਰ ਨੇ। ਗੁਰਬਾਣੀ ਦੇ ਵਿੱਚ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਗੁਰਬਾਣੀ ਦਰਜ ਆ। ਕਿੰਨੇ ਮਸ਼ਹੂਰ ਆ। ਇਸੇ ਤਰੀਕੇ ਨਾਲ ਜਿਹੜੇ ਵੀ ਭਗਤੀ ਕਰਦੇ ਆ, ਜਿਹੜੇ ਵੀ ਵਾਹਿਗੁਰੂ ਨਾਮ ਦੇ ਵਿੱਚ ਲੀਨ ਹੁੰਦੇ ਆ, ਉਹ ਇਸ ਜਗਤ ਦੇ ਵਿੱਚ ਮਸ਼ਹੂਰ ਹੋ ਜਾਂਦੇ ਆ। ਆਟੋਮੈਟਿਕ ਹੀ ਮਸ਼ਹੂਰ ਹੋ ਜਾਂਦੇ ਆ। ਆਪਾਂ ਭਗਤਾਂ ਦਾ ਐਗਜ਼ਾਮਪਲ ਲੈ ਸਕਦੇ ਹਾਂ। ਇੰਨੇ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਨਾਮ ਜਪਿਆ ਆ, ਸਾਰਿਆਂ ਦੇ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਇਸੇ ਤਰੀਕੇ ਨਾਲ ਆਪਾਂ ਵੀ ਵਾਹਿਗੁਰੂ ਦਾ ਨਾਮ ਜਪੀਏ ਤੇ ਆਪਾਂ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਮਸ਼ਹੂਰ ਹੋ ਜਾਵਾਂਗੇ। ਇਸ ਦੁਨੀਆ ਦੇ ਵਿੱਚ ਸਾਰੇ ਆਪਾਂ ਨੂੰ ਯਾਦ ਰੱਖਣਗੇ। ਜੇ ਆਪਾਂ ਕੋਈ ਭੈੜਾ ਕੰਮ ਕਰਕੇ ਜਾਵਾਂਗੇ ਨਾ, ਕੋਈ ਨੀ ਯਾਦ ਰੱਖਦਾ, ਸਭ ਭੁੱਲ ਜਾਂਦੇ ਆ। ਪਰ ਜੇ ਆਪਾਂ ਸੇਵਾ ਕਰਕੇ ਜਾਈਏ, ਜੇ ਆਪਾਂ ਵਾਹਿਗੁਰੂ ਨਾਮ ਦੇ ਵਿੱਚ ਲੱਗ ਕੇ ਦੂਜਿਆਂ ਤੇ ਵੀ ਇਹ ਭਲਾ ਕਰਕੇ ਜਾਈਏ ਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਤੇ ਆਪਾਂ ਨੂੰ ਸਭ ਯਾਦ ਰੱਖਣਗੇ। ਉਹ ਅਸਲ ਦੇ ਵਿੱਚ ਉਹ ਗੁਰੂ ਸਾਹਿਬ ਦੇ ਗੁਣਾਂ ਨੂੰ ਯਾਦ ਰੱਖਦੇ ਆ, ਜਿਨ੍ਹਾਂ ਕਰਕੇ ਆਪਾਂ ਇਹ ਕਰ ਪਾਏ। ਹਰ ਸਿਮਰਨ ਲਗ ਬੇਦ ਉਪਾਏ। ਸਿਮਰਨ ਵਿੱਚ ਹੀ ਜੁੜ ਕੇ ਜਿਹੜੇ ਵੇਦ ਆ, ਪੁਰਾਣ ਆ, ਉਹ ਸਾਰੇ ਰਿਸ਼ੀਆਂ ਨੇ, ਮੁਨੀਆਂ ਨੇ ਉਹ ਰਚੇ ਆ ਸਿਰਫ ਸਿਮਰਨ ਦੇ ਵਿੱਚ, ਇੱਕ ਧਿਆਨ ਦੇ ਵਿੱਚ ਜੁੜ ਕੇ। ਨਹੀਂ, ਧਿਆਨ ਤੋਂ ਬਿਨਾਂ ਉਹ ਨਹੀਂ ਕਰ ਸਕਦੇ ਸੀ ਉਹ ਸਾਰਾ ਕੁਝ। ਜੋ ਵੀ ਕੰਮ, ਜਿਹੜਾ ਵੀ ਕੰਮ ਅੱਜ ਤੱਕ ਕਿਸੇ ਦਾ ਪੂਰਾ ਹੋਇਆ, ਭਾਵੇਂ ਉਹ ਦੁਨਿਆਵੀ ਆ, ਭਾਵੇਂ ਉਹ ਆਤਮਿਕ ਪੱਖ ਤੇ ਆ, ਉਹ ਸਿਰਫ ਤੇ ਸਿਰਫ ਇੱਕ ਧਿਆਨ ਨਾਲ ਹੁੰਦਾ ਆ। ਕੋਈ ਵੀ ਕੰਮ ਕਰਦਾ ਹੈ ਨਾ, ਜੇ ਉਹ ਧਿਆਨ ਨਾਲ ਨਹੀਂ ਕਰ ਰਿਹਾ, ਉਹਦਾ ਕੰਮ ਪੂਰਾ ਨਹੀਂ ਹੋਣਾ। ਇਸੇ ਲਈ ਸਿਮਰਨ ਵਿੱਚ ਲੱਗਿਆ, ਧਿਆਨ ਲਾਇਆ, ਆਪਣਾ ਹਰ ਕੰਮ ਪੂਰਾ ਹੋ ਜਾਂਦਾ ਆ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਵਾਹਿਗੁਰੂ ਦੇ ਸਿਮਰਨ ਦੇ ਦੁਆਰਾ ਮਨੁੱਖ ਕੀ ਆ, ਸਿੱਧ ਬਣ ਜਾਂਦੇ ਆ। ਉਹਨਾਂ ਦੀ ਆਤਮਿਕ ਅਵਸਥਾ ਆ ਨਾ ਜਿਹੜੀ,
ਉਹ ਪੂਰੇ ਟੌਪ ਲੈਵਲ ਦੀ ਹੋ ਜਾਂਦੀ ਆ। ਬਹੁਤ ਵਧੀਆ ਆਤਮਿਕ ਅਵਸਥਾ ਹੋ ਜਾਂਦੀ ਆ ਉਹਨਾਂ ਦੀ। ਹੁਣ ਇਹ ਸਿਰਫ਼ ਤੇ ਸਿਰਫ਼ ਇੱਕ ਸਿਮਰਨ ਕਰਕੇ ਹੀ ਬੰਦੇ ਕੀ ਆ, ਸਿੱਧ ਬਣਦੇ ਆ, ਜਤੀ ਬਣਦੇ ਆ, ਸਤੀ ਬਣਦੇ ਆ, ਦਾਤੇ ਬਣਦੇ ਆ, ਠੀਕ ਹੈ? ਸਿਰਫ਼ ਤੇ ਸਿਰਫ਼ ਇੱਕ ਧਿਆਨ ਲਾ ਕੇ, ਇੱਕ ਸਿਮਰਨ ਕਰਕੇ। ਮਤਲਬ ਜੇ ਕੋਈ ਅੱਗੇ ਵੱਧ ਸਕਦਾ ਆ, ਆਪਣੇ ਸਰੀਰ ਦੇ ਗਿਆਨ ਇੰਦਰੀਆਂ ਨੂੰ ਵੱਸ ਦੇ ਵਿੱਚ ਕਰ ਸਕਦਾ ਆ, ਮਾਇਆ ਨੂੰ ਵੱਸ ਦੇ ਵਿੱਚ ਕਰ ਸਕਦਾ ਆ, ਕਿਸੇ ਨੂੰ ਜੇ ਕੁੱਝ ਦੇ ਸਕਦਾ, ਮੰਨ ਲਓ ਸੇਵਾ ਕਰਕੇ ਦੂਜੇ ਨੂੰ ਇਹ ਦਾਤ ਦਿਵਾਉਣੀ, ਠੀਕ ਹੈ? ਕਰ ਸਕਦਾ ਤਾਂ ਸਿਰਫ਼ ਤੇ ਸਿਰਫ਼ ਇੱਕ ਸਿਮਰਨ ਦੇ ਦੁਆਰਾ। ਹਰ ਸਿਮਰਨ ਨੀਚ ਚੋਹ ਕੁੰਟ ਜਾਤੇ। ਸਿਮਰਨ ਦੀ ਬਰਕਤ ਦੇ ਨਾਲ ਆ ਜਿਹੜੇ ਬਹੁਤ ਨੀਵੇਂ ਬੰਦੇ ਆ, ਉਹ ਵੀ ਕੀ ਆ, ਸੰਸਾਰ ਦੇ ਵਿੱਚ ਉਹਨਾਂ ਦਾ ਵੀ ਨਾਮ ਹੋ ਜਾਂਦਾ ਆ, ਉਹ ਵੀ ਪ੍ਰਗਟ ਹੋ ਜਾਂਦੇ ਆ। ਨੀਚ ਚੋਹ ਕੁੰਟ ਜਾਤੇ, ਚਾਰੇ ਪਾਸੇ ਮਤਲਬ ਸਾਰੇ ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੋ ਜਾਂਦਾ ਆ। ਮੰਨ ਲਓ ਜਿਵੇਂ ਭਗਤਾਂ ਦੀ ਗੱਲ ਗੁਰੂ ਸਾਹਿਬ ਨੇ ਕਿਹਾ ਨਾ ਕਿ ਉਹਨੂੰ ਸਾਰੇ ਨੀਚ ਕਹਿੰਦੇ ਸੀ, ਤੇਰੀ ਜਾਤ ਵੀ ਨੀਵੀਂ ਆ, ਤੂੰ ਚਮਾਰ ਆ, ਤੂੰ ਛੀਂਬਾ ਆ, ਤੇਰੀ ਤੇਰੀ ਜਾਤ ਕੀ ਆ, ਨੀਵੀਂ ਆ। ਸਾਰੇ ਹੱਸਦੇ ਹੁੰਦੇ ਸੀ। ਜਿਵੇਂ ਸ਼ਲੋਕਾਂ ਦੇ ਵਿੱਚ ਵੀ ਲਿਖਿਆ ਨਾ ਕਬੀਰ ਜੀ ਦੇ ਕਿ ਸਾਰੇ ਹੱਸਦੇ ਹੁੰਦੇ ਸੀ ਉਹਨਾਂ ਦੀ ਜਾਤ ਤੇ। ਪਰ ਉਹ ਕਹਿੰਦੇ ਸੀ ਮੈਨੂੰ ਇਹਨਾਂ ਚੀਜ਼ਾਂ ਥਾਈਂ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਉਹ ਗੁਰੂ ਸਾਹਿਬ ਦਾ ਨਾਮ ਜਪ ਕੇ ਉਹ ਭਗਤ ਬਣ ਗਏ। ਉਹਨਾਂ ਦੀ ਜਾਤ, ਉਹਨਾਂ ਦਾ ਕੰਮਕਾਰ ਉਹਨਾਂ ਤੇ ਹਾਵੀ ਨਹੀਂ ਹੋਇਆ, ਬਲਕਿ ਉਹ ਨਾਮ ਦੇ ਨਾਲ ਅੱਜ ਤੱਕ ਉਹਨਾਂ ਦਾ ਨਾਮ ਇਸ ਦੁਨੀਆ ਦੇ ਵਿੱਚ ਪ੍ਰਗਟ ਆ। ਹਰ ਸਿਮਰਨ ਧਾਰੀ ਸਭ ਧਰਨਾ। ਵਾਹਿਗੁਰੂ ਦੇ ਸਿਮਰਨ ਜਿਹੜਾ ਹੈਗਾ ਆ, ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੱਤਾ ਹੋਇਆ ਆ, ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਆ। ਮੰਨ ਲਓ ਇੱਕ ਸਿਮਰਨ ਕਰਕੇ ਹੀ ਇਹ ਜਿਹੜੀ ਧਰਤੀ ਆ ਨਾ, ਇੱਕ ਹੁਕਮ ਦੇ ਵਿੱਚ ਤੁਰ ਰਹੀ ਆ। ਮੰਨ ਲਓ ਥੋੜੀ ਜਿਹੀ ਵੀ ਇੱਧਰ ਉੱਧਰ ਹੋ ਜਾਵੇ ਨਾ, ਇਹ ਦੁਨੀਆ ਖਤਮ ਹੋ ਜਾਵੇ, ਪਰ ਉਹ ਹੁਕਮ ਦੇ ਵਿੱਚ ਆ, ਸਿਮਰਨ ਦੇ ਵਿੱਚ ਆ। ਸਿਮਰਨ ਨੇ ਉਸ ਧਰਤੀ ਨੂੰ ਆਸਰਾ ਦਿੱਤਾ ਹੋਇਆ ਆ। ਸਿਮਰ ਸਿਮਰ ਹਰ ਕਾਰਨ ਕਰਨਾ, ਜਗਤ ਦੇ ਕਰਤੇ ਵਾਹਿਗੁਰੂ ਨੂੰ ਸਦਾ ਸਿਮਰ। ਤੂੰ ਕੀ ਕਰਨਾ ਆ, ਇੱਕ ਵਾਹਿਗੁਰੂ ਬੋਲਣਾ, ਉਹਦੇ ਵਿੱਚ ਚਿੱਤ ਜੋੜਨਾ, ਉਹਨੂੰ ਹਮੇਸ਼ਾ ਯਾਦ ਰੱਖਣਾ। ਹਰ ਸਿਮਰਨ ਕੀਓ ਸਗਲ ਆਕਾਰਾ। ਹੁਣ ਕਿੰਨੀ ਸੋਹਣੀ ਗੱਲ ਗੁਰੂ ਸਾਹਿਬ ਨੇ ਬੋਲੀ ਆ ਕਿ ਵਾਹਿਗੁਰੂ ਦੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਆ। ਮਤਲਬ ਇਹ ਸਾਰਾ ਜਗਤ ਜਿੰਨਾ ਵੀ ਆਪਾਂ ਇਸ ਅੱਖਾਂ ਨਾਲ ਵੇਖ ਰਹੇ ਆ ਨਾ, ਇਹ ਸਾਰਾ ਤੇ ਸਾਰਾ ਇੱਕ ਸਿਮਰਨ ਕਰਨ ਵਾਸਤੇ ਬਣਾਇਆ ਆ। ਹਰ ਸਿਮਰਨ ਮੈਂ ਆਪ ਨਿਰੰਕਾਰਾ। ਜਿੱਥੇ ਸਿਮਰਨ ਹੈ ਨਾ, ਉੱਥੇ ਵਾਹਿਗੁਰੂ ਆਪ ਵਸਦਾ ਆ। ਹੁਣ ਜਿਹੜੇ ਮਤਲਬ ਨਹੀਂ ਕਰ ਰਹੇ ਨਾ, ਮਤਲਬ ਉਹ ਗੁਰੂ ਸਾਹਿਬ ਦੇ ਹੁਕਮ 'ਚ ਨਹੀਂ ਆ, ਗੁਰੂ ਸਾਹਿਬ ਦੇ ਹੁਕਮ ਤੋਂ ਉਲਟ ਚੱਲ ਰਹੇ ਆ। ਕਿਉਂਕਿ ਗੁਰੂ ਸਾਹਿਬ ਨੇ ਇਹ ਧਰਤੀ ਨੂੰ, ਇਹ ਜਗਤ ਨੂੰ ਇਸ ਲਈ ਰਚਿਆ, ਇਸ ਲਈ ਬਣਾਇਆ ਕਿਉਂਕਿ ਇਹ ਸਭ ਸਿਮਰਨ ਕਰਨ। ਹੁਣ ਆਪਾਂ ਆਪ ਸੋਚ ਲਈਏ ਕਿ ਆਪਾਂ ਕਿੱਥੇ ਖੜੇ ਆ, ਆਪਾਂ ਕੀ ਕਰਨਾ ਆ ਤੇ ਆਪਾਂ ਕੀ ਕਰ ਰਹੇ ਆ। ਇੱਥੇ ਆਪਾਂ ਨੂੰ ਵਿਵੇਕ ਬੁੱਧ ਆਉਂਦੀ ਆ ਇਸ ਗੁਰਬਾਣੀ ਦੀ ਵਿਚਾਰ ਤੋਂ। ਹੁਣ ਆਪਾਂ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਆ, ਕਰ ਕਿਰਪਾ ਜਿਸ ਆਪ ਬੁਝਾਇਆ। ਗੁਰੂ ਸਾਹਿਬ ਨੇ ਮਿਹਰ ਕਰਕੇ ਜਿਹਨੂੰ ਆਪ ਸਮਝ ਦਿੱਤੀ ਆ ਨਾ ਸਿਮਰਨ ਦੀ, ਨਾਨਕ ਗੁਰਮੁਖ ਵਿਹੇ ਨਾਨਕ, ਉਹ ਗੁਰਮੁਖ ਬਣ ਕੇ ਗੁਰੂ ਸਾਹਿਬ ਦੀ ਚਰਨੀ ਲੱਗ ਕੇ ਹਰ ਸਿਮਰਨ ਤਿੰਨ ਪਾਇਆ। ਵਾਹਿਗੁਰੂ ਦਾ ਸਿਮਰਨ ਦੀ ਦਾਤ ਉਹਨਾਂ ਨੂੰ ਮਿਲ ਗਈ ਆ। ਹੁਣ ਆਪਾਂ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਆ ਕਿ ਗੁਰੂ ਸਾਹਿਬ ਜੀ ਮੇਰੇ ਤੇ ਮਿਹਰ ਕਰੋ, ਮੈਨੂੰ ਸਿਮਰਨ ਦੀ ਦਾਤ ਮਿਲ ਜਾਵੇ, ਤਾਂ ਕਿ ਇਹੋ ਜਿਹੀ ਦਾਤ ਮਿਲੇ ਜਿਹੜੀ ਮੈਂ ਇੱਕ ਪਲ ਲਈ ਵੀ ਆਪਦੇ ਤੋਂ ਦੂਰ ਨਾ ਕਰ ਸਕਾਂ। ਕਰਨਾ ਤੁਸੀਂ ਆ, ਬਖਸ਼ਿਸ਼ ਤੁਸੀਂ ਕਰਨੀ ਆ, ਮਿਹਰ ਭਰਿਆ ਹੱਥ ਤੁਸੀਂ ਰੱਖਣਾ ਆ। ਕਿਰਪਾ ਕਰੋ। ਬਾਣੀ ਦੀ ਵਿਚਾਰ ਕਰਦੇ ਆ, ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਾਰੀ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ, ਬਖਸ਼ ਲੈਣ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।